ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਇਲੈਕਸ਼ਨ ਆਰ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਮੈਂ ਹਾਜ਼ਰ ਹੋ ਚੁੱਕਿਆ ਤੇ ਪੰਜਾਬ ਦੀ ਚੋਣਾਂ ਦੀ ਅਸੀਂ ਗੱਲ ਕਰ ਰਹੇ ਹਾਂ ਹਰ ਹਫਤੇ ਤੇ ਚੋਣਾਂ ਹੋ ਚੁੱਕੀਆਂ ਨੇ। ਜਿੰਨੇ ਦਾਅਵੇ ਸੀ, ਜਿੰਨੇ ਵਾਅਦੇ ਸੀ, ਸਾਰੇ ਪਾਰਟੀਆਂ ਨੇ ਆਪਣੇ ਵੱਲੋਂ ਕਰ ਦਿੱਤੇ ਨੇ ਤੇ ਲੋਕਾਂ ਨੇ ਵੀ ਸਮੇਂ ਤੇ ਪਹੁੰਚ ਕੇ ਆਪਣੀਆਂ ਜਿਹੜੀਆਂ ਵੋਟ ਜਿਹੜੀ ਆਪਣੇ ਆਪਣੇ ਚਾਹੀਦੇ ਕੈਂਡੀਡੇਟਸ ਨੂੰ ਦੇਤੀਆਂ ਨੇ। ਸੋ ਇਲੈਕਸ਼ਨ ਦੇ ਹੁਣ ਰਿਜ਼ਲਟ ਦਾ ਇੰਤਜ਼ਾਰ ਹੈ, ਪਰ ਫਿਰ ਵੀ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ, ਗਤੀਵਿਧੀਆਂ ਹਲੇ ਵੀ ਬਰਕਰਾਰ ਨੇ ਤੇ ਦਾਅਵੇਦਾਰੀ ਹਜੇ ਵੀ ਕੀਤੀਆਂ ਜਾ ਰਹੀਆਂ ਨੇ ਕਿ ਸਾਡੀ ਬਹੁਮਤ ਹੋਵੇਗੀ ਜਾਂ ਅਸੀਂ ਸਰਕਾਰ ਬਣਾਵਾਂਗੇ। ਇਸ ਤੋਂ ਇਲਾਵਾ ਹੋਰ ਜੋ ਕੁਝ ਵੀ ਚੱਲ ਰਿਹਾ ਪੂਰੇ ਇੱਕ ਹਫ਼ਤੇ ਦੌਰਾਨ ਕੀ ਕੁਝ ਹੋਇਆ ਉਹਦੇ ਬਾਰੇ ਅਸੀਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਜੁੜ ਚੁੱਕੇ ਨੇ। ਜਿਵੇਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਕਾਲੀ ਦਲ ਤੋਂ ਹਰੀਸ਼ ਰਾਏ ਟਾਂਡਾ ਜੀ ਦਾ। ਸਤਿ ਸ਼੍ਰੀ ਅਕਾਲ ਜੀ ਸਰ ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਗੌਰਵ ਸੰਧੂ ਹੁਣੀ, ਭਾਜਪਾ ਤੋਂ ਸਾਡੇ ਨਾਲ ਜੁੜੇ ਨੇ ਚੇਤਨ ਐਮ ਜੋਸ਼ੀ ਜੀ ਤੇ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਗਗਨ ਰਾਜਪੂਤ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਚੋਣਾਂ ਹੋ ਚੁੱਕੀਆਂ ਨੇ ਤੇ ਸਭ ਤੋਂ ਪਹਿਲਾਂ ਮੈਂ ਹਰ ਇੱਕ ਤੋਂ ਥੋੜ੍ਹਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਅਕੋਰਡਿੰਗ ਤੁਹਾਡੀ ਪਾਰਟੀ ਕੀ ਸਟੈਂਡ ਕਰਦੀ ਹੈ, ਕਿਹੋ ਜਿਹੀ ਦਾਅਵੇਦਾਰੀ ਤੁਸੀਂ ਪੇਸ਼ ਕਰਦੇ ਹੋ ਕਿ ਸਰਕਾਰ ਬਣਾਉਣ 'ਚ ਸક્ષਮ ਤੁਸੀਂ ਹੋਵੋਗੇ ਜਾਂ ਫਿਰ ਇੱਧਰੋਂ ਉੱਧਰੋਂ ਕਿਤੇ ਹੱਥ ਮਿਲਾਉਣ ਦੀ ਲੋੜ ਪਵੇਗੀ। ਸਭ ਤੋਂ ਪਹਿਲਾਂ ਮੈਂ ਅਕਾਲੀ ਦਲ ਦੇ ਜਿਹੜੇ ਟਾਂਡਾ ਸਾਹਿਬ ਨੇ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗਾ। ਟਾਂਡਾ ਸਾਹਿਬ, ਤੁਹਾਡੇ ਅਕੋਰਡਿੰਗ ਕੀ ਤੁਹਾਨੂੰ ਦੁਬਾਰਾ ਤੁਹਾਡੀ ਜਿਹੜੀ ਪਾਰਟੀ ਹੈ ਉਸ ਨੂੰ ਦੁਬਾਰਾ ਪੰਜਾਬ ਵਿੱਚ ਮੌਕਾ ਦਿੱਤਾ ਜਾਵੇਗਾ? ਕਿਹੋ ਜਿਹੀਆਂ ਚੋਣਾਂ ਹੋਈਆਂ ਤੁਹਾਡੇ ਅਕੋਰਡਿੰਗ ਟਾਂਡਾ ਸਾਹਿਬ? सर, जो रिस्पॉन्स मिले है इलेक्शन के दौरान तो ज़ाहिर होंदा है कि लोगों ने प्रेफर किया अकाली दल एंड साडी पार्टी सी जिहदे च डिसीडेंस लीस्ट सी। बाकी पार्टियां च इंटरनल रबलिंग बड़ी सी कि आम आदमी पार्टी ने तो बाहरों कैंडीडेट पढ़े लियाए तो अपनी पार्टी दे वर्कर्स च भी टर्मोइल सी। कांग्रेस की अपनी लड़ाई बहुत सीवियर लड़ाई सी। सो एक नवा कंबीनेशन है इस बार। कई पार्टीज आई हैं, मल्टी कॉर्नर कंटेस्ट हैं। इलेक्शन दूसरी इलेक्शन नालों डिफरेंट है बट वी आर होपफुल टू फॉर्म ए मेजोरिटी जी। आम आदमी पार्टी के जोड़े गगन राजपूत जुड़े ने उन्होंने को जानने की कोशिश करेंगे क्योंकि पिछली बार भी काफ़ी सारी हाइप क्रिएट की गई सी, हाइप क्रिएट हुई भी सी कि हाँ भी आम आदमी पार्टी काफ़ी वधिया परफॉर्म करेगी, लोगों का दिल जोड़ा है जित लेगी, पर फिर भी रिजल्ट कुछ होर सीगा एंड अगले इलैक्शन यानी कि 22 की इलैक्शनों के आने तक बहुत ही समीकरण जो चेंज हो गए थे, पर फिर भी काफ़ी उतार चढ़ाव इस पार्टी ने इस चोणों के दौरान फिर देखे ने। तो गगन जी की लगता कि इस वार ਜਿਹੜਾ यूथ है या फिर पूरे पंजाब की जी आवाम है उन्होंने साथ दिता? एक मौका केजरीवाल दिता या एक मौका भगवंत मान दिता? क्योंकि बोर्डां ते हले भी काफ़ी थावां ते केजरीवाल का नाम ही चल रहा सीगा। सो उत्थे भी काफ़ी सारे कन्फ्लिक्ट पैदा होया तुहाडी पार्टी दे लई पूरे पंजाब दे विच। गगन जी की आखदे हो? सब तो पहला तो मैं तुहानूं दस देना चाहुंदा ब्रदर, जिहड़ी साडी पार्टी आम आदमी पार्टी बड़ी एक लोकतांत्रिक पार्टी आ। इहदे विच लोकतांत्रिक ढंग दे नाल ਜਿਹੜਾ ਡਿਸੀਜਨ ਲਿਆ ਜਾਂਦਾ ਕਿ ਸਾਡਾ ਲੀਡਰ ਕੌਣ ਹੋਊਗਾ। ਅਸੀਂ ਫੋਨ ਕਾਲਸ ਕਰਵਾਈਆਂ, 22 ਲੱਖ ਲੋਕਾਂ ਨੇ ਪੰਜਾਬ ਦੇ ਵਿੱਚੋਂ ਕਾਲਸ ਕੀਤੀਆਂ ਤੇ ਉਹਨਾਂ ਨੇ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਚੁਣਿਆ। ਤੇ ਲੋਕਤਾਂਤਰਿਕ ਪਾਰਟੀ ਹੈ, ਬਿਲਕੁਲ ਡੈਮੋਕ੍ਰੈਟਿਕ ਤਰੀਕੇ ਨਾਲ ਚੱਲਦੀ ਹੈ। ਅਕਾਲੀ ਦਲ ਵਾਲੀ ਪਾਰਟੀ ਜਿਹੜੀ ਬਾਦਲ ਦੇ ਪਰਿਵਾਰ ਤੋਂ ਚੱਲਦੀ ਆ ਰਹੀ ਹੈ, ਠੀਕ ਹੈ ਨਾ। ਬਾਦਲ ਪਰਿਵਾਰ 5 ਸੀਟਾਂ ਤੋਂ ਉਹਨਾਂ ਦੇ ਜਿਹੜੇ ਲੋਕ ਨੇ ਉਹ ਲੜ ਰਹੇ ਨੇ। ਆਮ ਆਦਮੀ ਪਾਰਟੀ ਦੇ ਵਿੱਚ ਇੱਕ ਪਰਿਵਾਰ ਨੂੰ 21 ਸੀਟ ਦਿੱਤੀ ਜਾਂਦੀ ਹੈ। ਇਹ ਨਹੀਂ ਕਿ ਅਸੀਂ ਸਾਰੀਆਂ ਸੀਟਾਂ, ਜਿਵੇਂ ਕਾਂਗਰਸ ਦਾ ਤੁਸੀਂ ਸਿਸਟਮ ਲਾ ਲਓ, ਕਾਂਗਰਸ ਦੇ ਵਿੱਚ ਵੀ ਸਿਸਟਮ ਹੈਗਾ ਕਿ ਉਹ ਸਿਰਫ ਗਾਂਧੀ ਪਰਿਵਾਰ ਹੈਗੇ। ਇਹ ਪਾਰਟੀਆਂ ਨਹੀਂ ਹੈਗੀਆਂ। ਅਕਾਲੀ ਦਲ ਇਜ਼ ਨਾਟ ਅ ਪਾਰਟੀ ਐਨੀਮੋਰ। ਅਕਾਲੀ ਦਲ ਕੋਈ ਪਾਰਟੀ ਨਹੀਂ ਹੈਗੀ। ਤੁਹਾਡਾ ਪ੍ਰੋਗਰਾਮ ਕੈਨੇਡਾ 'ਚ ਦੇਖਿਆ ਜਾਣਾ ਤੇ ਇਸ ਕਰਕੇ ਥੋੜੀ ਵਿੱਚ ਅੰਗਰੇਜ਼ੀ ਵੀ ਵਿੱਚ ਬੋਲਦਾ ਰਹੂੰਗਾ ਮੈਂ। ਇਹ ਤਾਂ ਪਾਰਟੀਆਂ ਨਹੀਂ ਰਹੀਆਂ ਹੈਗੀਆਂ, ਇਹ ਤਾਂ ਬਾਦਲ ਪਰਿਵਾਰ ਰਹਿ ਗਿਆ ਜੀ। ਬਾਦਲ ਪਰਿਵਾਰ ਨੇ ਚੋਣ ਲੜੀ ਹੈ ਤੇ ਕਾਂਗਰਸ ਦੀ ਗਾਂਧੀ ਪਰਿਵਾਰ ਨੇ ਚੋਣ ਲੜੀ ਹੈ। ਆਮ ਲੋਕਾਂ ਦੀ ਜਿਹੜੇ ਰਾਈਟਸ ਨੇ, ਜੋ ਲੋਕ ਆਮ ਲੋਕ ਚਾਹੁੰਦੇ ਨੇ, ਉਹ ਤਾਂ ਇਹਨਾਂ ਪਾਰਟੀਆਂ ਦੇ ਵਿੱਚ ਇਹ ਚੀਜ਼ਾਂ ਪੇਸ਼ ਹੀ ਨਹੀਂ ਕਰਦੇ ਲੋਕਾਂ ਨੂੰ। ਇਹ ਤਾਂ ਸਿਰਫ ਆਪਦੇ ਵੈਲਫੇਅਰ ਵਾਸਤੇ ਕਰ ਰਹੇ ਨੇ ਚੀਜ਼ਾਂ। ਟਾਂਡਾ ਸਾਹਿਬ ਨੇ ਸਾਡੇ ਤੇ ਥੋੜਾ ਜਿਹਾ ਪ੍ਰਸ਼ਨ ਉਠਾਇਆ ਹੈ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ। ਲੋਕ ਇਸ ਵਾਰ ਬਦਲਾਵ ਦੇਖਣਾ ਚਾਹੁੰਦੇ ਆ ਜੀ। ਬਾਕੀ ਜਦੋਂ ਇਲੈਕਸ਼ਨ ਖਤਮ ਹੋ ਗਏ ਮੈਂ ਤਾਂ ਬੜਾ ਹੈਰਾਨ ਸੀਗਾ, ਹਾਲੇ ਤਾਂ ਇਲੈਕਸ਼ਨ ਖਤਮ ਹੀ ਨਹੀਂ ਹੋਏ, 6 ਵਜੇ ਸੀਗੇ, 6:15 6:30 ਵਜੇ ਮਜੀਠੀਆ ਜੀ ਦਾ ਬਿਆਨ ਆ ਗਿਆ, ਅਸੀਂ ਤਾਂ ਬੀਜੇਪੀ ਦੇ ਨਾਲ ਚਲੇ ਜਾਵਾਂਗੇ। ਮੈਨੂੰ ਸ਼ਰਮ ਆਉਂਦੀ ਹੈ, ਮਤਲਬ ਇਹੋ ਜਿਹੀ ਪਾਰਟੀ ਦੇ ਨਾਲ ਇਹ ਕਿਸਾਨਾਂ ਦੇ ਨਾਲ ਧੋਖਾ ਕਰ ਰਹੇ ਨੇ। ਉਹਨਾਂ ਨੂੰ ਪਹਿਲਾਂ ਹੀ ਛੱਡ ਕੇ ਆਏ ਬੀਜੇਪੀ ਦੀ ਪਾਰਟੀ, ਹੁਣੇ ਕਹਿੰਦੇ ਗਗਨ ਜੀ ਇਹਦੇ ਬਾਰੇ ਵੀ ਡੈਫੀਨਿਟਲੀ ਪੂਰੇ ਪ੍ਰੋਗਰਾਮ ਵਿੱਚ ਇਸ ਮੁੱਦੇ ਪਰ ਪੂਰੀ ਚੰਗੀ ਤਰ੍ਹਾਂ ਗੱਲਬਾਤ ਹੋਵੇਗੀ। ਫਿਲਹਾਲ ਤੁਹਾਨੂੰ ਕੀ ਲੱਗਦਾ ਕਿ ਹਾਂ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਸਾਥ ਦਿੱਤਾ, ਕਿੰਨਾ ਕੁ ਪਿਆਰ ਮਿਲਿਆ? ਮੈਂ ਤੁਹਾਨੂੰ ਇੱਕ ਬ੍ਰਦਰ ਇੱਕ ਹੋਰ ਥੋੜਾ ਚਾਨਣਾ ਪਾਉਣਾ ਚਾਹੁੰਦਾ। ਇਸ ਵਾਰ ਦੀ ਜਿਹੜੀ ਵੋਟਿੰਗ ਪਰਸੈਂਟੇਜ ਆ, ਪਿਛਲੇ ਵਾਰ ਨਾਲੋਂ ਵੋਟਿੰਗ ਪਰਸੈਂਟੇਜ ਘਟੀ ਆ, 72% ਵੋਟਾਂ ਹੋਈਆਂ ਨੇ। ਬਟ ਇਸ ਵਾਰ ਦੀ ਵੋਟਿੰਗ ਪਰਸੈਂਟੇਜ ਬੜੀ ਇੰਟਰਸਟਿੰਗ ਰਹੀ ਆ। ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੇ ਬਹੁਤ ਅਗਾਂਹ ਵੱਧ ਕੇ ਵੋਟਾਂ ਪਾਈਆਂ ਨੇ ਤੇ ਜਿਹੜੇ ਵੋਟਿੰਗ ਪਰਸੈਂਟੇਜ ਆ ਪਿੰਡਾਂ ਦੇ ਵਿੱਚ ਉਹ ਵਧਿਆ ਹੈਗਾ। ਤੇ ਸ਼ਹਿਰਾਂ ਦੇ ਵਿੱਚ ਆਏ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਘਟ ਗਿਆ, ਬਟ ਪਿੰਡਾਂ ਵਾਲੇ ਲੋਕਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ। ਪਿਛਲੀ ਵਾਰੀ ਵੀ ਜਿੱਥੇ ਰੂਰਲ ਏਰੀਆਜ਼ ਦੇ ਵਿੱਚ ਜ਼ਿਆਦਾ ਵੋਟਿੰਗ ਹੋਈ ਸੀ ਉੱਥੇ ਆਮ ਆਦਮੀ ਪਾਰਟੀ ਜਿੱਤੀ ਹੈ।
ਉਹ ਸਾਰੀਆਂ ਸੀਟਾਂ ਸੀ 20 ਸੀਟਾਂ ਸੀਗੇ ਉਹ ਜਿੱਤੇ ਸੀਗੇ। ਇਸ ਵਾਰੀ ਕਿਉਂਕਿ VOTING ਪਰਸੈਂਟੇਜ ਆ ਓਵਰਆਲ ਘਟਿਆ ਬਟ ਰੂਰਲ ਦੇ ਵਿੱਚ ਜ਼ਿਆਦਾ ਹੋਇਆ, ਤੇ ਸਾਨੂੰ ਅਨੁਮਾਨ ਹੈ ਕਿ 117 ਦੀ 17 ਸੀਟਾਂ ਦੇ ਉੱਤੇ ਜਿਹੜਾ ਝਾੜੂ ਉਹ ਚੱਲਿਆ ਹੈਗਾ। ਬਾਕੀ ਤਾਂ 10 ਤਰੀਕ ਨੂੰ ਪਤਾ ਲੱਗੇਗਾ ਕੀ ਹੋਇਆ। ਐਂਡ ਲੋਕਾਂ ਨੇ ਜਿਹੜੀ ਵਿਕਾਸ ਦੇ ਮੁੱਦੇ ਦੇ ਉੱਤੇ ਵੋਟ ਪਾਈ ਹੈ, ਜਿਵੇਂ ਤੁਹਾਡਾ ਚੈਨਲ ਕੈਨੇਡਾ ਚੱਲਦਾ, ਲੋਕਾਂ ਨੂੰ ਪਤਾ ਡਿਵੈਲਪਮੈਂਟ ਕੀ ਚੀਜ਼ ਹੁੰਦੀ ਹੈ। ਤੁਸੀਂ ਕਾਂਗਰਸ ਦਾ ਬਜਟ ਲੈ ਲਓ, ਮੈਂ ਬੜਾ ਹੈਰਾਨ ਹੋ ਰਿਹਾ ਸੀ 2021 ਤੇ 22 ਦਾ ਜਿਹੜਾ ਇਹਨਾਂ ਨੇ ਬਜਟ ਬਣਾਇਆ ਕਾਂਗਰਸ ਦੀ ਸਰਕਾਰ ਨੇ, ਆਪਣੇ ਨੈਸ਼ਨਲ ਲੈਵਲ ਦੇ ਉੱਤੇ 16% ਖਰਚਾ ਕੀਤਾ ਜਾਂਦਾ ਐਜੂਕੇਸ਼ਨ ਦੇ ਉੱਤੇ। ਇਹ ਜਿਹੜੀ ਕਾਂਗਰਸ ਦੀ ਸਰਕਾਰ ਆ ਇਹਨੇ 11% ਖਰਚਾ ਕੀਤਾ। ਹੈਲਥ ਦੇ ਉੱਤੇ ਓਵਰਆਲ 5% ਖਰਚਾ ਕੀਤਾ ਜਾਂਦਾ ਨੈਸ਼ਨਲ ਲੈਵਲ ਦੇ ਉੱਤੇ, ਤੇ ਇਹਨਾਂ ਨੇ 4% ਹੈਲਥ ਦੇ ਉੱਤੇ ਖਰਚਾ ਕੀਤਾ। ਓਕੇ ਜੀ ਜੀ ਗਗਨ ਜੀ, ਅਸੀਂ ਹਜੇ ਓਵਰਆਲ ਗੱਲਬਾਤ ਕਰ ਰਹੇ ਹਾਂ ਇਲੈਕਸ਼ਨਾਂ ਦੀ, ਹਰ ਇੱਕ ਬਰੀਫ 'ਚ ਗੱਲਬਾਤ ਜ਼ਰੂਰ ਹੋਵੇਗੀ। ਪਹਿਲਾਂ ਜਸਟ ਸਾਰਿਆਂ ਕੋਲ ਪੁੱਛਦੀ ਅਲੱਗ-ਅਲੱਗ ਪਾਰਟੀਆਂ ਦੀ ਉਹਨਾਂ ਦੇ ਖਿਆਲ ਕੀ ਨੇ, ਉਹਨਾਂ ਦੀ ਕਿੰਨੀ ਦਾਅਵੇਦਾਰੀ ਹੈ। ਸੋ ਕਾਂਗਰਸ ਦੇ ਗੌਰਵ ਸੰਧੂ ਸਾਡੇ ਨਾਲ ਜੁੜੇ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਕੁ ਲੱਗਦਾ ਹੈ ਕਿ ਬਈ ਚੰਨੀ ਸਾਹਿਬ ਨੂੰ ਅੱਗੇ ਕਰਕੇ ਜਾਂ ਫਿਰ ਜੋ ਆਪਣਾ 3 ਮਹੀਨਿਆਂ ਦੀ ਸਰਕਾਰ ਦਾ ਰਿਪੋਰਟ ਕਾਰਡ ਦਿਖਾ ਕੇ ਲੋਕਾਂ ਨੂੰ ਆਪਣੇ ਨਾਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਕਿੰਨੀ ਕੁ ਸਫਲ ਹੋਵੇਗੀ ਤੇ ਕੀ ਲੋਕ ਉਹਨਾਂ ਤੋਂ ਕਨਵਿੰਸ ਹੋਣਗੇ? ਕਿਉਂਕਿ ਲੋਕਾਂ ਦਾ ਰੋਸ ਇਹੀ ਸੀਗਾ ਕਿ ਬਈ 4.5 ਜਾਂ ਪੌਣੇ 5 ਸਾਲ ਕਿੱਥੇ ਰਹੇ ਤੇ ਹੁਣ 3 ਮਹੀਨਿਆਂ ਦਾ ਰਿਪੋਰਟ ਕਾਰਡ ਆਪਾਂ ਕਿਆ ਦੇਖੀਏ, ਤੇ ਉਹਦੇ ਬਾਰੇ ਕੀ ਆਂਦੇ ਹੋ ਕਿ ਹਾਂ ਬਈ ਲੋਕਾਂ ਨੇ ਸਾਥ ਦਿੱਤਾ ਹੋਏਗਾ? ਗੌਰਵ ਜੀ। ਜੀ ਮੋਹਿਤ ਜੀ, ਸਭ ਤੋਂ ਪਹਿਲਾਂ ਤੁਹਾਡਾ ਤੇ ਵਿਜ਼ਨ ਪੰਜਾਬ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਕੈਨੇਡਾ ਦੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਸਾਰੇ ਕੈਨੇਡਾ ਵਸਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੀ ਤੁਸੀਂ ਗੱਲ ਮੇਰੇ ਤੋਂ ਪੁੱਛੀ ਹੈ, ਮੈਂ ਉਹਦੇ ਬਾਬਤ ਹੀ ਜਵਾਬ ਦੇਵਾਂਗਾ ਕਿਉਂਕਿ ਮੈਂ ਕੋਈ ਹੋਰ ਤਰ੍ਹਾਂ ਦੀ ਚੀਪ ਰਾਜਨੀਤੀ ਜਾਂ ਬਿਆਨ ਨਹੀਂ ਦੇਣਾ ਚਾਹੁੰਦਾ। ਆਪਾਂ ਪੋਸਟ ਇਲੈਕਸ਼ਨ ਦੇ ਮੁੱਦੇ ਤੇ ਅੱਜ ਦਾ ਪ੍ਰੋਗਰਾਮ ਰੱਖਿਆ। ਸਾਡੀ ਜੋ ਪਾਰਟੀ ਦੇ ਵਿੱਚ, ਜਿਵੇਂ ਟਾਂਡਾ ਸਾਹਿਬ ਕਹਿ ਰਹੇ ਸੀਗੇ ਵੀ ਅਸੀਂ ਇਹਨਾਂ ਨੇ ਟਿਕਟਾਂ ਪਹਿਲਾਂ ਅਨਾਉਂਸ ਕਰਤੀਆਂ, ਸਾਨੂੰ ਸਾਡੀ ਜਿੱਤ ਜਾਂ ਲੋਕਾਂ ਦਾ ਫਤਵਾ ਪਹਿਲਾਂ ਹੀ ਦਿਖ ਰਿਹਾ ਸੀ। ਜੋ ਪਿੱਛੇ ਚੰਨੀ ਸਾਹਿਬ ਨੇ ਜਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜੇ 111 ਦਿਨਾਂ ਦੇ ਕੰਮਕਾਜ ਰੈਪਿਡ ਫੈਸਲੇ ਲਏ, ਚਾਹੇ ਉਹ ਬਿਜਲੀ ਸਸਤੀ ਕਰਨਾ, 2 ਕਿਲੋਵਾਟ ਦੇ ਜਿਹੜੇ ਬਿੱਲ ਮਾਫ ਕੀਤੇ, ਚਾਹੇ ਆਪਣਾ ਪੈਟਰੋਲ ਡੀਜ਼ਲ ਸਸਤਾ ਕੀਤਾ, ਸੋ ਉਹ ਨੂੰ ਦੇਖਦੇ ਹੋਏ ਵੀ ਜੇ ਸਰਕਾਰ ਇੰਨੀ ਰੈਪਿਡਲੀ ਕੰਮ ਕਰ ਸਕਦੀ, ਜੇ ਕੈਪਟਨ ਅਮਰਿੰਦਰ ਸਿੰਘ ਨੇ ਇੰਨੀ ਰੈਪਿਡਲੀ ਮੁੱਦੇ ਹੱਲ ਕੀਤੇ ਹੁੰਦੇ ਤੇ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਬਾਹਰ ਨਾ ਕਰਨਾ ਪੈਂਦਾ। ਵੀ ਉਹਨਾਂ ਨੂੰ ਜਿਵੇਂ ਅਸੀਂ ਪਾਰਟੀ ਤੋਂ ਬਾਹਰ ਕੱਢਿਆ, ਉਹਨਾਂ ਦੀਆਂ ਨਾਕਾਮੀਆਂ ਕਰਕੇ ਵੀ ਉਹ ਪਰਫਾਰਮ ਨਹੀਂ ਸੀ ਕਰ ਰਹੇ ਪਾਰਟੀ ਲੈਵਲ ਤੇ ਵੀ ਤੇ ਪੰਜਾਬ ਲੈਵਲ ਤੇ ਵੀ। ਤੇ ਇਸੇ ਕਰਕੇ ਸਾਡੇ ਜਿਹੜੇ ਟਿਕਟਾਂ ਦੀ ਡਿਲੇ ਹੋਈ ਹੈ, ਜਾਂ ਡੈਮੋਕ੍ਰੈਟਿਕ ਪਾਰਟੀ ਹੈ, ਸੈਕੂਲਰ ਪਾਰਟੀ ਹੈ, ਹਰ ਕਿਸੇ ਨੂੰ ਹੱਕ ਹੈ ਟਿਕਟ ਅਪਲਾਈ ਕਰਨ ਦਾ। ਮੈਂ ਵੀ ਟਿਕਟ ਅਪਲਾਈ ਕੀਤੀ ਸੀ, ਮੇਰੇ ਹਲਕੇ ਤੋਂ 6 ਲੋਕਾਂ ਨੇ ਟਿਕਟ ਅਪਲਾਈ ਕੀਤੀ ਸੀ। ਅਕਾਲੀ ਦਲ ਹੋ ਜੇ, ਆਮ ਆਦਮੀ ਪਾਰਟੀ ਹੋ ਜੇ, ਇਹਨਾਂ ਨੂੰ ਤਾਂ ਬਾਹਰੋਂ ਬੰਦੇ ਫੜਨੇ ਪੈਣੇ। ਅਕਾਲੀ ਦਲ ਨੇ ਤਾਂ 6 ਮਹੀਨੇ ਪਹਿਲਾਂ ਹੀ ਇਹਨਾਂ ਨੂੰ ਐ ਸੀ ਵੀ ਇਹਨਾਂ ਦੇ ਕਿਤੇ ਅਕਾਲੀ ਦਲ ਅੱਗੇ 2 ਫਾੜ ਹੋਇਆ, 4 ਫਾੜ ਨਾ ਹੋ ਜੇ, ਤਾਂ ਇਹਨਾਂ ਨੇ ਪਹਿਲਾਂ ਹੀ 6 ਮਹੀਨੇ ਟਿਕਟਾਂ ਦੇ ਦਿੱਤੀਆਂ ਸੀਗੀਆਂ ਵੀ ਸਾਰਿਆਂ ਨੂੰ ਦਵਾ ਦਾ ਵੀ ਕੋਈ ਭੱਜ ਕੇ ਨਾ ਚਲਾ ਜਾਏ। ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਬਾਹਰੋਂ ਬੰਦੇ 1 ਦਿਨ ਪਹਿਲਾਂ ਜੁਆਇਨ ਕਰਾਇਆ, ਅਗਲੇ ਦਿਨ ਟਿਕਟ ਦੇ ਦਿੱਤੀ, ਵਰਕਰਾਂ ਨੂੰ ਬਿਲਕੁਲ ਇਗਨੋਰ ਕੀਤਾ। ਉਸੇ ਤਰ੍ਹਾਂ ਹੀ ਇਲੈਕਸ਼ਨ ਟਾਈਮ, ਇਲੈਕਸ਼ਨ ਵਾਲੇ ਦਿਨ ਵਰਕਰਾਂ ਨੇ ਇਹਨਾਂ ਨੂੰ ਇਗਨੋਰ ਕਰਤਾ ਤੇ ਕਾਂਗਰਸ ਪਾਰਟੀ ਦੇ ਹੱਕ 'ਚ ਮੈਜੋਰਟੀ ਆਫ ਪੰਜਾਬ ਦੇ ਵਰਕਰਸ ਨੇ ਵੋਟਾਂ ਪਾਈਆਂ ਨੇ, ਤੇ ਆਉਣ ਵਾਲੀ 10 ਤਰੀਕ ਨੂੰ ਇਹਦਾ ਰਿਜ਼ਲਟ ਵੀ ਸਾਹਮਣੇ ਆ ਜਾਏਗਾ। ਜੀ, ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਤੁਹਾਡੀ ਇੰਟਰਨਲ ਜਿਹੜੀ ਡੈਮੋਕ੍ਰੇਸੀ ਹੈ ਉਹ ਤਾਂ ਸਾਰਿਆਂ ਨੇ ਵੇਖ ਲਈ ਹੈ ਕਿ ਚਲੋ ਕੈਪਟਨ ਸਾਹਿਬ ਨੂੰ ਛੱਡਣਾ ਪਿਆ। ਤੁਸੀਂ ਹਾਲੇ ਵੀ ਕਹਿ ਰਹੇ ਕਿ ਉਹਨਾਂ ਨੇ ਕੰਮ ਨਹੀਂ ਕੀਤਾ, ਬਟ ਸੇਮ ਟਾਈਮ ਤੇ ਅੱਜ ਕੱਲ੍ਹ ਫਿਰ ਬਿਆਨ ਆ ਰਹੇ ਨੇ ਸੁਨੀਲ ਜਾਖੜ ਹੋਣਾ ਦੇ ਕਿ ਹਾਂ ਵੀ ਸਿੱਧੂ ਤੇ ਕੈਪਟਨ ਦੇ ਕਨਫਲਿਕਟ ਕਰਕੇ ਕਾਂਗਰਸ ਨੂੰ ਬੜਾ ਨੁਕਸਾਨ ਹੋਇਆ ਤੇ ਸ਼ਾਇਦ ਉਹ ਛੱਡ ਕੇ ਨਾ ਜਾਂਦੇ ਤੇ ਕਾਂਗਰਸ ਨੂੰ ਇੰਨਾ ਨੁਕਸਾਨ ਹੁੰਦਾ। ਹੁਣ ਕਿਹੜੇ ਨੁਕਸਾਨ ਦੀ ਗੱਲ ਉਹ ਕਰ ਰਹੇ ਨੇ, ਚਲੋ ਉਹ ਵੀ 10 ਮਾਰਚ ਨੂੰ ਅਸੀਂ ਦੇਖ ਲਵਾਂਗੇ। ਫਿਲਹਾਲ ਅਸੀਂ ਅੱਗੇ ਵਧਦੇ ਹਾਂ ਤੇ ਭਾਜਪਾ ਦੇ ਚੇਤਨ ਐਮ ਜੋਸ਼ੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੇ ਤਰੀਕੇ ਦੇ ਨਾਲ, ਉਹਨਾਂ ਦੇ ਹਿਸਾਬ ਦੇ ਨਾਲ ਪੰਜਾਬ ਵਿੱਚ ਕਿਹੋ ਜਿਹੀਆਂ ਚੋਣਾਂ ਰਹੀਆਂ ਭਾਜਪਾ ਦੇ ਲਈ। ਕਿਉਂਕਿ ਪਹਿਲੀ ਵਾਰ ਭਾਜਪਾ ਕਹਿ ਲਈਏ ਕਿ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਇਲੈਕਸ਼ਨ ਲੜ ਰਹੀ ਸੀ, ਕਿਉਂਕਿ ਹੁਣ ਤੱਕ ਉਸ ਨੂੰ ਸਾਥ ਸੀਗਾ ਇੰਡੀਪੈਂਡੈਂਟ ਨਹੀਂ, ਚਲੋ ਫਿਰ ਵੀ ਬਾਅਦ 'ਚ ਕੈਪਟਨ ਦਾ ਸਾਥ ਆ ਗਿਆ, ਬਟ ਫਿਲਹਾਲ ਅਕਾਲੀ ਦਲ ਤੋਂ ਹਟ ਕੇ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ ਤੇ ਉਹਨਾਂ ਦਾ ਓਵਰਆਲ ਐਕਸਪੀਰੀਅੰਸ ਕਿਹੋ ਜਿਹਾ ਰਿਹਾ? ਚੇਤਨ ਜੀ। ਦੇਖੋ, ਸਮਰਥਨ ਲੋਕਾਂ ਦਾ ਮਿਲਿਆ। ਪਹਿਲੀ ਗੱਲ ਤੇ ਸਾਡੇ ਕੋਲ ਆਪਣਾ ਇੱਕ ਕੈਡਰ, ਜਿਹੜੀਆਂ ਵੀ ਰਵਾਇਤੀ ਪਾਰਟੀਆਂ ਹੁੰਦੀਆਂ ਨੇ ਉਹਨਾਂ ਸਾਰਿਆਂ ਤੋਂ ਆਪਣੇ ਕੈਡਰ ਹੁੰਦੇ ਨੇ, ਚਾਹੇ ਕਾਂਗਰਸ ਦੀ ਪਾਰਟੀ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਭਾਜਪਾ ਹੋਵੇ। ਦੂਸਰੀ ਗੱਲ ਆ ਕਿ ਸਾਨੂੰ ਅਖੀਰ ਦੇ ਵਿੱਚ ਆ ਕੇ ਜਦੋਂ ਅਸੀਂ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ, ਜਿਹਦੇ ਵਿੱਚ ਗੱਲ ਕਹੀ ਗਈ ਕਿ ਅਸੀਂ 5 ਕਿੱਲਿਆਂ ਤੋਂ ਘੱਟ ਦੇ ਜਿੰਨੇ ਵੀ ਕਿਸਾਨ ਨੇ ਉਹਨਾਂ ਸਾਰਿਆਂ ਕਿਸਾਨਾਂ ਦਾ ਅਸੀਂ ਸੰਪੂਰਨ ਖੇਤੀਬਾੜੀ ਕਰਜ਼ਾ ਮਾਫ ਕਰਾਂਗੇ। ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਮੀਟਿੰਗਸ ਹੋਈਆਂ ਉਹ ਜਗ ਜ਼ਾਹਰ ਸੀ। ਦੂਸਰੀ ਗੱਲ ਆ ਕਿ ਕਿਸਾਨ ਵੀ ਹਰ ਇਲਾਕੇ ਚੋਂ, ਹਰ ਸਟੇਟ ਤੋਂ ਖੜੇ ਸੀਗੇ, ਹਰ ਪਾਰਟੀ ਤੋਂ ਖੜੇ ਸੀਗੇ, ਹਰ ਹਲਕੇ ਤੋਂ ਖੜੇ ਸੀਗੇ
ਤੇ ਕਿਸਾਨਾਂ ਨੇ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਦਿਖਾਇਆ ਕਿ ਹਾਂ ਅਸੀਂ ਮੌਜੂਦ ਹਾਂ, ਅਸੀਂ ਜੇ ਇਲੈਕਸ਼ਨ ਲੜਦੇ ਪਏ ਹਾਂ ਤੇ ਸਾਡਾ ਵੀ ਇੱਕ ਵੋਟ ਬੈਂਕ ਦਾ ਇੱਕ ਆਧਾਰ ਹੈਗਾ। ਸੋ ਕੁੱਲ ਮਿਲਾ ਕੇ ਜਿਹੜੀਆਂ ਪਾਰਟੀਆਂ ਨੇ ਪਾਰਟਿਸਿਪੇਟ ਕੀਤਾ ਔਰ ਵੱਖ-ਵੱਖ ਨੁਮਾਇੰਦੇ ਆਏ, ਚਾਹੇ ਉਹ ਸਤਿਕਾਰਯੋਗ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਨ, ਜਾਂ ਆਮ ਆਦਮੀ ਪਾਰਟੀ ਤੋਂ ਸਤਿਕਾਰਯੋਗ ਕੇਜਰੀਵਾਲ ਸਾਹਿਬ ਸਨ, ਜਾਂ ਕਾਂਗਰਸ ਪਾਰਟੀ ਤੋਂ ਸਤਿਕਾਰਯੋਗ ਸਿੱਧੂ ਸਾਹਿਬ ਸਨ, ਜਾਂ ਅਕਾਲੀ ਦਲ ਤੋਂ ਸਤਿਕਾਰਯੋਗ ਸਾਡੇ ਸੁਖਬੀਰ ਬਾਦਲ ਜੀ ਸੀਗੇ। ਸੋ ਹਰ ਪਾਰਟੀ ਦੇ ਬੰਦੇ ਨੇ ਆਪਣੇ ਆਪਣੇ ਮੈਨੀਫੈਸਟੋ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਿਆ ਜੀ। ਲੋਕਾਂ ਨੇ ਉਹਨੂੰ ਕਿੰਨਾ ਤੋਲਿਆ ਇਹ ਤਾਂ 10 ਤਰੀਕ ਨੂੰ ਪਤਾ ਲੱਗ ਜਾਏਗਾ। ਲੇਕਿਨ ਜੇ ਓਵਰਆਲ ਗੱਲ ਕਰੀਏ ਤੇ ਭਾਰਤੀ ਜਨਤਾ ਪਾਰਟੀ ਦਾ ਕੈਡਰ ਜਿਹੜਾ ਖਾਸ ਤੌਰ ਤੇ ਅਸੀਂ ਸ਼ਹਿਰੀ ਸੀਟਾਂ ਤੇ ਜ਼ਿਆਦਾ ਅਸੀਂ ਮੰਨੇ ਜਾਂਦੇ ਹਾਂ, ਇਹ ਗੱਲ ਸੱਚਾਈ ਹੈ। ਲੇਕਿਨ ਉਹਨਾਂ ਸ਼ਹਿਰੀ ਸੀਟਾਂ ਦੇ ਨਾਲ ਜਿਹੜਾ ਸਾਨੂੰ ਐਰਕੀ ਪਿੰਡਾਂ ਦੇ ਵਿੱਚ ਉਹ ਚੀਜ਼ਾਂ ਦੇਖਣ ਨੂੰ ਮਿਲੀਆਂ ਜਿੱਥੇ ਸਾਡੇ ਪਹਿਲੋਂ ਕਈ ਕਹਿੰਦੇ ਸੀ ਕਿ ਯਾਰ ਬੀਜੇਪੀ ਦਾ ਇੱਥੇ ਬੂਥ ਵੀ ਨਹੀਂ ਲੱਗਣਾ, ਇਹ ਗੱਲ ਕਹੀ ਜਾਂਦੀ ਸੀਗੀ। ਲੇਕਿਨ ਕਮਾਲ ਦੀ ਗੱਲ ਆ ਕਿ ਹਰ ਜਗ੍ਹਾ ਦੇ ਉੱਤੇ ਬੂਥ ਲੱਗ ਕੇ ਸਾਡੇ ਵਰਕਰਾਂ ਨੇ ਜਿੱਤ ਹਾਰ ਦੇਖੋ ਪ੍ਰਮਾਤਮਾ ਦੇ ਹੱਥ ਆ, ਉਸ ਜਿਹੜੀ ਸਾਡੀ ਜਨਤਾ ਉਹਨਾਂ ਦੇ ਹੱਥ ਆ। ਲੇਕਿਨ ਜਿੰਨਾ ਭਰਵਾਂ ਹੁੰਗਾਰਾ ਮਿਲਿਆ, ਹੁਣ ਦਾਅਵੇ ਕਰਨੇ ਮੈਨੂੰ ਲੱਗਦਾ ਕਿ ਇਹ ਇੱਕ ਇਮੈਚੁਰ ਗੱਲ ਹੋਏਗੀ, ਕਿਉਂਕਿ ਵੋਟਾਂ ਪੈ ਚੁੱਕੀਆਂ ਨੇ। ਇਹ ਗੱਲਾਂ ਵੋਟਾਂ ਪੈਣ ਤੋਂ ਪਹਿਲਾਂ ਦੀਆਂ ਹੁੰਦੀਆਂ ਨੇ ਕਿ ਸਾਡੀ ਪਾਰਟੀ ਜਿੱਤ ਰਹੀ ਆ, ਸਾਡੀ ਪਾਰਟੀ ਨੂੰ ਲੋਕ ਪਸੰਦ ਕਰ ਚੁੱਕੇ ਨੇ। ਹੁਣ ਤੇ ਬੈਲਟ ਵਿੱਚ ਬੰਦ ਹੋ ਗਿਆ ਸਭ ਕੁਝ। ਹੁਣ ਤੇ ਮੈਂ ਇਹੋ ਕਹਿਣਾ ਕਿ ਜਿਹੜੀ ਪਾਰਟੀ ਜਿਹੜੀ ਵੀ ਆਏਗੀ ਸੱਤਾ, ਚਾਹੇ ਭਾਰਤੀ ਜਨਤਾ ਪਾਰਟੀ ਆਵੇ, ਮੈਂ ਤੇ ਕਟਾਕਸ਼ ਨਹੀਂ ਕਰਦਾ ਕਿਸੇ ਦੂਜੀ ਪਾਰਟੀ ਦੇ ਉੱਤੇ, ਜਿਹੜੀ ਵੀ ਪਾਰਟੀ ਆਏਗੀ ਪ੍ਰਮਾਤਮਾ ਉਹਨਾਂ ਨੂੰ ਕਾਮਯਾਬ ਬਣਾਵੇ। ਕਿਉਂਕਿ ਆਲਰੇਡੀ ਪੰਜਾਬ ਪਿਛਲੇ ਜਿਹੜੀ ਸਰਕਾਰ ਗਈ ਹੈ, ਚਾਹੇ ਉਹ ਇਹਨਾਂ ਨੇ 111 ਦਿਨ ਦੀ ਗੱਲ ਕਾਂਗਰਸ ਵਾਲਿਆਂ ਨੇ ਜਦੋਂ ਕੀਤੀ ਸੀਗੀ, ਉਹਨਾਂ ਨੇ ਆਪਣੀ ਉਪਲਬਧੀਆਂ ਗਿਣਾਈਆਂ, ਉਹ ਹੋ ਵੀ ਸਕਦੀਆਂ ਨੇ। ਦੇਖੋ ਜਨਤਾ ਨੇ ਪਸੰਦ ਕਰਨਾ ਵਾ, ਸਾਡੇ ਕਹਿਣ ਦੇ ਨਾਲ ਕੁਝ ਨਹੀਂ ਹੋਣਾ। ਹਾਂ, ਜਨਤਾ ਦੀ ਆਵਾਜ਼ ਕੀ ਕਹੇਗੀ ਉਹ 10 ਤਰੀਕ ਨੂੰ ਪਤਾ ਲੱਗੇਗਾ। ਪਰ ਓਵਰਆਲ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ, ਛੋਟ-ਪੁੱਟ ਘਟਨਾਵਾਂ ਨੂੰ ਛੱਡ ਕੇ ਇਹ ਅਮਨ ਸ਼ਾਂਤੀ ਦੇ ਮਾਹੌਲ ਵਾਲਾ ਸਟੇਟ ਵਾ। ਇਹਦੇ ਵਿੱਚ ਕੋਈ ਦੰਗੇ ਨਹੀਂ ਹੁੰਦੇ, ਇਹਦੇ ਵਿੱਚ ਕੋਈ ਗਾਲੀ ਗਲੋਚ ਨਹੀਂ ਹੁੰਦਾ, ਕਿਸੇ ਤਰ੍ਹਾਂ ਦਾ ਕੋਈ ਮੁਕੁੱਟ ਮਾਰ ਨਹੀਂ ਹੁੰਦੀ। ਜੇ ਕਿਤੇ ਛੋਟ-ਪੁੱਟ ਘਟਨਾਵਾਂ ਕਿਤੇ ਘਟ ਗਈਆਂ ਨੇ, ਉਹਨੂੰ ਇੱਕ ਸਾਈਡ ਤੇ ਕਰਕੇ ਦੇਖੀਏ। ਇਹ ਅਮਨ ਚੈਨ ਤੇ ਪੰਜਾਬੀਅਤ ਦੀ ਖੁਸ਼ਹਾਲੀ ਵਾਸਤੇ ਇਹ ਇਲੈਕਸ਼ਨ ਹੋਈ ਆ। ਔਰ ਮੈਂ ਇਹੋ ਅਰਦਾਸ ਕਰਦਾ ਕਿ ਜੋ ਵੀ ਪਾਰਟੀ ਸਰਕਾਰ ਬਣਾਵੇਗੀ, ਸਾਡੀਆਂ ਐਡਵਾਂਸ ਸ਼ੁਭਕਾਮਨਾਵਾਂ ਨੇ ਜੀ। ਓਕੇ ਜੀ, ਸੋ ਅਗਲਾ ਸਵਾਲ ਢਾਂਡਾ ਸਾਹਿਬ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਕਿਉਂਕਿ ਇਸ ਵਾਰ ਪੰਜਾਬ ਦੀਆਂ ਜਿਹੜੀਆਂ ਚੋਣਾਂ ਜਿਹੜੀਆਂ ਨੇ ਪਰਸੈਂਟੇਜ ਦੀ ਗੱਲ ਕਰੀਏ ਤਾਂ ਥੋੜ੍ਹੀ ਜਿਹੀ ਘਟੀ ਹੈ, ਭਾਵੇਂ 3% ਵੀ ਘਟੀ ਹੈ, ਪਰ 3% ਵੀ ਬਹੁਤ ਹੁੰਦੀ ਹੈ। ਸੋ ਇਸ ਘਟਣ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਹਾਂ ਬਈ ਬਹੁਤੀਆਂ ਪਾਰਟੀਆਂ ਆ ਗਈਆਂ ਸੀਗੀਆਂ, ਜਾਂ ਫਿਰ ਸੇਮ ਬੰਦੇ ਜਿਹੜੇ ਸੀਗੇ ਉਹ ਅਲੱਗ-ਅਲੱਗ ਪਾਰਟੀਆਂ 'ਚੋਂ ਖੜੇ ਹੋ ਗਏ ਸੀਗੇ, ਪਹਿਲਾਂ ਕਿਸੇ ਹੋਰ ਪਾਰਟੀ 'ਚ ਸੀਗੇ, ਅਤੇ ਕੀ ਸਾਰੀਆਂ ਪਾਰਟੀਆਂ ਰਲ ਕੇ ਵੀ ਜਿਹੜੇ ਵੋਟਰ ਸੀਗੇ ਉਹਨਾਂ ਦਾ ਵਿਸ਼ਵਾਸ ਨਹੀਂ ਜਿੱਤ ਪਾਈਆਂ, ਜਾਂ ਹੋਰ ਕੋਈ ਕਾਰਨ ਹੋ ਸਕਦਾ ਜਿਸ ਕਰਕੇ ਵੋਟਾਂ ਜਿਹੜੀਆਂ ਨੇ ਥੋੜ੍ਹੀ ਅਗਲੀ ਨਾਲੋਂ ਪਿਛਲੇ 2-3 ਵਾਰ ਦੀ ਗੱਲ ਕੀਤੀ ਜਾਵੇ ਤਾਂ ਘੱਟ ਪਈਆਂ ਨੇ? ਠੀਕ ਹੈ, ਪਿੰਡਾਂ 'ਚ ਥੋੜ੍ਹੀ ਘੱਟ ਵੱਧ ਹੋ ਸਕਦੀ ਹੈ, ਪਰ ਓਵਰਆਲ ਪਰਸੈਂਟ ਦੀ ਗੱਲ ਕਰੀਏ ਤਾਂ ਉਹ ਘੱਟ ਹੈ। ਇਹਦਾ ਤੁਸੀਂ ਕੀ ਸੋਚਦੇ ਹੋ ਕਿ ਕੀ ਕਾਰਨ ਹੋ ਸਕਦਾ ਹੈ ਢਾਂਡਾ ਸਾਹਿਬ? ਜੀ ਮੈਨੂੰ ਤਾਂ ਲੱਗਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਸੀ ਉਹਦੀ ਐਂਟੀ ਇਨਕੰਬੈਂਸੀ ਬਹੁਤ ਹੈਵੀ ਸੀ। ਉਹ ਇੱਕ ਮੇਜਰ ਰੀਜ਼ਨ ਹੈ ਕਿ ਵੋਟ ਪਰਸੈਂਟੇਜ ਡਿੱਗੀ ਹੈ। ਲੋਕ ਸ਼ਾਇਦ ਦੂਜਿਆਂ ਨੂੰ ਵੋਟ ਪਾਉਣਾ ਨਹੀਂ ਸੀ ਚਾਹੁੰਦੇ, ਇਹਨਾਂ ਲਈ ਜਾਣਾ ਨਹੀਂ ਸੀ ਚਾਹੁੰਦੇ। ਇਹ ਰਿਜ਼ਲਟ ਵੀ ਤੁਹਾਨੂੰ ਰਿਫਲੈਕਟ ਕਰਨ। ਤੇ ਜਿਹੜੇ 111 ਦਿਨ ਦੀ ਗੱਲ ਕੀਤੀ ਹੈ ਕਾਂਗਰਸ ਵਾਲਿਆਂ ਨੇ, ਇਹਨਾਂ ਨੂੰ ਆਂਸਰੇਬਲ ਹੋਣਾ ਪੈਣਾ ਹੈ ਕਿ 2.25 ਲੱਖ ਦਾ ਕਰਜ਼ੇ ਤੇ ਰੌਲਾ ਪਾਉਂਦੇ ਸੀ ਜਿਹੜਾ 70 ਸਾਲ 'ਚ ਹੋਇਆ। 1.25 ਲੱਖ ਕਰੋੜ ਦਾ ਕਰਜ਼ਾ 5 ਸਾਲ 'ਚ ਹੋਇਆ। ਤੇ 111 ਦਿਨ ਦੀ ਉਪਲਬਧੀ ਪਤਾ ਕਿੰਨੀ? 40,000 ਕਰੋੜ ਦੀ। ਇਹਨਾਂ ਨੇ ਉਹ ਕਰਪਸ਼ਨ ਕੀਤੀ ਹੈ 111 ਦਿਨ 'ਚ। 15-15 ਕਰੋੜ ਆਪਣੇ ਕੈਂਡੀਡੇਟਸ ਨੂੰ ਹੈਂਡਓਵਰ ਕਰਤਾ ਕਿ ਜਿਹਨੂੰ ਮਰਜ਼ੀ ਬਣ। 20,000 ਇੱਕ ਇੰਡੀਵਿਜੂਅਲ ਲੇਡੀਜ਼ ਨੂੰ ਵੰਡਿਆ, ਆਰਗੇਨਾਈਜੇਸ਼ਨਸ ਨੂੰ ਵੰਡਿਆ। ਬਾਕੀ ਦਾ ਰਹਿੰਦਾ ਖੁੰਦਾ ਚੰਨੀ ਸਾਹਿਬ ਨੇ ਵੰਡਣਾ ਸ਼ੁਰੂ ਕਰਤਾ। ਕਿਸੇ ਡੇਰੇ ਨੂੰ 10 ਕਰੋੜ, ਕਿਸੇ ਨੂੰ 5 ਕਰੋੜ, ਕਿਸੇ ਨੂੰ 20 ਕਰੋੜ। ਮਤਲਬ ਕਿ ਪੰਜਾਬ ਦਾ ਐਕਸਚੈਕਰ 36,000 ਓਵਰਡਰਾ ਕਰਕੇ ਸੈਂਟਰਲ ਗਵਰਨਮੈਂਟ ਤੋਂ ਉਜਾੜਿਆ ਹੈ। ਇਹ ਤਾਂ ਆਉਣ ਵਾਲਾ ਸਮਾਂ ਇਹਨਾਂ ਨੂੰ ਸਵਾਲ ਪੁੱਛੂਗਾ ਕਾਂਗਰਸ ਨੂੰ ਕਿ ਤੁਸੀਂ ਪੋਲੀਟੀਕਲ ਮੋਟਿਵਲੀ ਪੰਜਾਬ ਦਾ ਐਕਸਚੈਕਰ ਉਜਾੜਿਆ ਕਿਉਂ? ਪੰਜਾਬ ਦੀ ਇਕਨੋਮੀ ਨੂੰ ਡੀਰੇਲ ਕਿੰਨਾ ਕੀਤਾ ਇਹਨਾਂ ਨੇ? 1.25 ਲੱਖ ਕਰੋੜ ਦਾ ਕਰਜ਼ਾ ਬਦਲਣਾ ਕੋਈ ਛੋਟੀ ਚੀਜ਼ ਨਹੀਂ। ਹੁਣ ਮਨਪ੍ਰੀਤ ਜੀ ਚੁੱਪ ਬੈਠੇ, ਮਨਪ੍ਰੀਤ ਬਾਦਲ ਜੀ ਪਹਿਲਾਂ ਬੜੀਆਂ ਵੱਡੀਆਂ ਗੱਲਾਂ ਕਰਦੇ ਸੀ। ਮਨਪ੍ਰੀਤ ਬੜੇ ਰੀਅਲਿਸਟਿਕ ਗੱਲਾਂ ਕਰਦੇ ਸੀ, ਆਈਡੀਓਲੋਜੀਕਲ ਗੱਲਾਂ ਕਰਦੇ ਸੀਗੇ। ਹੁਣ ਅਲਾਮਾ ਇਕਬਾਲ ਨੂੰ ਪੁੱਛੂਗਾ ਕਿ ਅਲਾਮਾ ਇਕਬਾਲ ਕੀ ਕਹਿੰਦਾ ਜੇ ਇਸ ਤਰ੍ਹਾਂ ਲੁੱਟਿਆ ਜਾਂਦਾ ਪੰਜਾਬ। ਜੀ ਗੌਰਵ ਸੰਧੂ ਜੀ, ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਹੜਾ ਸਿੱਧਾ ਕਹਿ ਰਿਹਾ ਕਿ ਹਾਂ ਵੀ ਬਾਕੀ ਸਾਰੀ ਗੱਲਾਂ ਅਸੀਂ ਵੀ ਦੇਖੀਆਂ ਕਿ ਹਾਂ ਵੀ ਐਂਟੀ ਕੰਪੈਂਸੀ ਬਹੁਤ ਚੱਲੀ ਤੁਹਾਡੀ ਪਾਰਟੀ ਦੇ ਵਿੱਚ, ਜਿਹਦੇ ਕਰਕੇ ਹੋ ਸਕਦਾ ਹੈ ਕਿ ਹਾਂ ਵੀ ਲੋਕਾਂ ਨੇ ਸ਼ਾਇਦ ਵੋਟ ਪਾਵੇ ਨਾ ਪਾਈ ਹੋਵੇ। ਪਰ ਪੈਸਿਆਂ ਦੀ ਗੱਲ ਚੱਲ ਰਹੀ ਹੈ, ਜਿਹੜੀ ਕਰਜ਼ੇ ਦੀ ਗੱਲ ਚੱਲ ਰਹੀ ਹੈ, ਉਹ ਕਾਫੀ ਖੁੱਲ੍ਹ ਕੇ ਤੁਹਾਡੀ ਪਾਰਟੀ ਦੇ ਉੱਪਰ ਜਿਹੜੇ ਨੇ ਇਲਜ਼ਾਮ ਲੱਗਦੇ ਨੇ। ਕਿ ਤੁਹਾਨੂੰ ਲੱਗਦਾ ਕਿ ਇਹਨਾਂ ਇਲਜ਼ਾਮਾਂ ਦੇ ਕਾਰਨ, ਕਿਉਂਕਿ ਪ੍ਰੂਵਨ ਨਹੀਂ ਹੈ, ਤੁਹਾਨੂੰ ਲੱਗਦਾ ਕਿ ਇਹਨਾਂ ਇਲਜ਼ਾਮਾਂ ਦੇ ਕਾਰਨ ਸ਼ਾਇਦ ਤੁਹਾਡਾ ਜਿਹੜਾ ਰਿਜ਼ਲਟ ਆਏਗਾ ਉਹ ਤੁਹਾਡੇ ਹੱਕ 'ਚ ਥੋੜ੍ਹਾ ਬਾਹਰ ਵੀ ਹੋ ਸਕਦਾ?
ਮੋਹਿਤ ਜੀ, ਸਭ ਤੋਂ ਪਹਿਲਾਂ ਤਾਂ ਇੱਕ ਗੱਲ ਕਵਾਂਗਾ ਕਿ ਹਰੀਸ਼ ਰਾਏ ਟਾਂਡਾ ਜੀ ਨੇ ਕਾਫੀ ਇਲਜ਼ਾਮ ਲਾਤੇ। ਚਲੋ ਵਿਰੋਧੀਆਂ ਦਾ ਕੰਮ ਹੁੰਦਾ ਇਲਜ਼ਾਮ ਲਾਉਣਾ, ਵਿਰੋਧੀ ਹੀ ਨਹੀਂ ਹੁੰਦਾ ਜਿਹੜਾ ਤੁਹਾਡੇ ਤੇ ਇਲਜ਼ਾਮ ਨਾ ਲਾਏ, ਤੁਹਾਡੇ ਖਿਲਾਫ ਨਾ ਬੋਲੇ। ਤੇ ਪਰ ਪੰਜਾਬ ਦੇ ਲੋਕਾਂ ਨੂੰ ਪਤਾ ਹੈ, ਜਿਹੜਾ ਇਹ ਕਹਿ ਰਹੇ ਨੇ ਵੀ ਜਦੋਂ ਤੋਂ 111 ਦਿਨ ਕਹਿ ਲਓ ਜਾਂ ਪਿੱਛੇ 5 ਸਾਲ ਜੋ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਕੰਮ ਕਰਵਾਏ ਨੇ ਕਾਂਗਰਸ ਪਾਰਟੀ ਨੇ, ਕਰਜ਼ਾ ਮਾਫੀ ਜਿਹੜੀ ਕਿਸਾਨਾਂ ਦੀ ਹੋਏ, ਚਾਹੇ ਉਸ ਦੌਰਾਨ ਡਿਵੈਲਪਮੈਂਟ ਹੋਈ ਹੈ ਪੰਜਾਬ ਦੇ ਵਿੱਚ, ਪੰਜਾਬ ਐਜੂਕੇਸ਼ਨ ਦੇ ਵਿੱਚ ਨੰਬਰ 1 ਤੇ ਆਇਆ ਹੈ, ਉਹ ਸਾਡੀ ਕਾਂਗਰਸ ਪਾਰਟੀ ਦੀ ਟੈਨਿਓਰ ਦੇ ਵਿੱਚ ਹੀ ਆਇਆ ਹੈ। ਸੋ ਇਸ ਗੱਲ ਨੂੰ ਨਾ ਕੋਈ ਪੰਜਾਬ ਦੇ ਲੋਕ ਮੁਨਕਰ ਨੇ, ਨਾ ਅਕਾਲੀ ਦਲ ਮੁਨਕਰ ਹੋ ਸਕਦਾ ਹੈ। ਬਾਕੀ ਜੋ ਲੁੱਟ ਖਸੁੱਟ ਦੀ ਗੱਲ ਹੈ ਜਾਂ ਜੋ ਆਪਣਾ ਪਿਛਲੇ 10 ਸਾਲਾਂ ਚ ਅਕਾਲੀ ਦਲ ਪਲੱਸ ਬੀਜੇਪੀ ਹੁਣ ਭਾਵੇਂ ਵੱਖ-ਵੱਖ ਨੇ, ਜਿਹੜੀ ਲੁੱਟ ਖਸੁੱਟ ਮਾਫੀਆ ਰਾਜ ਪਿਛਲੇ 2007 ਤੋਂ 17 ਤੱਕ ਇਹਨਾਂ ਨੇ ਪੈਦਾ ਕੀਤਾ, ਨਸ਼ਿਆਂ ਦੇ ਵਿੱਚ ਆਪਣੀ ਨੌਜਵਾਨੀ ਨੂੰ ਧੱਕਿਆ, ਇਹੋ ਜਿਹੇ ਫੈਸਲੇ ਕੀਤੇ ਵੀ ਆਮ ਲੋਕ ਬਿਜ਼ਨਸ ਨਾ ਕਰ ਸਕਣ, ਜਿਵੇਂ ਸੋਲਰ ਪਾਵਰ ਪਲਾਂਟ ਲਾਉਣੇ, ਉਹ 1-2 ਮੈਗਾਵਾਟ ਦੇ ਜੇ ਇਹਨਾਂ ਨੇ ਲਾਅ ਕੀਤੇ ਹੁੰਦੇ ਨਾ ਲਾਉਣੇ, ਨਾਲੇ ਤਾਂ ਬਿਜਲੀ ਸਰਪਲਸ ਹੁੰਦੀ, ਨਾਲੇ ਸਾਡੇ ਵਰਗੇ ਆਮ ਜ਼ਿਮੀਂਦਾਰਾਂ ਨੂੰ ਵੀ ਮੌਕਾ ਮਿਲਦਾ ਵੀ 2.5-3 ਕਰੋੜ ਰੁਪਇਆ ਖਰਚੋ, ਲੋਨ ਲਓ। ਇਹਨਾਂ ਨੇ ਉੱਥੇ ਇੱਕ ਪਾਲਿਸੀ ਬਣਾਤੀ ਅਕਾਲੀ ਦਲ ਵਾਲਿਆਂ ਨੇ ਪਲੱਸ ਬੀਜੇਪੀ ਉਸ 10 ਸਾਲ ਦੇ ਟੈਨਿਓਰ ਚ ਵੀ 25 ਮੈਗਾਵਾਟ ਤੋਂ ਘੱਟ ਕੋਈ ਸੋਲਰ ਪਾਵਰ ਪਲਾਂਟ ਨਹੀਂ ਲਾ ਸਕਦਾ। ਤੇ ਉਹ ਕਿਹਨਾਂ ਨੇ ਲਾਉਣੇ ਸੀ? ਅਮੀਰਜ਼ਾਦਿਆਂ ਨੇ, ਮੰਤਰੀਆਂ ਨੇ, ਜਿਨ੍ਹਾਂ ਇਹਨਾਂ ਦੇ ਬੰਦਿਆਂ ਕੋਲੇ ਪੈਸਾ ਸੀ, ਇਹਨਾਂ ਨੇ ਹਿੱਸੇ ਪਾਲੇ, ਬਾਹਰੋਂ ਬਿਜ਼ਨਸ ਕੰਪਨੀਆਂ ਸੱਦ ਕੇ ਉਹਨਾਂ ਚ ਪੈਸੇ ਹਿੱਸੇ ਪਾਲੇ, ਉਹਨਾਂ ਦੇ ਵਿੱਚ ਸ਼ੇਅਰ ਪਾਲੇ। ਚਾਹੇ ਥਰਮਲ ਪਲਾਂਟ ਨੇ, ਉਹਨਾਂ ਨਾਲ 9-9 ਰੁਪਏ ਦੇ ਐਗਰੀਮੈਂਟ ਕਰ ਲਏ, ਤਾਂ ਹੀ ਅੱਜ ਪੰਜਾਬ ਦੇ ਲੋਕਾਂ ਨੂੰ ਸਾਰੇ ਦੇਸ਼ ਤੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਸੀ। ਕਾਂਗਰਸ ਪਾਰਟੀ ਨੇ ਆ ਕੇ ਬਿਜਲੀ ਦਾ ਰੇਟ 3 ਰੁਪਏ ਘੱਟ ਕੀਤਾ। ਸਾਰੀ ਇੰਡਸਟਰੀ ਇਸੇ ਕਰਕੇ ਇੱਥੋਂ ਪਲਾਇਨ ਕਰ ਗਈ। ਪਿਛਲੇ 2007 ਤੋਂ 17 ਦੇ ਵਿੱਚ ਗੋਬਿੰਦਗੜ੍ਹ ਗੜ੍ਹ ਸੀਗਾ ਇੰਡਸਟਰੀ ਦਾ, ਸਾਰੀ ਇੰਡਸਟਰੀ ਬੱਦੀ ਚਲੀ ਗਈ ਕਿਉਂਕਿ ਸੁਖਬੀਰ ਬਾਦਲ ਜੀ ਨੇ ਉਹਨਾਂ ਨੂੰ ਗੋਬਿੰਦਗੜ੍ਹ ਤੋਂ ਅਕਾਲੀ ਦਲ ਦਾ MLA ਜਿੱਤਿਆ ਨਹੀਂ, ਤੇ ਗੋਬਿੰਦਗੜ੍ਹ ਦੇ ਵਪਾਰੀਆਂ ਨੂੰ ਕਹਿੰਦੇ ਇੱਥੇ ਮੈਂ ਤੁਹਾਡੀਆਂ ਫੈਕਟਰੀਆਂ ਚਕਾ ਕੇ ਇੱਥੇ ਝੋਨਾ ਲਾਉਣ ਲਾਵਾਂਗਾ। ਤੇ ਉਹ ਸਾਰੇ ਡਰਦੇ ਵਿਚਾਰੇ ਜਿਹੜੇ ਇੰਡਸਟਰੀਅਲਿਸਟ ਸੀਗੇ, ਇੱਕ ਤਾਂ ਇਹਨਾਂ ਨੇ ਕੋਈ ਉਹਨਾਂ ਨੂੰ ਕੋਈ ਪੈਕੇਜ ਨਹੀਂ ਦਿੱਤਾ, ਕੋਈ ਸਬਸਿਡੀ ਨਹੀਂ ਦਿੱਤੀ, ਕੋਈ ਟੈਕਸ ਐਗਜ਼ੈਂਪਸ਼ਨ ਨਹੀਂ ਦਿੱਤੀ, ਉਹ ਸਾਰੇ ਬੱਦੀ ਚਲੇ ਗਏ ਹਿਮਾਚਲ ਦੇ ਵਿੱਚ, ਕਿਉਂਕਿ ਹਿਮਾਚਲ ਨੇ ਇੰਡਸਟਰੀ ਪ੍ਰਮੋਟ ਕਰਨ ਲਈ ਕਾਫੀ ਕੁਛ ਰਿਲੀਫ ਦਿੱਤੀ ਹੋਈ ਸੀ ਵੀ ਤੁਸੀਂ ਆਓ ਸਾਡੇ ਉੱਥੇ ਬਿਜ਼ਨਸ ਕਰੋ ਹਿਮਾਚਲ ਚ, ਤੇ ਟੈਕਸ ਤੋਂ ਛੋਟ ਸੀਗੀ, ਬਿਜਲੀ ਸਸਤੀ ਦੇ ਰਹੇ ਸੀ। ਸੋ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ, ਪਟਿਆਲੇ ਪੰਜਾਬ ਦੀਆਂ ਪ੍ਰਾਪਰਟੀਆਂ ਵੇਚ ਕੇ, ਪਟਿਆਲੇ ਤੋਂ ਮੈਂ ਦੱਸ ਦਿੰਦਾ ਹੈਰੀਟੇਜ ਪ੍ਰਾਪਰਟੀਆਂ ਵੇਚ ਕੇ ਇਹਨਾਂ ਨੇ 10 ਸਾਲ ਸਰਕਾਰ ਚਲਾਈ ਹੈ, ਸਾਰੇ ਪੰਜਾਬ ਦੀਆਂ ਪ੍ਰਾਪਰਟੀਆਂ ਵੇਚਦੇ ਰਹੇ ਨੇ, ਸਰਕਾਰ ਚਲਾਉਂਦੇ ਰਹੇ ਨੇ, ਤੇ ਅੱਜ ਉਹ ਸਾਡੇ ਵੱਲ ਉਂਗਲਾਂ ਚੱਕ ਰਹੇ ਨੇ। ਕਿਉਂਕਿ ਜਿਹੜੀ ਇੱਕ ਹੋਰ ਗੱਲ ਦੱਸਦਾ, ਜਿਹੜੀ ਵੋਟਿੰਗ ਘੱਟ ਹੋਣ ਦਾ ਮਤਲਬ ਹੁੰਦਾ ਐਂਟੀ ਇਨਕੰਬੈਂਸੀ ਘੱਟ ਹੋਣਾ। ਜਦੋਂ ਐਂਟੀ ਇਨਕੰਬੈਂਸੀ ਹੋਏ ਸਰਕਾਰ ਦੇ ਤਾਂ ਲੋਕ ਵੱਧ ਚੜ ਕੇ ਸਰਕਾਰ ਦੇ ਉਲਟ ਵੋਟਿੰਗ ਕਰਦੇ ਹੁੰਦੇ ਨੇ। ਇਹ ਸ਼ਾਇਦ ਹਰੀਸ਼ ਰਾਏ ਟਾਂਡਾ ਜੀ ਸਾਡੇ ਬੜੇ ਸਤਿਕਾਰਯੋਗ ਨੇ, ਪਤਾ ਨਹੀਂ ਇਹਨਾਂ ਨੇ ਕਿਵੇਂ ਕੈਲਕੂਲੇਸ਼ਨ ਕੀਤੀ, ਪਰ ਪਿਛਲੇ ਸਮੇਂ ਦੌਰਾਨ ਜਦੋਂ ਵੀ ਹੋਇਆ, ਜਦੋਂ ਵੋਟ ਪਰਸੈਂਟੇਜ ਵਧੀ ਹੈ ਤਾਂ ਸਰਕਾਰਾਂ ਬਦਲੀਆਂ ਨੇ। ਓਕੇ ਜੀ, ਸੋ ਤੁਸੀਂ ਤਾਂ ਚਲੋ ਆਪਣੀ ਪਾਰਟੀ ਦਾ ਪੂਰਾ ਪੱਖ ਵੀ ਰੱਖ ਲਿਆ, ਗੱਲਬਾਤ ਵੀ ਰੱਖ ਲਈ, ਪਰ ਤੁਹਾਡੀ ਗੱਲਬਾਤ ਤੋਂ ਕਾਫੀ ਲੋਕ ਜਿਹੜੇ ਡਿਸਐਗਰੀ ਨੇ ਉਹਨਾਂ ਨੂੰ ਅਸੀਂ ਪੁੱਛ ਲੈਣੇ। ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਗਗਨ ਰਾਜਪੂਤ ਨੇ, ਪਹਿਲਾਂ ਉਹਨਾਂ ਦਾ ਪੁਆਇੰਟ ਲੈ ਲੈਣਾ ਕਿ ਉਹ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਗਗਨ ਜੀ। ਪਹਿਲਾਂ ਤਾਂ ਜੀ ਮੈਂ ਜਿਹੜੇ ਭਾਜਪਾ ਜੀ ਦੇ ਪ੍ਰਵਕਤਾ ਨੇ ਨਾ, ਉਹਨਾਂ ਨੂੰ ਕਹਿਣਾ ਚਾਹੁੰਦਾ ਜੀ, ਬਹੁਤ ਜ਼ਿਆਦਾ ਨੇ ਟਰਮਸ ਯੂਜ਼ ਕੀਤੀਆਂ, ਉਜਾੜਤਾ, ਲੁੱਟ ਲਿਆ, ਬਰਬਾਦ ਕਰਤਾ, ਇਹੋ ਜਿਹੇ ਬੜੇ ਨੇ ਟਰਮਸ ਯੂਜ਼ ਕਰ ਲਈਆਂ। ਸਰ ਤੁਸੀਂ ਮੇਰੀ ਟਰਮੀਨੋਲੋਜੀ ਤੋਂ ਨਾ ਦੁਖੀ ਨਾ ਹੋਵੋ, ਮੈਂ ਤੁਹਾਡੀ ਇੰਡੀਵਿਜੂਅਲ ਤੌਰ ਤੇ ਬੜੀ ਰਿਸਪੈਕਟ ਕਰਦਾ, ਇਹੋ ਜਿਹੀ ਕੋਈ ਗੱਲ ਨਹੀਂ। ਜੇ ਸਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਮੈਂ ਕਿਸੇ ਨੂੰ ਕੋਈ ਮਾੜਾ ਸ਼ਬਦ ਨਹੀਂ ਬੋਲ ਰਿਹਾ। ਪਹਿਲੀ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ, ਸਾਡੀ ਆਮ ਆਦਮੀ ਐਸੀ ਤੇ ਆਮ ਆਦਮੀਆਂ ਦੀ ਭਾਸ਼ਾ ਸਾਡੀ। ਸਰ ਮੈਂ ਤੁਹਾਡੇ ਸਾਰੇ ਜਵਾਬ ਦੇ ਦੇਣੇ ਚਾਹੁੰਦਾ ਜੀ। ਪਹਿਲਾਂ ਤਾਂ ਸਰ ਭਾਜਪਾ ਨੂੰ ਤੁਸੀਂ ਕਹਿੰਦੇ ਹੋ ਜੀ ਕਿ ਭਾਜਪਾ ਨੇ ਬਹੁਤ ਚੰਗਾ, ਤੁਸੀਂ ਪਹਿਲਾਂ ਤਾਂ ਵਿਸ਼ੇਸ ਦਿੱਤੀਆਂ ਸਾਨੂੰ ਸਾਰਿਆਂ ਨੂੰ, ਕਿਉਂਕਿ ਤੁਹਾਨੂੰ ਇਸ ਬਾਤ ਦਾ ਅੰਦਾਜ਼ਾ ਹੋ ਚੁੱਕਿਆ ਕਿ ਬੀਜੇਪੀ ਦੀ ਸਰਕਾਰ ਨਹੀਂ ਬਣਨੀ ਹੈਗੀ, ਨਾ ਹੀ ਬੀਜੇਪੀ ਨੂੰ ਲੋਕਾਂ ਨੇ ਵੋਟਾਂ ਪਾਈਆਂ। ਤੁਸੀਂ ਸਾਰਿਆਂ ਨੂੰ ਗੁੱਡ ਵਿਸ਼ੇਸ ਦਿੱਤੀਆਂ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਨਾ ਤਾਂ ਸਰ ਬੀਜੇਪੀ ਨੇ ਕੋਈ CM ਦਾ ਕੈਂਡੀਡੇਟ ਦਿੱਤਾ, 750 किसान मारते, ठीक है ना। इंसाफ की कलम देरी से क्या चली, 770 अर्थियां शमशान को चली। सर 750 साडे किसान वीर मर गए, ठीक है ना। उन्हां ते हले भी FIR कैंसल नहीं हुई। गुस्सा ना करियो मेरी गल्लां दा, ठीक है ना। सर थोड़ी पार्टी दा कोई स्टैंड नहीं MSP ते। ਤੁਸੀਂ ਸਰ 1.25 ਸਾਲ ਸਾਰੇ ਕਿਸਾਨਾਂ ਨੂੰ ਬਿਠਾ ਕੇ ਰੱਖਿਆ ਉੱਥੇ ਬਾਰਡਰ ਤੇ ਵੀ MSP ਨਹੀਂ ਦੇਣੀ। ਅੱਜ UP ਦੀ ਚੁਣਾਵ ਦੇ ਵਿੱਚ ਤੁਸੀਂ ਸਰ MSP ਤੇ ਐਲਾਨ ਕਰਦੇ ਪਏ ਹੋ। ਮਤਲਬ ਸਰ ਇਹ ਗੱਲ ਤਾਂ ਸਰ ਸ਼ਰਮ ਵਾਲੀ ਹੈਗੀ ਹੈ। ਸ਼ਰਮ ਕੋਈ ਸਰ ਬਹੁਤ ਵੱਡਾ ਕੋਈ ਗੰਦਾ ਸ਼ਬਦ ਨਹੀਂ ਹੈ। ਦੇਖੋ ਗਗਨ ਜੀ, ਜਿਹੜੇ ਮੁੱਦੇ ਤੁਸੀਂ ਚੱਕ ਰਹੇ ਆ,
ਪੱਕੇ ਵਧੀਆ ਮੁੱਦੇ ਨੇ, ਅੱਛੇ ਮੁੱਦੇ ਨੇ, ਵਾਕਈ ਇਹਨਾਂ ਤੇ ਖੁੱਲ੍ਹ ਕੇ ਗੱਲਬਾਤ ਹੋਣੀ ਚਾਹੀਦੀ ਹੈ। ਪਰ ਸਾਰੇ ਮੁੱਦੇ ਨਾ ਆਪਾਂ ਕਹਿੰਦੇ ਕਿ ਪ੍ਰੀ ਇਲੈਕਸ਼ਨ ਨੇ, ਜਿਹੜਾ ਮੁੱਦਿਆਂ 'ਤੇ ਇਲੈਕਸ਼ਨ ਲੜੇ ਜਾਂਦੇ ਨੇ, ਜਿਹੜਾ ਮੁੱਦਿਆਂ 'ਤੇ ਲੋਕਾਂ ਨੂੰ ਕਿਹਾ ਜਾਂਦਾ ਕਿ ਵੋਟ ਕਿਹਨੂੰ ਪਾਓ ਕਿਹਨੂੰ ਨਾ ਪਾਓ। ਹੁਣ ਵੋਟਾਂ ਹੋ ਚੁੱਕੀਆਂ ਨੇ, ਪਰ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਨੇ ਆਪਾਂ ਉਹਦੇ ਪਰ ਪੋਸਟ ਇਲੈਕਸ਼ਨ ਜਿਹੜੇ ਨੇ ਆਪਾਂ ਉਹਦੇ ਉੱਪਰ ਡਿਬੇਟ ਕਰ ਰਹੇ ਹਾਂ। ਸੋ ਉਹਦੇ 'ਤੇ ਤੁਸੀਂ ਜਿਹੜੀ ਗੱਲਬਾਤ ਹੁਣੇ ਆਪਣੇ ਜਿਹੜੇ ਕਾਂਗਰਸ ਦੇ ਪ੍ਰਵਕਤਾ ਗੌਰਵ ਸੰਧੂ ਜੀ ਕੁਝ ਕਹਿ ਰਹੇ ਸੀ ਕਿ ਤੁਸੀਂ ਉਹਨਾਂ ਤੋਂ ਡਿਸਐਗਰੀ ਕਰਦੇ ਹੋ ਤਾਂ ਤੁਸੀਂ ਗੱਲ ਰੱਖ ਸਕਦੇ ਹੋ। ਬਿਲਕੁਲ ਡਿਸਐਗਰੀ ਕਰਦਾ ਸਰ। ਉਹਨਾਂ ਨੇ ਤਾਂ ਸਰ ਪੂਰਾ ਪਲੜਾ ਝਾੜਤਾ। ਉਹਨਾਂ ਨੇ ਤਾਂ ਕਹਿੰਦੇ ਸਾਡੀ ਤਾਂ ਕਾਂਗਰਸ ਦੀ ਸਰਕਾਰ 111 ਦਿਨ ਹੀ ਆਈ ਆ। 4.5 ਸਾਲ ਸਰਕਾਰ ਹੈ ਜਿਹੜੀ ਉਹ ਭਾਜਪਾ ਚਲਾ ਰਹੀ ਸੀ ਜਾਂ ਅਮਰਿੰਦਰ ਸਿੰਘ ਜੀ ਚਲਾ ਰਹੇ ਸੀ, ਉਹ ਪਤਾ ਨਹੀਂ ਪਾਕਿਸਤਾਨ ਤੋਂ ਚੱਲ ਰਹੀ ਸੀ, ਰੂਸਾਲਮ ਜੀ ਚਲਾ ਰਹੇ ਸੀ, ਕੌਣ ਚਲਾ ਰਹੇ ਸੀ, ਠੀਕ ਹੈ ਨਾ। ਉਹਨਾਂ ਨੇ ਤਾਂ ਸਾਰਾ ਸਿਸਟਮ ਹੀ ਖਤਮ ਕਰਤਾ। ਉਹਨਾਂ ਨੇ ਤਾਂ ਸਾਰੇ ਇਲਜ਼ਾਮ ਹੀ ਅਕਾਲੀ ਦਲ ਤੇ ਲਾਤੇ। ਤੁਸੀਂ 4.5 ਸਾਲ ਲੋਕਾਂ ਨੇ ਤੁਹਾਨੂੰ ਵੋਟ ਪਾਈ, ਤੁਸੀਂ ਕੀ ਕੀਤਾ? ਤੁਸੀਂ ਉਹਨਾਂ ਤੇ ਇਲਜ਼ਾਮ ਲਾਈ ਜਾਂਦੇ ਹੋ। ਤੁਸੀਂ ਸਬਸਿਡੀਆਂ ਕਿਉਂ ਨਹੀਂ ਦਿੱਤੀਆਂ? ਤੁਸੀਂ ਇੰਡਸਟਰੀ ਨੂੰ ਕਿਉਂ ਨਹੀਂ ਰੋਕਿਆ? ਤੁਸੀਂ ਵੈਲਫੇਅਰ ਕਿਉਂ ਨਹੀਂ? ਫਿਰ ਮਾਮਾ ਜੀ ਦੇ ਭਾਣਜੇ ਦੇ ਕੋਲੋਂ 10 ਕਰੋੜ ਰੁਪਏ ਕਿਵੇਂ ਮਿਲਿਆ? ਮੇਰੀ ਗੱਲ ਸੁਣੋ, ਮਾਮਾ ਜੀ ਦੇ 111 ਦਿਨ ਉਹ ਨਾ ਆਪ ਕਹੀ ਜਾਂਦਾ ਭਾਣਜਾ ਉਹਨਾਂ ਦਾ, ਕਹਿੰਦਾ ਮੈਂ ਤਾਂ ਪੋਸਟਿੰਗ ਤੇ ਟ੍ਰਾਂਸਫਰ ਵਾਸਤੇ। ਮੈਂ ਨਹੀਂ ਕਹਿੰਦਾ ਸਰ, ਮੈਂ ਨਹੀਂ ਕਹਿੰਦਾ ਕੁਝ। ਮੈਂ ਕੌਣ ਹੁੰਨਾ ਸਰ? ਅਸੀਂ ਤਾਂ ਅਖਬਾਰ ਪੜ੍ਹ ਕੇ ਸਰ ਤੁਹਾਨੂੰ ਦੱਸੀ ਜਾਂਦੇ ਆ, ਠੀਕ ਹੈ ਨਾ। ਭਾਣਜਾ ਖੁਦ ਕਹੀ ਜਾਂਦਾ ਕਿ ਜੀ ਟ੍ਰਾਂਸਫਰ ਤੇ ਪੋਸਟਿੰਗ ਵਾਸਤੇ ਪੈਸੇ ਲਏ ਆ। ਸਰ ਤੁਸੀਂ ਕਿਹੜੀ ਇਮਾਨਦਾਰੀ ਦੀ ਗੱਲਾਂ ਕਰਦੇ ਹੋ ਜੀ? ਐਂਟੀ ਇਨਕੰਬੈਂਸੀ ਥੋੜੀ ਸਰ ਵੋਟ ਕਿਉਂ ਘਟੀ ਆ? ਸਰ ਸਿੱਧੂ ਜੀ ਇੰਨਾ ਲੜਦੇ ਰਹੇ, ਇੰਨਾ ਕੁਝ ਬੋਲਿਆ ਸਿੱਧੂ ਜੀ ਨੇ ਚੰਨੀ ਜੀ ਦੇ ਖਿਲਾਫ। ਤੁਹਾਡੇ ਸਾਰੇ ਲੀਡਰ ਤੇ ਇੱਕ ਦੂਜੇ ਦੇ ਖਿਲਾਫ ਨੇ ਸਰ। ਤੁਹਾਡੀ ਕਾਂਗਰਸ ਦੇ ਵਿੱਚ, ਅਕਾਲੀ ਦਲ ਦੇ ਵਿੱਚ ਤਾਂ 4-5 ਫਾੜ ਨੇ ਸਰ, ਕਾਂਗਰਸ ਦੇ ਵਿੱਚ ਤਾਂ 50 ਫਾੜ ਨੇ। ਹਰ ਕਿਸੇ ਦੀ ਅੱਡ ਕਾਂਗਰਸ ਹੈ। ਰੰਧਾਵੇ ਦੀ ਕਾਂਗਰਸ ਅੱਡ ਹੈ, ਠੀਕ ਹੈ, ਅੱਡ ਕਾਂਗਰਸ ਹੈ, ਸਿੱਧੂ ਦੀ ਅੱਡ ਕਾਂਗਰਸ ਹੈ। 50 ਫਾੜ ਨੇ, 50 ਸਰ। ਕਾਂਗਰਸ ਦੇ ਪ੍ਰਵਕਤਾ ਮੈਂ 10 ਤਰੀਕ ਦੱਸ ਦੇਗੀ, 10 ਤਰੀਕ ਤੋਂ ਪਤਾ ਲੱਗ ਜਾਏਗਾ। 10 ਤਰੀਕ ਤਾਂ ਆਪਾਂ ਬਿਲਕੁਲ ਆਪਾਂ ਦੇਖਦੇ ਹਾਂ ਸਰ 10 ਤਰੀਕ ਨੂੰ ਕੀ ਹੁੰਦਾ ਸਰ। ਪੰਜਾਬ ਨੇ ਜਿਹੜੀ ਵੋਟਿੰਗ ਕੀਤੀ ਹੈ ਡਿਵੈਲਪਮੈਂਟ ਦੇ ਮੁੱਦਿਆਂ ਦੇ ਉੱਤੇ ਕੀਤੀ ਆ, ਵੈਲਫੇਅਰ ਦੇ ਮੁੱਦਿਆਂ ਦੇ ਉੱਤੇ ਕੀਤੀ ਆ। ਟਾਂਡਾ ਸਰ ਵੀ ਇਹ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਨੇ ਸਕੂਲਾਂ ਦੇ ਵਿੱਚ ਕੀ ਕੀਤਾ। ਸਰ ਜਦੋਂ ਟਰੰਪ ਦੀ ਵਾਈਫ ਆਉਂਦੀ ਹੈ ਨਾ ਤਾਂ ਕਹਿੰਦੀ ਮੈਂ ਆਹ ਸਕੂਲ ਦੇਖਣੇ ਆ। ਸਰਕਾਰੀ ਸਕੂਲਾਂ ਦੇ ਵਿੱਚ ਸਰ ਜਿਹੜੀ ਰੇਸ਼ੋ ਹੈ ਨਾ ਬੱਚਿਆਂ ਦੇ ਪੜ੍ਹਨ ਦੀ ਵੱਧ ਗਈ ਹੈ ਦਿੱਲੀ ਦੇ ਵਿੱਚ ਸਰ। ਉੱਥੋਂ ਮੈਕਸਿਮਮ ਬੱਚੇ IIT ਤੇ IIM Why are you not number 1 in the assessment of human resource development? ਸਰ ਇੰਨੇ ਸਰਵੇ ਨੇ ਸਰ। ਮੈਂ ਤੁਹਾਨੂੰ ਸਰ ਇੱਕ ਮਿੰਟ ਹਵਾ ਚ ਨੰਬਰ 1 ਨੇ, ਗਰਾਊਂਡ ਤੇ ਨੰਬਰ 1 ਨਹੀਂ ਹੈਗੇ। ਗੱਲ ਕਰ ਲਾਂਗੇ ਗਗਨ ਜੀ ਨੂੰ ਗੱਲ ਪੂਰੀ ਕਰ ਲਓ। ਹਾਂਜੀ ਸਰ ਟਾਂਡਾ ਸਾਹਿਬ ਨੇ ਬੜੇ ਵਧੀਆ ਪ੍ਰਸ਼ਨ ਉਠਾਇਆ ਸਰ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਜਿਹੜੇ ਕੈਨੇਡਾ 'ਚ ਬੈਠੇ ਨੇ ਉਹ ਖਾਸ ਕਰਕੇ ਸੁਣਿਓ। 1980 ਦੇ ਵਿੱਚ ਨਾ ਪੰਜਾਬ ਦੇ ਵਿੱਚ ਪਰ ਕੈਪੀਟਾ ਇਨਕਮ ਇੰਡੀਆ 'ਚ ਨੰਬਰ 1 ਤੇ ਸੀ ਪੰਜਾਬ ਦੀ। 1990 ਦੇ ਵਿੱਚ ਚੌਥੇ ਨੰਬਰ ਤੇ ਆ ਗਏ ਪੰਜਾਬੀ ਤੇ ਜਨਾਬ 2019 ਦੇ ਵਿੱਚ ਅਸੀਂ 16ਵੇਂ ਨੰਬਰ ਤੇ ਆ ਸਾਡੀ ਪਰ ਕੈਪੀਟਾ ਇਨਕਮ। ਇਹ ਕਿਹਨੇ ਕਰਤੀ? ਆਮ ਆਦਮੀ ਪਾਰਟੀ ਨੇ ਕਰਤੀ ਕਿ ਕਾਂਗਰਸ ਤੇ ਅਕਾਲੀ ਦਲ ਨੇ ਕਰਤੀ ਜਿਹੜੇ ਇੰਨੀ ਦੇਰ ਇੱਥੇ ਸੱਤਾ ਦੇ ਉੱਤੇ ਕਾਬਜ ਰਹੇ ਨੇ ਪੰਜਾਬ ਦੇ ਵਿੱਚ? ਸਰ ਇਹ ਤਾਂ ਫੈਕਟ ਹੈ ਸਰ। ਜਿਹੜੇ ਆਹ ਸਰਵੇ ਦੀ ਤੁਸੀਂ ਗੱਲ ਕਰਦੇ ਹੋ ਨਾ, ਪੰਜਾਬ ਨੂੰ ਕਿਸ ਨੇ ਨੰਬਰ 1 ਕਰਤਾ। 12 ਸਰਵੇਸ ਦੇ ਵਿੱਚ ਦਿੱਲੀ ਦੇ ਸਕੂਲ ਨੰਬਰ 1 ਗਿਣੇ ਗਏ ਨੇ। 12 ਸਰਵੇਸ ਦੇ ਵਿੱਚ ਤੁਸੀਂ ਇੱਕ ਸਰਵੇ ਚੱਕ ਲਿਆ, ਇੱਕ ਸਰਵੇ ਚੱਕ ਕੇ ਤੁਸੀਂ ਕਹਿ ਰਹੇ 12 ਸਰਵੇ ਦੇ ਵਿੱਚ ਆਏ ਨਹੀਂ। 12 ਸਰਵੇ ਅੱਗੇ ਵਧਦੇ ਆ ਆਪਾਂ। ਸਰ ਯੂਨਾਈਟਿਡ ਨੇਸ਼ਨ ਦੇ ਸਰਵੇ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਕੂਲ ਮਾਡਲ ਮੰਨੇ ਜਾਂਦੇ ਸਰ। ਮਾਡਲ ਮੰਨ ਲਿਆ ਉਹਨਾਂ ਨੂੰ ਸਰ। ਮੁਹੱਲਾ ਕਲੀਨਿਕਸ ਨੂੰ ਮਾਡਲ ਮੰਨ ਲਿਆ ਸਰ। ਖੁਆਬ ਪਕਾਈ ਜਾਂਦੇ ਹੋ ਤੁਸੀਂ, ਲੋਕਾਂ ਨੂੰ ਖੁਆਬ ਦਿਖਾਈ ਜਾਂਦੇ ਹੋ। ਸਰਕਾਰ ਵਾਲਾ ਕੰਮ ਨਹੀਂ ਹੈ। ਦਿੱਲੀ ਦੇ ਕੰਮਾਂ ਨੂੰ ਜਿਹੜਾ ਕੇਜਰੀਵਾਲ ਦਾ ਮੇਰੀ ਇੱਕ ਮਿੰਟ ਮੈਨੂੰ ਮੋਹਿਤ ਜੀ ਜਵਾਬ ਦੇ ਲੈਣ ਦਿਓ। ਭਰਾ ਕਾਫੀ એનર્ਜੈਟਿਕ ਲੱਗਦਾ ਤੇ ਮੈਂ ਜਵਾਬ ਦੇ ਲਵਾਂ। ਮੈਂ ਸ਼ਾਂਤੀ ਨਾਲ ਗੱਲ ਕਰ ਰਿਹਾ ਸੀ। ਬਾਈ ਜੀ ਤੁਹਾਨੂੰ ਪਤਾ ਹੈ ਕੇਜਰੀਵਾਲ ਦਾ 11 ਮਈ 2018 ਨੂੰ ਤੁਹਾਡੇ ਕੇਜਰੀਵਾਲ ਸਾਹਿਬ ਦਾ ਭਾਣਜਾ ਆਪਣਾ ਮੋਹਿਤ ਬੰਸਲ, ਉਹਨੂੰ ਐਂਟੀ ਕਰਪਸ਼ਨ ਬਿਊਰੋ ਨੇ 18 ਕਰੋੜ ਰੁਪਏ ਦੇ ਉਹਦੇ ਚ ਗਬਨ ਦੇ ਚ ਉਹਨੂੰ ਗ੍ਰਿਫਤਾਰ ਕੀਤਾ ਸੀ। ਤੁਹਾਨੂੰ ਪਤਾ ਨਹੀਂ? ਟਾਈਮਸ ਆਫ ਇੰਡੀਆ ਦੇ ਵਿੱਚ ਹਿੰਦੁਸਤਾਨ ਸਰ ਉਹਨੇ ਇਹ ਨਹੀਂ ਕਿਹਾ ਕਿ ਪੋਸਟਿੰਗ ਦੇ ਟ੍ਰਾਂਸਫਰ ਵਾਸਤੇ ਪੈਸੇ ਕਰਦੇ ਆ। ਇੱਕ ਮਿੰਟ ਨੋ ਸਰ ਤੁਸੀਂ ਬਿਲਕੁਲ ਗੁੰਮਰਾਹ ਕਰ ਰਹੇ ਹੋ। ਹਸਪੀਟਲ ਨਹੀਂ ਤੂੰ ਗੁੰਮਰਾਹ ਨਹੀਂ ਕਰ ਰਹੇ। ਅਖਬਾਰਾਂ ਦੀਆਂ ਖਬਰਾਂ ਨੇ। ਤੁਹਾਡੇ ਸੌਰਭ ਜੈਨ ਇੱਥੇ ਪਟਿਆਲੇ ਤੋਂ ਸਾਡੇ ਕੈਂਡੀਡੇਟ, ਉਹਨੂੰ ਤੁਸੀਂ ਟਿਕਟ ਦਾ ਵਾਅਦਾ ਕਰਕੇ ਪਾਰਟੀ 'ਚ ਲੈ ਕੇ ਗਏ, ਬਾਅਦ 'ਚ ਉਹਦੇ ਤੋਂ 4 ਕਰੋੜ ਰੁਪਈਆ ਮੰਗ ਲਿਆ। ਅਜੀਤਪਾਲ ਕੋਹਲੀ ਸਾਰੀ ਉਮਰ ਅਕਾਲੀ ਦਲ ਚਲਾਤਾ। ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਾਰੀ ਉਮਰ ਅਕਾਲੀ ਦਲ ਚਲਾਤਾ। 5-6 ਹਜ਼ਾਰ ਕਰੋੜ ਦਾ ਮਾਲਕ ਦੁਬਈ 'ਚ ਟਰਾਲੇ ਚੱਲਦੇ ਨੇ, ਇੱਥੇ ਟਰਾਲੇ ਚੱਲਦੇ ਨੇ, ਹੋਟਲੀਅਰ ਹੈ, ਉਹਨੂੰ ਤੁਸੀਂ 4 ਕਰੋੜ ਰੁਪਇਆ ਲੈ ਕੇ ਇੱਕ ਦਿਨ ਪਹਿਲਾਂ ਲਿਆ ਕੇ ਟਿਕਟ ਦੇਤੀ। ਤੁਹਾਡੀ ਆਮ ਆਦਮੀ ਪਾਰਟੀ ਹੈ। ਰਮਨ ਬਹਿਲ ਹੈ ਜੇ ਉੱਥੇ ਆਪਣਾ ਗੁਰਦਾਸਪੁਰ ਤੋਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਸੀਗਾ, ਉਹਨੂੰ 4 ਦਿਨ ਪਹਿਲਾਂ ਜੁਆਇਨ ਕਰਾ ਕੇ ਤੁਸੀਂ ਪਾਰਟੀ ਦੇ ਵਿੱਚ ਟਿਕਟ ਦੇਤੀ। ਉਹ ਆਮ ਬੰਦਿਆਂ ਦੀ ਪਾਰਟੀ ਤੁਹਾਡੀ ਕਿਆ ਪਤਾ। ਕੇਜਰੀਵਾਲ ਵੈਗਨਰ 'ਚ ਫਿਰਦਾ ਸੀ, ਚੱਪਲਾਂ ਦੇ ਵਿੱਚ ਫਿਰਦਾ ਸੀ। ਇੱਕ ਟੁੱਟਾ ਪੈਨ ਜਿਹੜਾ ਰੋਨਾਲਡ ਦਾ ਪੈਨ ਹੁੰਦਾ ਸੀ ਉਹ ਦਿਖਾਉਂਦਾ ਹੁੰਦਾ ਸੀ ਮੇਰੇ ਪਾਸ ਤਾਂ ਇਹ ਪੈਨ ਹੈ। ਅੱਜ ਐਪਲ ਦਾ 1.5 ਲੱਖ ਦਾ ਫੋਨ ਹੈ। Audi Q7 ਦੇ ਵਿੱਚ ਫਿਰਦਾ 1.5 ਕਰੋੜ ਦੀ ਗੱਡੀ ਆ ਉਹਦੇ ਕੋਲੇ। ਤੁਸੀਂ ਕਹਿੰਦੇ ਆਮ ਆਦਮੀ ਹੈ ਕੇਜਰੀਵਾਲ। ਕਿਆ ਬਾਤਾਂ ਕਰ ਰਹੇ ਹੋ? ਪੰਜਾਬ ਦੇ ਲੋਕਾਂ ਨੂੰ, ਕੈਨੇਡਾ ਦੇ ਲੋਕਾਂ ਨੂੰ ਝੂਠ ਬੋਲ ਰਹੇ ਉੱਥੇ ਬੈਠੇ। ਅਸੀਂ ਸੁਣ ਸੀ ਰਾਮ ਨਾਲ ਸਰ ਮੈਂ ਇੱਕ ਗੱਲ ਭਾਈ ਜੀ ਤੁਸੀਂ ਮੇਰੇ ਲੋਕਾਂ ਨੂੰ ਮੌਕਾ ਦਿੱਤਾ ਜਾਵੇ।
ਲੋਕ ਤੇਰੇ ਤੁਹਾਡੀ ਪਾਰਟੀ ਮੈਂ ਜਵਾਬ ਦੇਣਾ ਚਾਹੁੰਦਾ ਆਪਾਂ ਅੱਗੇ ਮੈਂ ਹੁਣ ਅੱਗੇ ਵਧਾਂਗਾ ਤੇ ਪਲੀਜ਼ ਮੈਂ ਜਵਾਬ ਦੇ ਸਾਡਾ ਮੂੰਹ ਨਾ ਗਗਨ ਜੀ ਗੁਰਸਿੱਖ ਬੰਦਾ ਬ੍ਰਦਰ ਮੇਰਾ ਰਿਕਵੈਸਟ ਹੈ ਸੰਧੂ ਸਾਹਿਬ ਮੇਰਾ ਰਿਕਵੈਸਟ ਹੈ ਸਰ ਇੱਕ ਮਿੰਟ ਹੋਰ ਗੱਲ ਸੁਣ ਲਓ। ਤੁਹਾਡੀ ਦਿੱਲੀ ਦੇ ਵਿੱਚ ਤੁਸੀਂ ਪੰਜਾਬ ਦੇ ਲੋਕਾਂ ਪੰਜਾਬੀਆਂ ਨੂੰ ਇਨਸਾਫ ਦੇਣਾ, ਦਿੱਲੀ 'ਚ ਪੰਜਾਬੀ ਕੋਈ ਕੈਬਨਿਟ ਮੰਤਰੀ ਕਿਉਂ ਨਹੀਂ ਹੈਗਾ? ਕੱਲ ਆਰਐਸਐਸ ਦੇ ਏਜੰਡੇ ਤੇ ਚੱਲ ਰਹੇ ਤੁਸੀਂ। ਕੇਜਰੀਵਾਲ ਨੇ ਆਪ ਮੰਨਿਆ ਕਿ ਮੇਰੇ ਫਾਦਰ ਆਰਐਸਐਸ ਦੇ ਮੈਂਬਰ ਸੀਗੇ, ਹਮ ਤੋਂ ਪੱਕੇ ਜਨਸੰਘੀ ਹੈ। ਸੋ ਤੁਹਾਡੇ ਵਰਗਿਆਂ ਨੂੰ ਕੇਜਰੀਵਾਲ ਦੇ ਮਗਰ ਜਿੰਨੇ ਚਾਪੂਸ ਪੰਜਾਬ ਦੇ ਪੰਜਾਬੀ ਲੱਗੇ ਨੇ 10 ਤਰੀਕ ਨੂੰ ਪੰਜਾਬ ਦੇ ਲੋਕ ਤੁਹਾਨੂੰ ਠੀਕ ਹੈ ਜੀ, ਠੀਕ ਹੈ ਸੰਧੂ ਜੀ ਤੁਸੀਂ ਆਪਣੀ ਗੱਲ ਰੱਖ ਲਈ। ਗੌਰਵ ਜੀ, ਗਗਨ ਜੀ ਮੈਂ ਤੁਹਾਨੂੰ ਬਾਅਦ ਚ ਪਰ ਕੁਝ ਕਹਿਣਾ ਚਾਹੁੰਦੇ ਮੈਂ ਇਹਨਾਂ ਦਾ ਜਵਾਬ ਦੇ ਦਾਂ ਸਰ, ਮੈਂ ਇਹਨਾਂ ਦਾ ਜਵਾਬ ਦੇਣਾ ਚਾਹੁੰਦਾ। ਨਹੀਂ ਅੱਧਾ ਜਵਾਬ ਨਹੀਂ ਮੈਨੂੰ ਵੀ ਆਮ ਆਦਮੀ ਪਾਰਟੀ ਨਹੀਂ ਆਮ ਆਦਮੀ ਪਾਰਟੀ ਗਗਨ ਜੀ ਮੇਰੀ ਗੱਲ ਸੁਣੋ। ਗਗਨ ਜੀ ਢਾਂਡਾ ਸਾਹਿਬ ਜੀ ਕੁਝ ਬੋਲਣਾ ਚਾਹੁੰਦੇ ਨੇ, ਪਰ ਪਹਿਲਾਂ ਜੋਸ਼ੀ ਜੀ ਕੋਲ ਪੁੱਛ ਲੈਂਦੇ ਆ, ਫਿਰ ਤੁਹਾਡੇ ਵੱਲ ਦੁਬਾਰਾ ਆਉਂਦੇ ਆ। ਹਾਂ ਸਾਡੇ ਤੇ ਲੱਗੇ ਸਰ, ਸਵਾਲ ਤਾਂ ਜਵਾਬ ਤਾਂ ਲੈ ਲਓ। ਮੇਰੇ ਤੇ ਵੀ ਲਾਇਆ, ਮੈਨੂੰ ਜ਼ਰੂਰ ਜਵਾਬ ਲਵਾਂਗੇ। ਤੁਸੀਂ ਪੂਰੇ 10 ਮਿੰਟ ਪਹਿਲਾਂ ਬੋਲੇ ਹੋ, ਪੂਰੀ ਚੰਗੀ ਤਰ੍ਹਾਂ ਆਪਣੀ ਪਾਰਟੀ ਦੀ ਗੱਲਬਾਤ ਰੱਖੀਏ। ਹੁਣ ਬਾਕੀਆਂ ਦੇ ਵੀ ਆਪਾਂ 20 ਮਿੰਟ ਥੋੜੇ ਜਿਹੇ ਲੈ ਲਈਏ। ਜੋਸ਼ੀ ਜੀ, ਇਲੈਕਸ਼ਨ ਹੋ ਚੁੱਕੀ ਹੈ, ਠੀਕ ਹੈ ਜੀ। ਇਲੈਕਸ਼ਨ ਤੋਂ ਪਹਿਲਾਂ ਇਹ ਚੀਜ਼ਾਂ ਦੀ ਡਿਸਕਸ਼ਨ ਹੁੰਦੀ ਹੈ ਜੋ ਮੇਰੇ ਆ ਵੀਰ ਆਮ ਆਦਮੀ ਪਾਰਟੀ ਵਾਲੇ ਜਾਂ ਕਰਦੇ ਪਏ ਨੇ ਨਾ, ਬਈ ਤੁਸੀਂ ਬਲੇਮ ਲਾ ਰਹੇ ਹੋ, ਬਲਫ ਲਾ ਰਹੇ ਹੋ, ਕਿਤੇ ਨਾ ਕਿਤੇ ਕੋਈ ਨਾ ਕੋਈ ਤੇ ਕਮੀ ਹਰ ਪਾਰਟੀ ਦੇ ਕਿਸੇ ਨਾ ਕਿਸੇ ਨੁਮਾਇੰਦੇ 'ਚ ਹੈਗੀ ਹੈ। ਗਲਤੀਆਂ ਸਾਰੇ ਨਿਕਲ ਆਉਂਦੀਆਂ ਨੇ ਕਿਤੇ ਨਾ ਕਿਤੇ। ਗੱਲ ਆ ਮੌਜੂਦਾ ਪੰਜਾਬ ਦੀ, ਅਸੀਂ ਗੱਲ ਚੁੱਕੀ ਆ, ਅਸੀਂ ਕੀਤੇ ਕੰਮ ਕਿਉਂਕਿ ਸੈਂਟਰ ਸਾਡੇ ਕੋਲ ਠੀਕ ਹੈ। ਮੈਨੂੰ ਇੱਕ ਸ਼ੇਅਰ ਯਾਦ ਆ ਗਿਆ ਕਿਉਂਕਿ ਸਾਡਾ ਬੜਾ ਅੱਛਾ ਇੱਕ ਰਿਲੇਸ਼ਨ ਰਿਹਾ ਵਾ ਸ਼੍ਰੋਮਣੀ ਅਕਾਲੀ ਦਲ ਨਾਲ ਕਿ ਘੜੀ ਪਲ ਦੇ ਬਾਅਦ ਰੋਲਿਆਂ ਨਾਲ ਰੋਜ਼ ਹਨੇਰੀਆਂ ਝੁੱਲਦੀਆਂ ਨਹੀਂ, ਵੇਲੇ ਔਖੜੇ ਸੌਖੜੇ ਲੰਘ ਜਾਂਦੇ, ਸੱਜਣ ਯਾਦ ਰਹਿੰਦੇ ਪਰ ਗੱਲਾਂ ਭੁੱਲਦੀਆਂ ਨਹੀਂ। ਠੀਕ ਹੈ, ਇਹਨਾਂ ਨੇ ਅੱਜ ਅਕਾਲੀ ਭਾਜਪਾ ਦੇ ਉਸ ਗਠਬੰਧਨ ਦੇ ਉੱਤੇ ਵੀ ਉਂਗਲਾਂ ਚੁੱਕੀਆਂ ਨੇ। ਮੈਂ ਮੌਜੂਦਾ ਹਾਲਾਤ ਦੇ ਉੱਤੇ ਗੱਲ ਕਰਦਾ ਕਿ ਦੇਖੋ 5 ਸਾਲ ਕਾਂਗਰਸ ਨੂੰ ਮਿਲੇ, ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹ ਤਾਂ ਸੈਂਟਰ ਗਵਰਨਮੈਂਟ ਨੇ ਹੱਲ ਕੀਤੀਆਂ। ਇਹ ਕਰੇ ਕਿਸਾਨ ਸ਼ਹੀਦ ਹੋਏ, ਇਲੈਕਸ਼ਨ ਤੋਂ ਪਹਿਲਾਂ ਉਹਦਾ ਰੌਲਾ ਬਣਦਾ ਸੀਗਾ, ਠੀਕ ਹੈ ਜੀ। ਜੇ ਇੰਨੀ ਗੱਲ ਸੀ ਕਿਸਾਨਾਂ ਨੇ ਇਲੈਕਸ਼ਨ ਲੜੀ ਆ, ਆਮ ਆਦਮੀ ਪਾਰਟੀ ਦੇ ਹੱਕ 'ਚ ਬਹਿ ਜਾਂਦੀ, ਬੜੀ ਸਿੱਧੀ ਜੀ ਗੱਲ ਆ। ਜੇ ਤੁਹਾਨੂੰ ਇੰਨੇ ਕਿਸਾਨ ਚੰਗੇ ਲੱਗਦੇ ਸੀਗੇ, ਤੁਸੀਂ ਕਹਿੰਦੇ ਸੀ ਜੋ ਕਿਸਾਨ ਕਹੇਂਗੇ ਹਮ ਵਹੀ ਕरेंगे, ਇਹੋ ਕਹਿੰਦੇ ਸੀ ਨਾ, ਇਹਨਾਂ ਦੀ ਜ਼ੁਬਾਨ ਇਹੋ ਸੀਗੀ, ਵੀ ਤੁਸੀਂ ਉਹਨਾਂ ਦੇ ਹੱਕ 'ਚ ਬਹਿ ਜਾਂਦੇ ਨਾ ਆਮ ਆਦਮੀ ਪਾਰਟੀ ਇਲੈਕਸ਼ਨ ਲੜਦੀ। ਹੁਣ ਜੇ ਕਿਸਾਨਾਂ ਨੇ ਇਲੈਕਸ਼ਨ ਲੜੀ ਆ ਤੇ ਇਹਨਾਂ ਨੇ ਉਹਨਾਂ ਵੱਲੋਂ ਵੀ ਕੀ ਕਿਹਾ ਉਹ ਸਭ ਚੈਨਲਸ ਤੇ ਟੈਲੀਕਾਸਟ ਹੋ ਚੁੱਕਿਆ। ਲੇਕਿਨ ਮੈਂ ਇਸ ਚੀਜ਼ ਤੋਂ ਹਟ ਕੇ ਗੱਲ ਕਰਦਾ, ਸੈਂਟਰ ਸਾਡੀ ਗਵਰਨਮੈਂਟ ਆ, ਸਾਡੇ ਪੰਜਾਬ ਦੀ ਚਲੋ ਮੌਜੂਦਾ ਸਿਚੁਏਸ਼ਨ ਅੱਜ ਕੱਲ ਰਾਈਸ ਮਿਲਸ ਚੱਲਦੇ ਪਏ ਨੇ, ਮੈਂ ਜ਼ਿਆਦਾ ਨਹੀਂ ਗੱਲ ਕਰਾਂਗਾ, ਆ ਸ਼ੈਲਰ ਚੱਲਦੇ ਪਏ ਨੇ, ਸਾਰੇ ਵੀ ਸਹਿਮਤ ਹੋਣਗੇ ਇਹਨਾਂ ਨਾਲ। ਝੋਨਾ ਚੁੱਕਿਆ ਗਿਆ ਪ੍ਰੋਪਰ, ਉਹਦੀ ਸਾਰੀ ਸਿਸਟਮ ਚੱਲਿਆ। ਅੱਜ ਵੀ ਰਾਈਸ ਮਿਲਰਸ ਦੀ ਜਿਹੜੀ ਸੈਂਟਰ ਗਵਰਨਮੈਂਟ ਦੀ ਪਾਲਿਸੀ ਆ ਉਹਦੇ ਵਿੱਚ 25% ਬ੍ਰੋਕਨ ਚਾਹੀਦਾ, ਅੱਜ ਨਾਰਮਲ 32 ਤੋਂ 35% ਬ੍ਰੋਕਨ ਆ ਰਿਹਾ। ਇਹਦਾ ਮਤਲਬ ਕਿਤਨਾ ਕਿਤੇ ਸਾਡੇ ਬੀਆਂ ਦੀ ਪ੍ਰੋਬਲਮ ਹੈਗੀ ਹੈ। ਦੇਖੋ ਅਸੀਂ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ, ਪਾਰਟੀ ਕੋਈ ਵੀ ਆਵੇ, ਸੈਂਟਰ ਨੇ ਤੇ ਆਪਣਾ ਕੰਮ ਕਰਨਾ ਹੀ ਕਰਨਾ ਵਾ। ਸੈਂਟਰ ਵੱਡਾ ਭਰਾ ਵਾ, ਸਟੇਟ ਛੋਟਾ ਭਰਾ ਵਾ, ਇਹ ਕਿਤੇ ਨਾ ਕਿਤੇ ਆ ਕੇ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ ਸਾਡੀ। ਉਹ ਬੀਆਂ ਦੀ ਪ੍ਰੋਬਲਮ ਦੇ ਨਾਲ ਅੱਜ ਵੀ ਰਾਈਸ ਮਿਲਰ ਬੜੀ ਵੱਡੀ ਪ੍ਰੋਬਲਮ ਨੂੰ ਫੇਸ ਕਰਦੇ ਪਏ ਨੇ। ਕਿਤੇ ਨਾ ਕਿਤੇ ਯੀਲਡ ਦੀ ਪ੍ਰੋਬਲਮ ਆ ਰਹੀ ਹੈ, ਕਿਤੇ ਨਾ ਕਿਤੇ ਉਹ ਬ੍ਰੋਕਨ ਦੀ ਪ੍ਰੋਬਲਮ ਆ ਰਹੀ ਹੈ, ਕਿਤੇ ਨਾ ਕਿਤੇ ਮੋਇਸਚਰ ਦੀ ਪ੍ਰੋਬਲਮ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਬੰਦੇ, ਸਾਡੇ ਨੁਮਾਇੰਦੇ ਸੈਂਟਰ ਗਵਰਨਮੈਂਟ ਤੋਂ ਮਿਲ ਕੇ ਗਏ। ਅਸੀਂ ਇਹ ਸੋਚ ਕੇ ਨਹੀਂ ਕਿਹਾ ਕਿ ਕਾਂਗਰਸ ਵਾਲੇ ਦਾ ਰਾਈਸ ਮਿਲ ਆ ਜਾਂ ਬੀਜੇਪੀ ਵਾਲੇ ਦਾ ਰਾਈਸ ਮਿਲ ਆ ਜਾਂ ਆਪ ਵਾਲੇ ਦਾ ਜਾਂ ਅਕਾਲੀ ਦਲ ਵਾਲਿਆਂ ਦਾ। ਸਰਬੱਤ ਦੇ ਭਲੇ ਵਾਸਤੇ ਅਸੀਂ ਗਏ। 396 ਸਾਡੀਆਂ ਸਪੈਸ਼ਲਸ ਲੱਗੀਆਂ। ਅੱਜ ਪੰਜਾਬ ਦੇ ਕਿਸੇ ਵੀ ਗਡਾਊਨ ਦੇ ਵਿੱਚ ਚਲੇ ਜਾਓ, ਤੁਹਾਨੂੰ ਇਹ ਗੱਲ ਮੰਨਣੀ ਪਏਗੀ ਉੱਥੇ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਜਿਹੜੀ ਕਿ ਸਾਡੀ ਇੱਕ ਉਪਲਬਧੀ ਹੈ। ਦੂਸਰੀ ਉਪਲਬਧੀ ਆ ਬੀਆਂ ਦੇ ਉੱਤੇ ਜਿਹੜਾ ਸਾਡਾ ਫੋਕਸ ਹੋ ਰਿਹਾ ਵਾ, ਕਿਉਂਕਿ ਪੰਜਾਬ ਦੀ ਕਿਸਾਨੀ ਦੀਆਂ ਗੱਲਾਂ ਕਰਦੇ, ਕਿਸਾਨ ਸ਼ਹੀਦ ਹੋਏ, ਅਸੀਂ ਕਿਸੇ ਨੂੰ ਗੋਲੀ ਨਹੀਂ ਮਾਰੀ, ਅਸੀਂ ਕਿਸੇ ਨੂੰ ਲਾਠੀਆਂ ਨਹੀਂ ਮਾਰੀਆਂ, ਅਸੀਂ ਕਿਸੇ ਨੂੰ ਕੁਝ ਘਸੁੰਨਮੁਖੀ ਨਹੀਂ ਕੀਤਾ। ਸਾਨੂੰ ਦੁੱਖ ਲੱਗਾ ਵਾ ਕਿ ਜਿੰਨੇ ਗਏ ਸੀ ਸੰਘਰਸ਼ ਕਰਨ ਉਹਨੇ ਵਾਪਸ ਨਹੀਂ ਆਏ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਇਸ ਗੱਲ ਦਾ ਦੁੱਖ ਵੀ ਪ੍ਰਗਟ ਕੀਤਾ ਕਿਉਂਕਿ ਇਹ ਪ੍ਰਧਾਨ ਮੰਤਰੀ ਹੈ ਪੂਰੇ ਮੁਲਕ ਦਾ। ਉਹਨਾਂ ਨੇ ਕਿਹਾ ਸਾਡੀ ਤਪੱਸਿਆ ਕਿਤੇ ਕਮੀ ਰਹਿ ਗਈ। ਠੀਕ ਹੈ, ਐਜੀਟੇਸ਼ਨਾਂ ਵੱਖ-ਵੱਖ ਸਮਿਆਂ 'ਚ ਵੱਖ-ਵੱਖ ਸਰਕਾਰਾਂ ਦਰ ਹੁੰਦੀਆਂ ਨੇ। ਕਾਂਗਰਸ ਦੇ ਸਰਕਾਰ ਦੇ ਵਿੱਚ ਵੀ ਲੋਕੀ ਟੈਂਕੀਆਂ ਤੇ ਚੜੇ ਰਹੇ ਨੇ, ਐਜੀਟੇਸ਼ਨਾਂ ਕਰਦੇ ਨੇ। ਅਕਾਲੀ ਭਾਜਪਾ ਗਠਬੰਧਨ 'ਚ ਵੀ ਹੋਈਆਂ ਹੋਣਗੀਆਂ। ਦਿੱਲੀ 'ਚ ਕਿਹੜੀਆਂ ਐਜੀਟੇਸ਼ਨਾਂ ਨਹੀਂ ਹੁੰਦੀਆਂ। ਉੱਥੇ ਅਜੇ ਤੱਕ ਇਹਨਾਂ ਨੇ ਪੰਜਾਬੀ ਦੇ ਟੀਚਰ ਨਹੀਂ ਪੱਕੇ ਕੀਤੇ। 460 ਪੋਸਟਾਂ ਰਹਿ ਗਈਆਂ 1650-1700 ਦੇ ਵਿੱਚੋਂ, ਉਹ ਵੀ ਕੱਚੇ ਨੇ। ਕੀ ਇਹਨਾਂ ਦੀਆਂ ਖਾਮੀਆਂ ਨਹੀਂ ਆ? ਵੀ ਆਰ ਲਿਵਿੰਗ ਇਨ ਅ ਡਿਵੈਲਪਿੰਗ ਕੰਟਰੀ। ਡਿਵੈਲਪਿੰਗ ਕੰਟਰੀ ਦੇ ਵਿੱਚ ਬੜੀਆਂ ਸਮੱਸਿਆਵਾਂ ਹੁੰਦੀਆਂ ਨੇ ਜੀ। ਤੁਸੀਂ ਜੇ ਪਹਿਲੇ ਤੇ ਵੀ ਗੱਲ ਕਰਦੀ, ਫਿਲਹਾਲ ਵੇਲੇ ਤੋਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਆ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ।
ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਡਿਬੇਟ ਦੇ ਵਿੱਚ ਕਾਫੀ ਜਿਹੜੇ ਮਸਲੇ ਜਿਹੜੇ ਨੇ ਭੱਖ ਕੇ ਸਾਹਮਣੇ ਆ ਰਹੇ ਨੇ। ਨੋ ਡਾਊਟ ਸਾਰੇ ਮਸਲੇ ਪੰਜਾਬ ਦੇ ਨੇ, ਸਾਰੀਆਂ ਗੱਲਾਂ ਹੋਈਆਂ ਨੇ, ਚਾਹੇ ਕਿਸਾਨਾਂ ਦੀ ਗੱਲ ਕਰ ਲਈਏ, ਚਾਹੇ ਧਰਮ ਦੇ ਨਾਮ ਤੇ ਜੋ ਕੁਝ ਵੀ ਹੈ ਉਹਦੇ ਬਾਰੇ ਗੱਲ ਕਰ ਲਈਏ। ਸੋ ਆਪਾਂ ਹੁਣ ਅਗਲੇ ਟੌਪਿਕ ਤੇ ਪਹੁੰਚਦੇ ਹਾਂ ਤੇ ਟੌਪਿਕ ਵੀ ਇਹਦੇ ਨਾਲ ਹੀ ਰਿਲੇਟ ਕਰਦਾ ਕਿ ਜੋ ਇਲੈਕਸ਼ਨਾਂ ਤੋਂ ਬਿਲਕੁਲ ਇਮੀਡੀਏਟ ਪਹਿਲਾਂ ਜੋ ਕੁਝ ਵੀ ਹੋਇਆ, ਚਾਹੇ ਮੋਦੀ ਜੀ ਜਦੋਂ ਪੰਜਾਬ ਵਿੱਚ ਆਉਂਦੇ ਨੇ, ਅਲੱਗ-ਅਲੱਗ ਵੱਡੇ ਜਿਹੜੇ ਕਹਿ ਲਈਏ ਕਿ ਵੱਡੇ ਲੀਡਰ ਨੇ ਸਿੱਖ ਸਮੁਦਾਇ ਦੇ ਜਾਂ ਫਿਰ ਰਾਧਾ ਸਵਾਮੀ ਦੇ ਡੇਰੇ ਦੇ ਜਿਹੜੇ ਬਾਬਾ ਜੀ ਨੇ ਉਹਨਾਂ ਨੂੰ ਮਿਲਣਾ ਜਾਂ ਹੋਰਾਂ ਲੋਕਾਂ ਨੂੰ ਮਿਲਣਾ, ਜਾਂ ਫਿਰ ਈਵਨ ਰਾਮ ਰਹੀਮ ਦੀ ਜਿਹੜੀ ਪੈਰੋਲ ਤੇ ਆਉਣਾ, ਫਿਰ ਉਹਨਾਂ ਦੇ ਬਿਲਕੁਲ ਇਲੈਕਸ਼ਨਾਂ ਤੋਂ ਕੁਝ ਦਿਨ ਪਹਿਲਾਂ ਆ ਕੇ ਇੱਕ ਪਰਟੀਕੂਲਰ ਪਾਰਟੀ ਦੇ ਹੱਕ ਵਿੱਚ ਬੋਲਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਉਹਦੇ ਤੇ ਆਪਾਂ ਗੱਲ ਕਰਦੇ ਹਾਂ। ਢਾਂਡਾ ਸਾਹਿਬ, ਤੁਹਾਡੇ ਅਕੋਰਡਿੰਗ ਜੋ ਕੁਝ ਵੀ ਹੋਇਆ ਇਲੈਕਸ਼ਨਾਂ ਤੋਂ ਬਿਲਕੁਲ ਪਹਿਲਾਂ, ਕਿਉਂਕਿ ਹਰ ਇੱਕ ਪਾਰਟੀ ਨੋ ਡਾਊਟ ਪੂਰਾ ਜ਼ੋਰ ਸ਼ੋਰ ਲਾ ਰਹੀ ਸੀਗੀ, ਪਰ ਭਾਜਪਾ ਇੱਕ ਦੂਸਰੇ ਰਾਹੀਂ ਆ ਕੇ ਤੇ ਪੂਰਾ ਇੱਕਦਮ ਆਪਣਾ ਵੱਖਰਾ ਜ਼ੋਰ ਵੱਖਰਾ ਸ਼ੋਰ ਜਿਹੜਾ ਹੈ ਮਚਾ ਦਿੰਦੀ ਹੈ, ਉਹਦੇ ਨਾਲ ਕਿੰਨਾ ਕੁ ਇੰਪੈਕਟ ਪਿਆ? ਇਲੈਕਸ਼ਨਾਂ ਦੇ ਰਿਜ਼ਲਟ ਚਲੋ ਆਉਣ ਵਾਲੇ ਨੇ, ਪਰ ਫਿਰ ਵੀ ਕਿੰਨਾ ਕੁ ਇੰਪੈਕਟ ਪਿਆ ਤੁਹਾਡੇ ਅਕੋਰਡਿੰਗ? ਦੇਖੋ, ਇੱਕ ਚੀਜ਼ ਤਾਂ ਬੜੀ ਕਲੀਅਰ ਹੈ, ਬੀਜੇਪੀ ਇੱਕ ਨੈਸ਼ਨਲ ਪਾਰਟੀ ਹੈ। ਜੇ ਉਹਨਾਂ ਦਾ ਆਧਾਰ ਨਹੀਂ ਹੈ ਤਾਂ ਮੈਂ ਸਮਝਦਾ ਬੜੀ ਐਰੋਗੈਂਸ ਬੋਲਦੇ ਆ ਆਮ ਆਦਮੀ ਪਾਰਟੀ ਵਾਲੇ। ਬੀਜੇਪੀ ਹੈਜ਼ ਗॉट ਗੁੱਡ ਨੰਬਰ ਆਫ ਵੋਟਸ। ਮੈਂ ਤਾਂ ਹੈਰਾਨ ਹੋਇਆ ਕਿ ਸ਼ਹਿਰਾਂ ਦੇ ਵਿੱਚ ਬਹੁਤ ਵੋਟਾਂ ਪਈਆਂ। ਦੇ ਹੈਵ ਬੀਨ ਏਬਲ ਟੂ ਅਟਰੈਕਟ ਐਂਡ ਗਵਰਨਮੈਂਟ ਆਫ ਇੰਡੀਆ ਜੇ ਕਹੋ ਉਹਨਾਂ ਨੇ ਕੰਮ ਨਹੀਂ ਕੀਤਾ, ਇਹ ਵੀ ਗਲਤ ਹੈ। ਗਵਰਨਮੈਂਟ ਆਫ ਇੰਡੀਆ ਨੇ ਬਹੁਤ ਅੱਛੇ ਮੋਦੀ ਦੇ ਅੰਡਰ ਕੰਮ ਵੀ ਕੀਤੇ ਹੈ, ਮਨਮੋਹਨ ਸਿੰਘ ਦੇ ਅੰਡਰ ਵੀ ਅੱਛੇ ਕੰਮ ਹੋਏ ਹੈ। ਕਿਉਂਕਿ ਦੇਖੋ, ਨੈਸ਼ਨਲ ਪਾਲਿਸੀ ਹੁੰਦੀ ਹੈ ਡਿਵੋਲੂਸ਼ਨ ਆਫ ਇੰਟਰਸਟ, ਸਟੇਟ ਕੋਲ ਜਾਣਾ ਹੀ ਜਾਣਾ ਹੈ, ਕੋਈ ਦਾਨ ਥੋੜਾ ਦੇਣਾ ਹੁੰਦਾ ਹੈ। ਕੁਐਸਚਨ ਇਹ ਹੈ ਕਿ ਕਿਹੜਾ ਕੋਆਰਡੀਨੇਸ਼ਨ ਕਰਕੇ ਚੱਲਦਾ ਜਾਂ ਕਿਹੜਾ ਧਰਨੇ ਮੋੜ 'ਚ ਹੀ ਰਹਿੰਦਾ। ਕੇਜਰੀਵਾਲ ਸਾਹਿਬ ਤਾਂ ਧਰਨੇ ਮੋੜ 'ਚ ਹੀ ਰਹਿੰਦੇ, ਇਹਨਾਂ ਕੋਲ ਤਾਂ ਇੱਕੋ ਹੀ ਚੀਜ਼ ਹੈ, ਧਰਨਾ। ਉਹਨੇ ਇਮਾਨਦਾਰੀ ਦੀ ਗੱਲ ਕਰਦੇ ਸੀ, ਮਾਮਾ ਭਾਂਜਾ। ਤੁਹਾਡਾ ਮਾਮਾ ਭਾਂਜਾ ਕੀ ਹੈ? ਪੂਰੀ PWD ਦਾ ਸਕੈਮ, ਪੂਰਾ ਤੁਸੀਂ ਜਿਹੜਾ ਤੁਹਾਡਾ ਐਕਸਾਈਜ਼ ਦਾ ਮਹਿਕਮਾ ਹੈ, ਤੁਹਾਡੇ ਕੇਜਰੀਵਾਲ ਸਾਹਿਬ ਨੇ ਹਾਈਜੈਕ ਕਰਕੇ ਮੋਨੋਪੋਲੀ ਦੋ ਬੰਦਿਆਂ ਨੂੰ ਦਿੱਤੀ ਹੈ। ਆਵਾਜ਼ ਇਹ ਹੈ ਕਿ 200 ਕਰੋੜ ਸਾਲ ਦਾ ਕਮਾਈ ਹੁੰਦੀ ਹੈ ਇਹਦੇ ਵਿੱਚ। ਕੱਲੀ ਇੱਕ ਸਟੇਟ ਹੈ ਜਿਹਨੂੰ ਮੋਨੋਪੋਲੀ ਕ੍ਰੀਏਟ ਕਰਕੇ ਦਿੱਤੀ ਹੈ। ਮਾਰਤੇ ਸਾਰੇ ਹੋਲਸੇਲ ਲਿਕਰ ਟ੍ਰੇਡ ਵਾਲੇ। ਤੁਸੀਂ ਕੇਜਰੀਵਾਲ ਜੀ ਐਕਸਪੋਜ਼ ਹੋਣਗੇ, ਐਕਸਪੋਜ਼ ਹੋ ਕੇ ਤੁਹਾਨੂੰ ਦੱਸੂਗਾ। ਤੁਸੀਂ ਤਾਂ ਬਹੁਤ ਐਰੋਗੈਂਸ ਚ ਬੋਲਦੇ ਹੋ, ਜਦ ਵੀ ਬੋਲਦੇ ਹੋ। ਇੱਕ ਦਿੱਲੀ ਕੀ ਜਿੱਤੀ ਹੋਈ ਹੈ, ਲੋਕਾਂ ਨੇ ਜਿਤਾਤਾ, ਤੁਹਾਨੂੰ ਬਾਕੀ ਜਗ੍ਹਾ ਤੇ ਹਰਾਇਆ ਵੀ ਤਾਂ ਹੈ ਨਾ ਲੋਕਾਂ ਨੇ। ਇਹ ਕੱਲਾ ਹਾਰ ਜਿੱਤ ਹੈ ਜਿਹੜਾ ਪੈਮਾਨਾ ਨਹੀਂ ਹੁੰਦਾ ਕਿਸੇ ਦੀ ਚੰਗਿਆਈ ਦਾ ਜਾਂ ਬੁਰਾਈ ਦਾ। ਪੋਲੀਟੀਕਲ ਪਾਰਟੀਆਂ ਲੜਦੀਆਂ, ਹਾਰਦੀਆਂ ਵੀ ਹੈ, ਜਿੱਤਦੀਆਂ ਵੀ ਹੈ। ਐਂਡ ਤੁਸੀਂ ਜੇ ਕਹੋ ਬੀਜੇਪੀ ਹਾਸ਼ੀਏ ਤੇ ਚਲੇਗੀ, ਨੋ। ਤੁਸੀਂ ਇਸ ਇਲੈਕਸ਼ਨ ਚ ਵੀ ਦੇਖ ਲਿਓ, ਬੀਜੇਪੀ ਵਿਲ ਸਕੋਰ good marks, they will get good seats, and Congress will also get good seats, Akali Dal will get good seats. Question hai ke how you stand, you have also risen. ਤੁਸੀਂ ਲੀਡਰ ਆਫ ਆਪੋਜੀਸ਼ਨ ਸੀ, ਤੁਹਾਡੇ ਕੋਲ 20 ਸੀਟਸ ਆਈਆਂ ਪਿਛਲੀ ਵਾਰ। ਇਹ ਦੇਖਾਂਗੇ 10 ਤਰੀਕ ਨੂੰ ਕਿੰਨੀਆਂ ਤੁਸੀਂ ਉਹਦੇ ਚ ਰਿਟੇਨ ਕਰਦੇ ਹੋ, ਕਿੰਨਿਆਂ ਨੂੰ ਤੁਸੀਂ ਕਿਉਂ ਤੁਹਾਡੇ ਤੋਂ 12 ਬੰਦੇ ਛੱਡ ਕੇ ਚਲੇ ਗਏ, ਜਾਂ ਤੁਸੀਂ ਟਰਨ ਕੋਟਸ 50 60 ਲਿਆ ਕੇ ਖੜੇ ਕਰੋਗੇ ਦੂਜੀਆਂ ਪਾਰਟੀਆਂ ਤੋਂ, ਤੁਸੀਂ ਕਿਵੇਂ ਪਾਰਟੀ ਆਫ ਚੇਂਜ ਹੋ? ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਕਰਨਾ ਪੈਣਾ। ਐਂਡ ਮੈਂ ਕਾਂਗਰਸ ਦੇ ਨੁਮਾਇੰਦੇ ਨੂੰ ਵੀ ਕਹਿਣਾ ਕਿ 9 ਰੁਪਏ ਬਿਜਲੀ ਨਹੀਂ ਹੈ, 2 ਰੁਪਏ 81 ਰੁਪਏ। ਤੁਹਾਨੂੰ ਇਹ ਵੀ ਨਹੀਂ ਪਤਾ ਸੋਲਰ ਦਾ ਕਿ 25 ਮੈਗਾਵਾਟ ਤੋਂ ਘੱਟ ਲਈ ਤੁਸੀਂ ਉਹਦੇ ਵੀਲਿੰਗ ਨਹੀਂ ਕਰ ਸਕਦੇ, ਗ੍ਰਿਡ ਦੇ ਵਿੱਚ ਨਹੀਂ ਲੈ ਸਕਦੇ। ਟਰਾਈ ਟੂ ਅੰਡਰਸਟੈਂਡ। ਤੁਸੀਂ ਅਕਾਲੀ ਦਲ ਤੇ ਇੰਨੇ ਅਟੈਕ ਕੀਤੇ ਆ ਬ੍ਰਦਰ, ਤੁਸੀਂ ਇਹ ਦੱਸੋ ਕਿ ਤੁਸੀਂ ਕਰੈਕਸ਼ਨ ਕੀ ਕੀਤੀ? ਉਹ ਟੈਕਸ ਮੰਨ ਲੈਣੇ, ਚਲੋ ਫॉर ਦਾ ਆਰਗੂਮੈਂਟ ਸੇ ਤੁਹਾਡੇ ਟੈਕਸ ਸੀ, ਮੰਨ ਲੈਣੇ ਆ। ਤੁਸੀਂ ਦੱਸੋ ਉਹਦੇ ਚ ਕੀ ਕਰੈਕਸ਼ਨ ਕੀਤੇ? ਤੁਸੀਂ ਸੋਲਰ ਕਰਤਾ 1 ਕਿਲੋਵਾਟ ਦਾ, ਦੇਤੇ ਲੋਕਾਂ ਨੂੰ। ਤੁਸੀਂ ਇੰਡਸਟਰੀ ਨੂੰ ਸਬਸਿਡੀ ਦੇ ਦਿੱਤੀ। ਤੁਸੀਂ ਕਿਸਾਨਾਂ ਨੂੰ ਕਹਿੰਦੇ ਹੋ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਤੇ। ਕਿੰਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਤੇ? ਵਾਈ ਕਿਸਾਨ ਤੁਹਾਡੇ ਉਲਟ ਕਿਉਂ ਹੈ? ਤੁਸੀਂ ਦੱਸੋ। ਤੁਸੀਂ ਜਿਹੜਾ ਬਿਜਲੀ ਮਾਫ ਕੀਤੀ ਦਾ ਕਹਿੰਦੇ ਹੋ, ਉਹਦਾ ਇਲੈਕਟ੍ਰਿਸਿਟੀ ਕੰਪਨੀ ਨੂੰ 48 ਕਰੋੜ ਦੇ ਦਿੱਤਾ, ਅੱਜ ਤੇ ਨਹੀਂ ਦਿੱਤਾ, ਅਗਲੀ ਗਵਰਨਮੈਂਟ ਆਤੀ ਦੋਗੀ। ਤੁਸੀਂ ਕੀਤਾ ਕੀ ਹੈ? ਪਹਿਲਾਂ ਮੈਨੂੰ ਕਲੈਰਿਟੀ ਨਾਲ ਦੱਸੋ ਤਾਂ ਸੀ। ਤੁਸੀਂ ਖਰਾਬਾ ਦੇ ਦਿੱਤਾ ਕਿਸਾਨਾਂ ਨੂੰ, ਐਵੇਂ ਇਲਜ਼ਾਮ ਲਾ ਦੇਣੇ, ਉਂਗਲੀ ਚੱਕ ਲੈਣੀ, ਇਹਨੂੰ ਬੰਦ ਕਰੀਏ। ਮੈਂ ਸਮਝਦਾ ਇਹ ਇਲੈਕਸ਼ਨ ਦਾ ਰਿਜ਼ਲਟ ਵੇਟ ਕਰੋ। ਸਾਰੀਆਂ ਪਾਰਟੀਆਂ ਆਪਣੇ ਏਜੰਡੇ ਲੈ ਕੇ ਗਈਆਂ, ਲੈਟਸ ਸੀ ਵਾਟ ਵਿਲ ਹੈਪਨ। ਐਂਡ ਇੱਕ ਦੂਜੇ ਨਾਲ ਮੈਂ ਗਾਲਾਂ ਹੀ ਕੱਢੀ ਜਾਣੀਆਂ। ਇੱਕ ਆਮ ਆਦਮੀ ਪਾਰਟੀ ਨੂੰ ਮੈਂ ਬੇਨਤੀ ਕਰੂੰਗਾ ਕਿ ਮੈਂ ਸਾਥ ਤੇ ਦੂਜੇ ਚੋਰੇ ਬੰਦ ਕਰੋ। ਸਭ ਨੂੰ ਪਤਾ ਤੁਹਾਡਾ ਕੀ ਹਾਲਾਤ ਹੈ, ਕੀ ਨਹੀਂ ਹੈ। ਤੁਸੀਂ ਪਿਛਲੀ ਵਾਰ ਜਰਨੈਲ ਸਿੰਘ ਨੂੰ ਲੈ ਕੇ ਆਏ ਸੀ ਕਿਉਂਕਿ ਏਜੰਡਾ ਤੁਹਾਡਾ ਬੇਅਦਬੀ ਸੀ। ਐਤਕੀ ਲੋਕਾਂ ਨੂੰ ਪਤਾ ਵੀ ਨਹੀਂ ਕਿ ਤੁਹਾਡਾ ਸੀਐਮ ਦਾ ਕੈਂਡੀਡੇਟ ਕੌਣ ਹੈ। ਤੁਸੀਂ ਇਸ ਵਾਰ ਸੀਐਮ ਦਾ ਕੈਂਡੀਡੇਟ ਬੜੀ ਮਜਬੂਰੀ ਚ ਲਿਆ ਕੇ ਭਗਵੰਤ ਮਾਨ ਨੂੰ ਪ੍ਰੀ ਡਿਸੀਜਨ ਇੱਕ ਪਖੰਡ ਕਰਕੇ ਕਿ ਲੋਕਾਂ ਨੇ ਵੋਟਾਂ ਪਾਰਟੀਆਂ ਲੈ ਕੇ ਆਏ। ਹੁਣ ਕਾਂਗਰਸ ਗੱਲ ਕਰਦੇ ਆ ਕਿ ਤੁਸੀਂ ਮਜਹਬ ਦੇ ਨਾਮ ਤੇ ਵੋਟਾਂ, ਤੁਸੀਂ ਕਿਹਦੇ ਨਾਮ ਤੇ ਵੋਟਾਂ ਮੰਗਦੇ ਹੋ? ਦੱਸੋ ਮੈਨੂੰ। ਤੁਸੀਂ ਚੰਨੀ ਨੂੰ ਲਿਆਂਦੀ, ਕੀ ਗੁੱਡ ਰੀਜ਼ਨ ਸੀ ਚੰਨੀ ਨੂੰ ਲਿਆਂਦਾ? ਵਾਟ ਵਾਸ ਦ ਗੁੱਡ ਰੀਜ਼ਨ ਇਨ ਚੰਨੀ? ਵਾਈ ਹੀ ਵਾਸ ਨਾਟ ਗਿਵਨ ਗੁੱਡ ਕੈਬਨਿਟ ਮਿਨਿਸਟਰੀ ਇਫ ਹੀ ਵਾਸ ਸੋ ਕੰਪੀਟੈਂਟ ਅ ਮੈਨ? ਕਿਉਂ ਨਹੀਂ ਦਿੱਤਾ ਹੁਣ ਤੁਸੀਂ? ਕਿਉਂ ਤੁਸੀਂ ਲਿਆ ਕੇ ਇੱਕ ਕਾਸਟ ਪੋਲਿਟਿਕਸ ਖੇਡਣ ਦੀ ਕੋਸ਼ਿਸ਼ ਕੀਤੀ ਹੈ? ਇਹ ਹਮੇਸ਼ਾ ਹੀ ਹੁੰਦਾ। ਜੀ ਗੌਰਵ ਸੰਧੂ ਜੀ, ਤੁਹਾਡੇ ਕੋਲ ਹੀ ਮੈਂ ਆ ਰਿਹਾ, ਤੁਸੀਂ ਹੀ ਜਵਾਬ ਦਿਓਗੇ ਹੁਣ, ਕਿਉਂਕਿ ਢਾਂਡਾ ਸਾਹਿਬ ਨੇ ਦੋਨਾਂ ਪਾਰਟੀਆਂ ਨੂੰ ਸਵਾਲ ਕੀਤੇ ਨੇ, ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ। ਸਭ ਤੋਂ ਪਹਿਲਾਂ ਸੰਧੂ ਸਾਹਿਬ ਤੁਹਾਡੇ ਕੋਲ ਜਵਾਬ ਲਿਆ ਜਾਵੇਗਾ ਜੋ ਢਾਂਡਾ ਸਾਹਿਬ ਨੇ ਗੱਲਾਂ ਆਖੀਆਂ ਨੇ। ਇਸ ਤੋਂ ਇਲਾਵਾ ਜਿਹੜਾ ਸਵਾਲ ਮੈਂ ਵੀ ਪੁੱਛ ਰਿਹਾ ਵਾਂ ਕਿ ਹਾਂ ਵੀ ਜੋ ਐਂਡਲੀ ਮੌਕੇ ਆ ਕੇ ਭਾਜਪਾ ਨੇ ਜੋ ਚੀਜ਼ਾਂ ਕੀਤੀਆਂ ਉਹਦੇ ਨਾਲ ਭਾਜਪਾ ਨੂੰ ਕਿੰਨਾ ਇਫੈਕਟ ਪਿਆ, ਕਾਂਗਰਸ ਨੂੰ ਕਿੰਨਾ ਇਫੈਕਟ ਪਿਆ, ਉਹ ਵੀ ਸਵਾਲ ਮੈਂ ਤੁਹਾਡਾ ਜਵਾਬ ਤੁਹਾਡੇ ਕੋਲ ਲਵਾਂਗਾ। ਸੰਧੂ ਸਾਹਿਬ।
जी सब तो पहलों तो मैं टांडा साहब सत्कारयोग ने फिर कहना जवाब देना चाहना, जात पात की राजनीति कांग्रेस नहीं खेडदी, पंथ खतरे च है। सुखबीर बादल जी जदों बादल परिवार खतरे च हुंदा है, अकाली दल नूं सीटां दी कमी दा पता हुंदा, सानूं लोकां ने नकार देना, उदों पंथ खतरे च। उस तो बाद एक मिनट टांडा चलो छड्डो, दूजी गल जिहड़ी तुसीं कहंदे हो जात, ਤੁਸੀਂ ਦੱਸੋ ਜਿਹੜੇ ਤੁਹਾਡੇ ਏਜੰਟ ਸੀ ਦਾਦੂ ਵਾਲੇ ਸਰ ਬੇਨਤੀ ਗੱਲ ਰੱਖ ਲੈਂਦੋ ਹੋਈ ਹੈ, ਮੈਂ ਤੁਸੀਂ ਖਾਮੋਸ਼ ਕਿਉਂ? ਚਲੋ ਟਾਂਡਾ ਸਾਹਿਬ ਤੁਸੀਂ ਕੁਐਸਚਨ ਪੁੱਛ ਲਓ, ਫਿਰ ਮੈਨੂੰ ਟਾਈਮ ਦੇ ਦਿਓ। ਟਾਂਡਾ ਸਾਹਿਬ ਨੂੰ ਸੰਧੂ ਸਾਹਿਬ ਨੂੰ ਜਵਾਬ ਲੈ ਲੈਂਦੇ ਆ। ਸੰਧੂ ਜੀ ਪੂਰੀ ਗੱਲ ਕਰੋ ਆਪਣੀ। ਸਭ ਤੋਂ ਇੱਕ ਮਿੰਟ, ਹੁਣ ਟਾਂਡਾ ਸਾਹਿਬ ਪਲੀਜ਼ 2-3 ਕੁਐਸਚਨ ਜੇ ਹੋਰ ਕੋਈ ਐਲੀਗੇਸ਼ਨ ਲਾਉਣੇ ਉਹਨਾਂ ਦਾ ਜਵਾਬ ਦੇ ਦਾਂਗੇ, ਲਾ ਲਓ, ਫਿਰ ਮੈਨੂੰ ਬੋਲਣ ਦਿਓ 5 ਮਿੰਟ। ਆਈ ਐਮ ਸੌਰੀ। ਹਾਂਜੀ, ਸੁਖਬੀਰ ਸਿੰਘ ਬਾਦਲ ਜੀ ਸਭ ਤੋਂ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਕਿਹਾ ਸੀ ਅਸੀਂ ਦਲਿਤ ਡਿਪਟੀ ਸੀਐਮ ਬਣਾਵਾਂਗੇ। ਜਾਤ ਪਾਤ ਦੀ ਰਾਜਨੀਤੀ ਕੌਣ ਕਰ ਰਿਹਾ ਹੈ? ਪੰਥ ਖਤਰੇ 'ਚ ਹੈ, ਉਹ ਕੌਣ ਕਹਿੰਦਾ? ਅਕਾਲੀ ਦਲ ਕਹਿੰਦਾ। ਕਾਂਗਰਸ ਤੇ ਨਹੀਂ ਕਿਹਾ ਵੀ ਸਿੱਖ ਖਤਰੇ 'ਚ ਨੇ ਜਾਂ ਹਿੰਦੂ ਖਤਰੇ 'ਚ ਨੇ ਜਾਂ ਮੁਸਲਿਮ ਖਤਰੇ 'ਚ ਨੇ ਜਾਂ ਈਸਾਈ ਖਤਰੇ 'ਚ ਨੇ, ਜਾਂ ਅਸੀਂ ਦਲਿਤ ਸੀਐਮ ਦੇਵਾਂਗੇ ਜਾਂ ਅਸੀਂ ਹਿੰਦੂ ਸੀਐਮ ਦੇਵਾਂਗੇ ਜਾਂ ਸਿੱਖ ਸੀਐਮ ਦੇਵਾਂਗੇ। ਅਸੀਂ ਟੈਲੈਂਟਡ ਬੰਦੇ, ਮਿਸਟਰ ਚੰਨੀ ਇਜ਼ PhD LLB MBA, ਠੀਕ ਹੈ ਜੀ, ਗਰਾਊਂਡ ਤੋਂ ਉੱਠਿਆ ਹੋਇਆ ਬੰਦਾ, ਉਹਦਾ ਟੈਲੈਂਟ ਦੇਖ ਕੇ ਤਾਂ ਉਹਨੂੰ ਸੀਐਮ ਦੀ, ਨੌਜਵਾਨ, ਸਭ ਤੋਂ ਵੱਡੀ ਗੱਲ ਨੌਜਵਾਨ, ਲੋਕਾਂ ਦੇ ਵਿੱਚ ਵਿਚਰਨ ਵਾਲਾ ਆਮ ਬੰਦਾ, ਆਮ ਆਦਮੀ ਜਿਹਨੂੰ ਕਹਿੰਦੇ ਆ ਨਾ, ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅਸੀਂ ਆਮ ਆਦਮੀ ਪਾਰਟੀ ਆ ਜਾਂ ਆਮ ਆਦਮੀ ਲੋਕ ਆ, ਆਮ ਆਦਮੀ ਮਿਸਟਰ ਚੰਨੀ, ਉਹਦੀ ਸਾਦਗੀ ਦੇਖ ਕੇ ਉਹਨੂੰ ਚੀਫ ਮਿਨਿਸਟਰ ਬਣਾਇਆ ਗਿਆ। ਪੰਜਾਬ ਦੇ ਲੋਕਾਂ ਨੇ ਪਸੰਦ ਵੀ ਕੀਤਾ ਹੈ। ਸਰਵੇ ਆਉਂਦੇ ਸੀ 32% ਲੋਕ ਚੰਨੀ ਨੂੰ ਲਾਈਕ ਕਰਦੇ ਸੀ, ਦੂਜੇ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਸੀ ਖੜਦੇ। ਸੋ ਜਾਤ ਪਾਤ ਦੀ ਰਾਜਨੀਤੀ ਅਕਾਲੀ ਦਲ ਤੇ ਬੀਜੇਪੀ, ਪਿਛਲੇ ਸਮੇਂ 'ਚ ਵੀ ਤੁਹਾਡਾ ਅਲਾਇੰਸ ਤਾਂ ਹੁੰਦਾ ਸੀ ਵੀ ਹਿੰਦੂ ਸੀਟਾਂ ਬੀਜੇਪੀ ਲਿਜਾਂਦੀ ਸੀਗੀ, ਕਵਰ ਕਰੇਗੀ, ਸਿੱਖ ਜਿਹੜੇ ਆਪਣੀਆਂ ਰੂਰਲ ਹੈ ਉਹ ਅਕਾਲੀ ਦਲ। ਤੁਸੀਂ ਜਾਤ ਪਾਤ ਦੀ ਰਾਜਨੀਤੀ ਕੀਤੀ, ਕਾਂਗਰਸ ਨੇ ਤਾਂ ਕਿਸੇ ਨਾਲ ਅਲਾਇੰਸ ਨਹੀਂ ਕੀਤੀ। ਜਾਤ ਪਾਤ ਦੀ ਰਾਜਨੀਤੀ ਤੇ ਸੈਕੂਲਰ ਪਾਰਟੀ ਹੈ, ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਹੈ ਕਾਂਗਰਸ ਨੇ। ਸੋ ਇਹੋ ਜਿਹੇ ਐਲੀਗੇਸ਼ਨ ਨਾ ਲਾਓ ਪਲੀਜ਼, ਠੀਕ ਹੈ? ਅਸੀਂ ਕਦੀ ਨਹੀਂ ਕਿਹਾ, ਅਸੀਂ ਕਿਹਾ ਠੀਕ ਹੈ, ਇਹ ਕਹਿੰਦੇ ਸੀ ਦਲਿਤ, ਹਾਂ ਅਸੀਂ ਆਹ ਦੇਖੋ ਦਲਿਤ ਨੂੰ ਵੀ ਮੌਕਾ ਦੇ ਦਿੱਤਾ ਹੈ, ਅਸੀਂ ਇਹ ਗੱਲ ਕਹੀ ਸੀ। ਬੀਜੇਪੀ ਨੇ ਕਿਹਾ ਦਲਿਤ ਸੀਐਮ ਲੈ ਕੇ ਆਵਾਂਗੇ, ਉਹ ਵੀ ਤੁਹਾਡੀ ਪੁਰਾਣੀ ਭਾਈਵਾਲ ਹੈ, ਤੇ ਨਵੀਂ ਵੀ ਕਹਿੰਦੇ ਅਸੀਂ ਬਣੇਗੇ। ਮਜੀਠੀਆ ਸਾਹਿਬ ਕਹਿ ਰਹੇ ਸੀ ਅਸੀਂ ਬੀਜੇਪੀ ਨਾਲ ਅਲਾਇੰਸ ਕਰਾਂਗੇ। ਬਾਹਰੋਂ ਤੁਸੀਂ ਤੋੜ ਵਿਛੋੜਾ ਕੀਤਾ ਸੀ, ਅੰਦਰੋਂ ਦਿਲ ਤੁਹਾਡੇ ਇੱਕੋ ਸੀਗੇ। ਸੋ ਬੀਜੇਪੀ ਨੇ ਕਿਹਾ ਦਲਿਤ ਸੀਐਮ ਦੇਂਗੇ ਪੰਜਾਬ ਮੇਂ, ਤੁਸੀਂ ਕਿਹਾ ਦਲਿਤ ਡਿਪਟੀ ਸੀਐਮ ਦੇਵਾਂਗੇ, ਤੇ ਐਲੀਗੇਸ਼ਨ ਤੁਸੀਂ ਸਾਡੇ ਤੇ ਲਾ ਰਹੇ ਹੋ। ਅਸੀਂ ਤਾਂ ਇੱਕ ਟੈਲੈਂਟਡ ਬੰਦੇ ਨੂੰ, ਇੱਕ ਵਰਕਰ ਨੂੰ, ਪਾਰਟੀ ਦੇ ਪੜ੍ਹੇ ਲਿਖੇ ਨੌਜਵਾਨ ਨੂੰ ਅੱਗੇ ਲਾਇਆ, ਤੇ ਲੋਕਾਂ ਨੇ ਉਹਨੂੰ ਐਕਸੈਪਟ ਵੀ ਕੀਤਾ, ਤੇ ਉਹਦੇ ਨਾਂ ਨੂੰ ਵੋਟਾਂ ਵੀ ਪਈਆਂ, ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਫਤਵਾ ਦੇਣਾ ਹੈ। ਇਹ ਤੁਹਾਨੂੰ ਵੀ, ਅਕਾਲੀ ਦਲ ਨੂੰ ਵੀ ਭਲੀ ਭਾਂਤ ਪਤਾ, ਬੀਜੇਪੀ ਨੂੰ। ਦੂਜੀ ਜਿਹੜੀ ਗੱਲ ਕੀਤੀ ਤੁਸੀਂ ਵੀ ਤੁਸੀਂ ਕਿਉਂ ਨਹੀਂ ਕਰ ਦਿੱਤਾ, ਜਦੋਂ ਤੁਸੀਂ ਐਸੇ ਕਾਨੂੰਨ ਬਣਾਤੇ ਤੇ ਕੋਰਟ ਦੇ ਵਿੱਚੋਂ ਅਸੀਂ ਜਾ ਕੇ ਜਿਹੜੇ ਤੁਹਾਡੇ ਏਡੇ ਮਹਿੰਗੇ ਬਿਜਲੀ ਦੇ ਸਮਝੌਤੇ ਨੇ ਉਹ ਅਸੀਂ ਐਗਰੀਮੈਂਟ ਰੱਦ ਕੀਤੇ, ਤੇ ਕੰਪਨੀਆਂ ਜਿਹੜੀਆਂ ਤੁਹਾਡੀਆਂ ਭਾਈਵਾਲ ਸੀ ਉਹ ਕੋਰਟ ਦੇ ਵਿੱਚ ਭੱਜ ਗਈਆਂ ਨੇ। ਹੁਣ ਕੋਰਟ 'ਚ ਉਹਨਾਂ ਨਾਲ ਨਿਪਟਾਂਗੇ ਅਗਲੀ ਸਰਕਾਰ 'ਚ, ਤੇ ਸ਼ਰੇਆਮ ਕੈਬਨਿਟ ਦੇ ਵਿੱਚ ਅਸੀਂ ਉਹ ਰੱਦ ਕਰਕੇ ਤੇ ਉਹਨਾਂ ਨੂੰ ਉਹ ਕਰਾਂਗੇ, ਉਹਨਾਂ ਨਾਲ ਜਿਹੜੇ ਕਹਿੰਦੇ ਆ ਦੁਬਾਰਾ ਸਮਝੌਤੇ ਕਰਾਂਗੇ। ਸੋ ਪਲੀਜ਼ ਡੋਂਟ ਸੇ ਦਿਸ, ਜੋ ਤੁਸੀਂ ਕਰਦੇ ਹੋ ਸਾਡੇ ਤੇ ਐਲੀਗੇਸ਼ਨ ਨਾ ਲਾਓ। ਦੂਜੀ ਗੱਲ, ਤੁਸੀਂ ਕਿਹਾ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ? ਸਾਡੇ ਵਿਰੁੱਧ ਕਿਸਾਨ ਨਹੀਂ ਸੀਗੇ, ਪਿੰਡਾਂ 'ਚ ਕਿੰਨਾਂ ਨੂੰ ਨਹੀਂ ਵੜਨ ਦਿੱਤਾ ਕਿਸਾਨਾਂ ਨੇ? ਬੀਜੇਪੀ ਤੇ ਅਕਾਲੀ ਦਲ ਨੂੰ, ਕਿਉਂਕਿ ਇਹ ਕਿਸਾਨ ਵਿਰੋਧੀ ਸੀ। ਬਿੱਲਾਂ ਤੇ ਸਾਈਨ ਇਹਨਾਂ ਨੇ ਕੀਤੇ, ਕਾਲੇ ਕਾਨੂੰਨਾਂ ਤੇ। ਦੂਜੀ ਗੱਲ ਆਮ ਆਦਮੀ ਪਾਰਟੀ ਵਾਲੇ ਵੀਰ ਦੀ ਕਰਾਂਗਾ, ਤੁਸੀਂ ਕਿਸਾਨ ਹਤੈਸ਼ੀ ਕਹਿੰਦੇ ਹੋ, 750 ਕਿਸਾਨ ਮਰ ਗਏ। ਦਿੱਲੀ ਦੀਆਂ ਬੱਸਾਂ ਦੇ ਵਿੱਚ ਤਾਂ ਪੁਲਿਸ ਆਉਂਦੀ ਸੀ ਉੱਥੇ ਸਿੰਘੂ ਬਾਰਡਰ ਤੇ ਡਾਂਗਾ ਮਾਰਨ, ਦਿੱਲੀ ਸਰਕਾਰ ਨਾ ਦਿੰਦੀ ਬੱਸਾਂ ਪੁਲਿਸ ਨੂੰ, ਟਰਾਂਸਪੋਰਟ ਤਾਂ ਦਿੱਲੀ ਸਰਕਾਰ ਦੇ ਅੰਦਰ ਸੀ ਨਾ। ਉਦੋਂ ਬਾਅਦ ਸਭ ਤੋਂ ਪਹਿਲਾਂ ਕਾਨੂੰਨ ਤੁਸੀਂ ਪਾਸ ਕੀਤੇ, ਜਿਹੜੇ ਸੈਂਟਰ ਦੇ 3 ਬਿੱਲ ਸੀਗੇ, 370 ਦਾ ਸਮਰਥਨ ਆਮ ਆਦਮੀ ਪਾਰਟੀ ਨੇ ਕੀਤਾ। ਤੁਸੀਂ ਵਿੱਚੋਂ ਸਾਰੇ ਰਲੇ ਮਿਲੇ ਹੋਏ ਹੋ, RSS ਦੇ ਏਜੰਡੇ ਤੇ ਚੱਲ ਰਹੇ ਹੋ, ਪੰਜਾਬ ਨੂੰ ਬਰਬਾਦ ਕਰਨ ਦੇ ਏਜੰਡੇ ਤੇ ਚੱਲ ਰਹੇ ਹੋ। ਸੋ ਉੱਤੋਂ ਮਗਰਮੱਛ ਦੇ ਜਿਹੜੇ ਆਂਸੂ ਨੇ ਉਹ ਨਾ ਬਹਾਓ। ਲੋਕੀ ਤੁਹਾਡਾ ਜਿਹੜਾ ਇੰਟਰਨਲ ਏਜੰਡਾ ਹੈ ਸਾਰਾ ਜਾਣ ਚੁੱਕੇ ਨੇ। ਪੰਜਾਬ ਨੂੰ ਬਰਬਾਦੀ ਦੀ ਕਗਾਰ ਤੇ ਲਿਜਾਣ ਵਾਲੇ 3-3 4-4 ਕਰੋੜ ਰੁਪਇਆ ਟਿਕਟਾਂ ਦਾ ਤੁਸੀਂ ਮੰਗ ਰਹੇ ਹੋ, ਆਮ ਆਦਮੀ ਪਾਰਟੀ ਵਾਲੇ ਹੋ। ਬੀਜੇਪੀ ਵਾਲੇ ਭਰਾ ਨੇ ਮੇਰੇ ਨੇ ਕਿਹਾ ਸੀ ਤੁਹਾਡੀ ਪਾਰਟੀ ਦੇ ਵਿੱਚ ਸ਼ਰੇਆਮ ਪ੍ਰਚਾਰ ਕੀਤਾ ਗਿਆ, ਆਪਣਾ ਮੁਝੇ ਮੰਦਿਰ ਨਹੀਂ ਜਾਣੇ ਦਿਆ। मोदी जी आए जब फिरोजपुर रैली कैंसिल हुई, कहते आपके सीएम को, पंजाब के सीएम को बोल देना मैं यहाँ से बच के जा रहा हूँ। पंजाब पाकिस्तान है, इंडिया का हिस्सा है, पंजाबी लोग ने इत्थे कोई दंगे फसाद नहीं, कोई अशांति नहीं, सारे मिल वरत के रहंदे ने, सर्ब सांझीवालता ਤੇ ਇੱਕ ਉਹਦੇ ਨਾਲ ਰਹਿੰਦੇ ਨੇ। ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਅਸੀਂ ਸਾਰੇ ਭਰਾ ਇਕੱਠੇ ਬਹਿ ਕੇ ਸਵੇਰੇ ਸ਼ਾਮ ਚਾਹ ਕਾਫੀ ਪੀਂਦੇ ਆ, ਇਕੱਠੇ ਕੰਮਾਂ ਕਾਰਾਂ ਤੇ ਜਾਂਦੇ ਆ, ਇੱਕ ਦੂਜੇ ਨਾਲ ਕਾਰੋਬਾਰ ਸਾਂਝੇ ਨੇ, ਲੈਣ ਦੇਣ ਸਾਂਝੇ ਨੇ। ਸੋ ਇਹ ਜਿਹੜਾ ਭਰਮ ਭੁਲੇਖਾ ਸ਼ਾਂਤੀ ਫੈਲਾਈ ਜਾ ਰਹੀ ਸੀ, ਇਹ ਬੀਜੇਪੀ ਵੱਲੋਂ ਫੈਲਾਈ ਜਾ ਰਹੀ ਸੀ, ਜਾਂ ਮਿਸਟਰ ਕੇਜਰੀਵਾਲ ਦੇ ਨੇ ਵੀ ਐਂਡ ਤੇ ਆ ਕੇ ਜਦੋਂ ਉਹਨੂੰ ਪਤਾ ਲੱਗ ਗਿਆ ਮੇਰੀ ਹਾਰ ਦਿਖ ਰਹੀ ਹੈ,
ਉਹਨੇ ਵੀ ਇਹੀ ਬਿਆਨ ਦਿੱਤਾ ਸੀ ਪੰਜਾਬ ਮੇਂ ਹਿੰਦੂਆਂ ਕੋ ਖਤਰਾ ਹੈ। ਬਾਜੀ ਵਾਹ, ਕਿਸੇ ਹਿੰਦੂ ਭਰਾ ਨੇ ਨਹੀਂ ਆ ਕੇ ਕਦੀ ਟੈਲੀਵਿਜ਼ਨ ਤੇ ਕਿਹਾ ਵੀ ਸਾਨੂੰ ਸਿੱਖਾਂ ਤੋਂ ਖਤਰਾ ਜਾਂ ਪੰਜਾਬੀਆਂ ਤੋਂ ਖਤਰਾ। ਸਾਰੇ ਪੰਜਾਬੀ ਭਾਈਚਾਰੇ ਦੇ ਤੌਰ ਉੱਤੇ ਰਹਿੰਦੇ ਨੇ ਤੇ ਉਹ ਇਹਨਾਂ ਦੀਆਂ ਮਨਸ਼ਾ ਨੂੰ ਸਾਰਿਆਂ ਦੇ ਨੂੰ ਸਮਝ ਗਏ, ਕਿਉਂਕਿ ਇਹ ਯੂਪੀ ਬਿਹਾਰ 'ਚ ਤਾਂ ਚੱਲਦਾ ਸੀ ਹਿੰਦੂ ਮੁਸਲਿਮ। ਇਹਨਾਂ ਨੇ ਸੋਚਿਆ ਇੱਥੇ ਵੀ ਹਿੰਦੂ ਸਿੱਖ ਚਲਾਈਏ ਜਾਂ ਜਾਤ ਪਾਤ ਚਲਾਈਏ, ਉਹ ਚੱਲਿਆ ਨਹੀਂ। ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਇਹ 10 ਤਰੀਕ ਨੂੰ ਫਿਰ ਮੈਂ ਕਹਿ ਰਿਹਾ ਉਦੋਂ ਰਿਜ਼ਲਟ ਆ ਜਾਣਗੇ ਇਹਨਾਂ ਨੂੰ ਸਾਰੇ। ਜੀ ਅਸੀਂ ਹੁਣ ਅਸੀਂ ਗਗਨ ਰਾਜਪੂਤ ਵੱਲ ਹੋ ਆਉਂਦੇ ਹਾਂ, ਉਹ ਵੀ ਕੁਝ ਕਹਿਣਾ ਚਾਹੁੰਦੇ ਨੇ ਤੇ ਧਰਮ ਦੀ ਰਾਜਨੀਤੀ ਵੱਲ ਜਿਹੜਾ ਮੁੱਦਾ ਹੈ ਉਹ ਮੂਵ ਹੋ ਚੁੱਕਾ, ਸੋ ਉਹਦੇ ਬਾਰੇ ਵੀ ਪੁੱਛ ਲੈਂਦੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਤੋਂ ਕਿ ਉਹਨਾਂ ਦਾ ਕੀ ਕਹਿਣਾ ਹੈ ਜੋ ਐਲੀਗੇਸ਼ਨਸ ਲੱਗ ਰਹੇ ਨੇ ਜਾਂ ਜੋ ਗੱਲਾਂ ਹੋ ਰਹੀਆਂ ਨੇ ਜਾਂ ਸਫਾਈ ਵਿੱਚ ਕੀ ਕਹਿਣਾ ਚਾਹੁੰਦੇ ਨੇ ਗਗਨ ਰਾਜਪੂਤ ਜੀ। ਬ੍ਰਦਰ ਪਹਿਲਾਂ ਤਾਂ ਇਹਨਾਂ ਦਾ ਕੌਨਫੀਡੈਂਸ ਬਹੁਤ ਹੈ। ਇਹਨਾਂ ਨੂੰ ਲੱਗਦਾ ਕਿ ਜੋ ਵੀ ਮੈਂ ਸੰਧੂ ਸਾਹਿਬ ਬਾਰੇ ਤੁਹਾਡੀ ਬਾਰੇ ਗੱਲ ਕਰ ਰਿਹਾ ਬ੍ਰਦਰ, ਮੈਂ ਇਹਨਾਂ ਨੂੰ ਲੱਗਦਾ ਕਿ ਮੈਂ ਜੋ ਵੀ ਕੁਝ ਬੋਲ ਰਿਹਾ ਉਹ ਸੱਚ ਹੈ। ਕੇਜਰੀਵਾਲ ਜੀ ਨੇ ਕਦੋਂ ਸਟੇਟਮੈਂਟ ਦਿੱਤੀ ਹੈ ਕਿ ਹਿੰਦੂਆਂ ਨੂੰ ਖਤਰਾ? ਉਹ ਬ੍ਰਦਰ ਹਰੀਸ਼ ਰਾਏ ਟਾਂਡਾ ਜੀ ਵਿੱਚ ਨਾ ਬੋਲੋ, ਦੋ ਨੁਮਾਇੰਦੇ ਹੋਰ ਵਿੱਚ ਨਾ ਬੋਲੋ, ਬਾਤ ਕਰਦੇ ਫਿਰ ਹੁਣ ਵਿੱਚ ਨਾ ਬੋਲੋ, ਹੁਣ ਸਰ ਵਿੱਚ ਨਾ ਬੋਲੋ। ਪੁੱਛ ਲਓ, ਤੁਸੀਂ ਝੂਠ ਬੋਲੀ ਜਾਂਦੇ ਸ਼ਰਿਆਮ ਅਖਬਾਰਾਂ ਦੀਆਂ ਖਬਰਾਂ। 2-3 ਮਿੰਟ ਬੋਲਿਆ, ਕੱਢ ਕੇ 2 ਮਿੰਟ ਦਿਖਾਉਣਾ ਹੁਣ ਤੁਸੀਂ ਬੋਲੋ, ਮੈਂ ਕੱਢ ਕੇ ਦਿਖਾਉਣਾ। ਹਾਂ ਕੋਈ ਗੱਲ ਨਹੀਂ, ਕੱਢੋ। ਹਿੰਦੂਆਂ ਨੂੰ ਖਤਰਾ ਤੁਸੀਂ ਇਹ ਦਿਖਾਉਣਾ ਹੈ, ਠੀਕ ਹੈ ਨਾ, ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਹੈ ਨਾ। ਯੈਸ ਹਰੀਸ਼ ਰਾਏ ਜੀ ਨੂੰ ਪੁੱਛ ਲਓ ਜੇ ਕਿਹਾ ਜਾਂ ਨਹੀਂ। ਕੇਜਰੀਵਾਲ ਨੇ ਭਗਵੰਤ ਮਾਨ ਨਾਲ ਬੈਠਾ ਸੀ ਪ੍ਰੈਸ ਕਾਨਫਰੰਸ। ਕੇਜਰੀਵਾਲ ਤੋਂ ਦਾ ਜੀ ਕੋਈ ਝੂਠ ਬੁਲਾ ਲਓ, ਜੋ ਮਰਜ਼ੀ ਕਰਾ ਲਓ ਇਹਦੇ ਤੋਂ। ਗਗਨ ਜੀ ਗੱਲ ਮੈਂ ਸੁਖਬੀਰ ਬਾਦਲ ਜੀ ਦੀ ਗੱਲ ਨਹੀਂ ਕਰ ਰਿਹਾ, ਮੈਂ ਕੇਜਰੀਵਾਲ ਜੀ ਦੀ ਗੱਲ ਕਰ ਰਿਹਾ, ਸੁਖਬੀਰ ਬਾਦਲ ਜੀ ਦੀ ਗੱਲ ਨਹੀਂ ਕਰ ਰਿਹਾ। ਕੇਜਰੀਵਾਲ ਸਭ ਤੋਂ ਵੱਡਾ ਝੂਠਾ ਹੈ, ਸਭ ਤੋਂ ਵੱਡਾ ਝੂਠਾ ਬੰਦਾ। ਗਗਨ ਜੀ ਤੁਸੀਂ ਬੋਲਣ ਹੀ ਨਹੀਂ ਦਿੰਦੇ ਮੈਨੂੰ ਸਰ। ਤੁਸੀਂ ਤਾਂ ਆਮ ਆਦਮੀ ਪਾਰਟੀ ਨੂੰ ਦਬਾਈ ਜਾਂਦੇ ਹੋ। ਮੈਂ ਤੁਹਾਨੂੰ ਦੇਖ ਲਓ ਕਿਵੇਂ ਆਮ ਆਦਮੀ ਪਾਰਟੀ ਨੂੰ ਦਬਾ ਰਹੇ ਆ। ਕੋਈ ਡਰਾਈ ਜਾਂਦਾ, ਸਾਨੂੰ ਤਾਂ ਬੋਲਣ ਹੀ ਨਹੀਂ ਦੇ ਰਹੇ। ਗਗਨ ਜੀ ਤੁਸੀਂ ਆਪਣੀ ਗੱਲ ਪੂਰੀ ਰੱਖੋ, ਬਾਕੀਆਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹਨਾਂ ਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਓ। ਜੀ ਗਗਨ ਜੀ। ਸਰ ਇਹ ਇਲਜ਼ਾਮ ਲਾਉਂਦੇ ਆ ਜੀ ਕਿ ਅਸੀਂ ਪਾਰਟੀਆਂ ਤੋਂ ਪੈਸੇ ਲਏ, ਪਤਾ ਨਹੀਂ ਕਿਸ ਤੋਂ ਪੈਸੇ ਲੈ ਲਏ, 2 ਕਰੋੜ ਲੈ ਲਿਆ, 3 ਕਰੋੜ ਰੁਪਏ ਲੈ ਲਿਆ। ਇਹ ਬੜੇ ਇਲਜ਼ਾਮ ਲੱਗਦੇ ਆ, ਇਹੋ ਜਿਹੇ ਇਲਜ਼ਾਮ ਲਾਈ ਜਾਂਦੇ ਆ। ਮੈਂ ਇਹਨਾਂ ਨੂੰ ਕਹਿਣਾ ਭਰਾਵਾਂ ਨੂੰ, ਠੀਕ ਹੈ ਨਾ, ਇਹ ਪੋਲੀਟੀਕਲ ਪਾਰਟੀਜ਼ ਦੇ ਚੰਗੇ ਲੈਵਲ ਤੇ ਨੇ ਸਾਰੇ ਜਾਣੇ, ਠੀਕ ਹੈ ਨਾ। ਟਾਂਡਾ ਜੀ ਵੀ ਬੜੇ ਚੰਗੇ ਲੈਵਲ ਤੇ ਨੇ ਅਕਾਲੀ ਦਲ ਦੇ। ਤੁਸੀਂ ਕਿਉਂ FIR ਨਹੀਂ ਕਰਾਉਂਦੇ? ਕਿਉਂ ਪਰਚਾ ਨਹੀਂ ਕਰਾਉਂਦੇ? ਕਿਉਂ ਕੰਪਲੇਂਟ ਨਹੀਂ ਕਰਦੇ? ਕਿਉਂ ਜਨਤਕ ਨਹੀਂ ਕਰਦੇ ਪ੍ਰੈਸ ਕਾਨਫਰੰਸ ਕਰਕੇ? ਨਾਲ ਕਿਉਂ ਨਹੀਂ ਸਾਰੇ ਸਬੂਤ ਦਿੰਦੇ? ਜਿਹੜੇ ਬੰਦਾ ਕਹਿੰਦਾ ਮੇਰੇ ਤੋਂ ਪੈਸੇ ਲੈ ਲਏ, 4 ਕਰੋੜ ਰੁਪਏ ਮੰਗਦਾ ਸੀ, ਕਿਉਂ ਉਹਨੇ ਰਿਕਾਰਡਿੰਗਾਂ ਨਹੀਂ ਕੀਤੀਆਂ? ਕਿਉਂ ਗਿਆ ਨਹੀਂ ਹੈਗਾ ਪੁਲਿਸ ਦੇ ਵਿੱਚ, ਥਾਣੇ ਦੇ ਵਿੱਚ ਕਿਉਂ ਨਹੀਂ ਗਿਆ? ਕੰਪਲੇਂਟ ਕਿਉਂ ਨਹੀਂ ਕੀਤੀ? ਟਾਂਡਾ ਸਾਹਿਬ ਨੂੰ ਮੈਂ ਦੱਸ ਦੇਣਾ ਚਾਹੁੰਦਾ, ਅੱਜ ਇਹਨਾਂ ਦੇ ਇੱਕ ਪੋਲੀਟੀਕਲ ਲੀਡਰ, ਇੱਕ ਮਿੰਟ ਯਾਰ ਮੈਨੂੰ ਕੇਜਰੀਵਾਲ ਦਾ ਹਿੰਦੂ ਕਾਰਡ ਦਾ ਬਿਆਨ ਦਿਖਾ ਦਿਓ। ਇਹ ਕਹਿੰਦੇ ਸੀ ਝੂਠ ਬੋਲ ਰਹੇ ਹੋ, ਪਹਿਲਾਂ ਬਿਆਨ ਦਿਖਾ ਦਿਓ ਪਲੀਜ਼। ਆ ਦੇਖਿਓ ਜੀ ਗਗਨ ਜੀ, ਤੁਹਾਡੀ ਗੱਲ ਦਾ ਜਵਾਬ ਉਹਨਾਂ ਨੇ ਉਸੇ ਟਾਈਮ ਦੇਤਾ ਜਿਹੜਾ ਤੁਸੀਂ ਕਹਿ ਰਹੇ ਸੀਗੇ, ਜਵਾਬ ਤੁਹਾਨੂੰ ਮਿਲ ਗਿਆ। ਸਰ ਇਟ ਇਜ਼ ਦੇਖੋ ਅਰਵਿੰਦ ਕੇਜਰੀਵਾਲ ਪਲੇਜ਼ ਹਿੰਦੂ ਕਾਰਡ ਇਨ ਪੰਜਾਬ। ਅੱਗੇ ਬਿਆਨ ਵੀ ਸੁਣਾ ਦੇਣਾ, ਦੇਖੋ ਵਾਇਰ ਦੀ ਖਬਰ ਹੈ ਗੂਗਲ ਦੇ ਉੱਤੇ, ਇਹ ਗੌਰਵ ਸੰਧੂ ਦੀ ਨਹੀਂ, ਮੈਂ ਝੂਠ ਨਹੀਂ ਬੋਲ ਰਿਹਾ। ਆ ਦੇਖ ਲਓ ਪ੍ਰਧਾਨ ਜੀ, ਤੁਹਾਡੀ ਪਾਰਟੀ ਦੇ ਬੰਦੇ ਦੀ ਸਟੇਟਮੈਂਟਸ ਨਹੀਂ ਪਤਾ ਤੇ ਤੁਸੀਂ ਆ ਕੇ ਸਪੋਕਸਪਰਸਨ ਬਣ ਕੇ ਬੈਠ ਗਏ ਹੋ। ਪਹਿਲਾਂ ਦੇਖੋ ਮੇਰੀ ਪਾਰਟੀ ਜੇ ਕਿਸੇ ਬੰਦੇ ਨੇ ਗੱਲ ਕਹੀ ਹੋਈ ਮੈਨੂੰ ਪਤਾ ਹੋਵੇਗਾ। ਸਰ ਪਹਿਲਾਂ ਤੁਸੀਂ ਬੋਲਣ ਦੋਗੇ ਤਾਂ ਮੈਂ ਬੋਲੂੰਗਾ, ਨਹੀਂ ਤਾਂ ਨਹੀਂ। ਡੈਫੀਨਿਟਲੀ ਤੁਸੀਂ ਬੋਲੋ, ਪਰ ਉਹਨਾਂ ਨੇ ਬਸ ਤੁਹਾਡੀ ਗੱਲ ਦਾ ਕਾਊਂਟਰ ਜਵਾਬ ਉਸੇ ਟਾਈਮ ਦੇ ਦਿੱਤਾ, ਜੋ ਕਿ ਉਹਨਾਂ ਨੇ ਬਸ ਇੱਕ ਮੀਡੀਆ ਦੀ ਜਿਹੜੀ ਖਬਰ ਉਹ ਤੁਹਾਨੂੰ ਦਿਖਾਤੀ। ਤੁਸੀਂ ਆਪਣੀ ਗੱਲ, ਮੀਡੀਆ ਨੇ ਸਟੇਟਮੈਂਟ ਲਾਈ ਹਿੰਦੂ ਕਾਰਡ, ਸਰ ਉਹਨਾਂ ਨੇ ਕਿਵੇਂ ਪਬਲਿਕ ਗੱਲ ਨਹੀਂ ਕਰੋ? ਉਸ ਤੋਂ ਇਲਾਵਾ ਜਿਹੜੀ ਗੱਲ ਕਰ ਰਹੇ ਹੋ ਮੀਡੀਆ ਝੂਠ ਬੋਲੇਗਾ ਸਰ। ਨਹੀਂ ਸਰ ਗੱਲ ਪੂਰੀ ਕਰ ਲੈਂਦੇ ਇਲਜ਼ਾਮ ਨਾ ਲਾਓ। ਤੁਹਾਡੇ ਤੇ ਚੰਨੀ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਈਏ ਆਏ ਆ, ਅੱਜ ਪੰਜਾਬ ਦੇ ਵਿੱਚ ਭਈਆ ਨੂੰ ਨਹੀਂ ਆਉਣ ਦੇਣਾ, ਯੂਪੀ ਤੇ ਬਿਹਾਰ ਦੇ ਬੰਦੇ ਨੂੰ ਨਹੀਂ ਆਉਣ ਦੇਣਾ। ਭਈਆ को हम क्या बोलते हैं? भैया को हिंदी में क्या है कि ਨਾਲ ਥੋੜੀ ਪ੍ਰਿयंका ਗਾਂਧੀ ਖੜੀ ਕੀਤੀ ਵੀ ਸੀ, ਨਾਲ ਤੁਸੀਂ ਪ੍ਰਿयंका ਗਾਂਧੀ ਖੜੀ ਕੀਤੀ ਵੀ ਸੀ। हम भैया बोलते हैं, ਭਰਾ ਨੂੰ ਭਈਆ ਕਹੀਦਾ ਹੈ। ਜਾ ਕੇ ਕਿਸੇ ਨੂੰ ਬਾਹਰ ਹਿੰਦੀ ਚ ਕਹੇਗਾ ਭਈਆ ਕੀ ਹਾਲ ਹੈ ਆਪਕਾ, ਕੀ ਗੱਲਾਂ ਕਰਦੇ ਹੋ ਫਿਰ? ਸਰ ਮੈਂ ਤੁਹਾਨੂੰ ਪਹਿਲਾਂ ਤਾਂ ਇਹ ਦੱਸ ਦੇਣਾ ਚਾਹੁੰਦਾ ਜੀ, ਗੱਲ ਪੂਰੀ ਕਰ ਲਓ। ਹਾਂਜੀ ਸਰ, ਜਿਹੜੀ ਕਾਂਗਰਸ ਪਾਰਟੀ ਹੈ, ਇਹਨਾਂ ਦੇ ਜਿਹੜੇ CM ਕੈਂਡੀਡੇਟ ਚਰਨਜੀਤ ਸਿੰਘ ਚੰਨੀ ਜੀ, ਠੀਕ ਹੈ ਨਾ, ਇਹ ਕਹਿੰਦੇ ਬਹੁਤ ਗਰੀਬ ਨੇਤਾ, ਠੀਕ ਹੈ ਨਾ, ਬੜੇ ਸੁਲਝੇ ਹੋਏ ਫਲਾਨਾ ਧਮਕਾ। ਸਰ ਜਿੱਦਣ ਦੇ ਉਹ ਆਏ ਨੇ, ਗਰੀਬੀ ਚ ਉੱਠੇ ਹੋਏ ਨੇਤਾ, ਗਰੀਬ ਨੇਤਾ ਨੇ। ਇੱਕ ਮਿੰਟ ਗੱਲ ਪੂਰੀ ਕਰ ਲੈਣ ਦਿਓ। ਇਹ ਚੁੱਪ ਕਰਨਗੇ ਸਰ, ਮੈਂ ਕੁਝ ਬੋਲੂੰਗਾ ਨਹੀਂ, ਮੈਂ ਬੋਲਦਾ ਨਹੀਂ। ਤੇ ਇਹਨਾਂ ਨੂੰ ਬੁਲਾਓ ਜੀ। ਸਰ ਇਹਨਾਂ ਨੂੰ ਬੁਲਾਓ ਜੀ। ਬੋਲੋ ਗਗਨ ਜੀ। ਸਰ ਚਮਕੌਰ ਸਾਹਿਬ ਉਹਨਾਂ ਦੀ ਕਨਸਟੀਟੂਐਂਸੀ, ਉੱਥੋਂ ਉਹਨਾਂ ਨੂੰ ਪਤਾ ਮੈਂ ਹਾਰ ਰਿਹਾ, ਡਰ ਕੇ ਭਦੌੜ ਸਾਹਿਬ ਭੱਜ ਗਏ। ਮਾਈਨਿੰਗ ਇਹਨਾਂ ਦੇ ਜ਼ਿਲ੍ਹੇ ਦੇ ਵਿੱਚ ਚੱਲਦੀ ਪਈ ਹੈ ਟੋਟਲੀ, ਉਹ ਇਹਨੂੰ ਬੰਦ ਨਹੀਂ ਕਰਾ ਪਾਏ। ਫਿਰ 10 ਕਰੋੜ ਰੁਪਏ ਇਹਨਾਂ ਦੇ ਭਾਣਜੇ ਕੋਲ ਮਿਲਿਆ, ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਕਿਉਂ ਮਿਲਿਆ। ਉਹਨਾਂ ਨੇ ਕਿਹਾ ਮੈਂ ਟ੍ਰਾਂਸਫਰਸ ਕਰਾਉਣ ਵਾਸਤੇ ਪੈਸੇ ਲਏ, ਉਹਦੇ ਵਾਸਤੇ ਇਹਨਾਂ ਕੋਲੇ ਕੋਈ ਇਲਜ਼ਾਮ ਬਿਆਨ ਨਹੀਂ ਸੀਗਾ। ਫਿਰ ਕਾਂਗਰਸ ਪਾਰਟੀ ਇਹ ਕਹਿੰਦੀ ਅਸੀਂ ਬੜੀ ਡਿਵੈਲਪਮੈਂਟ ਕੀਤੀ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਪੰਜਾਬ ਦੇ ਉੱਤੇ 2 ਲੱਖ ਕਰੋੜ ਦਾ ਕਰਜ਼ਾ ਸੀਗਾ, 1.25 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਪੰਜਾਬ ਦੇ ਉੱਤੇ ਹੋਰ ਲਾਤਾ। ਹਰ ਪੰਜਾਬੀ ਦੇ ਉੱਤੇ 1 ਲੱਖ ਰੁਪਇਆ ਕਰਜ਼ਾ ਹੋ ਗਿਆ। ਉਹ ਕਿਹਨੇ ਕੀਤਾ? ਉਹ ਕਿਹਦੀ ਬਦੌਲਤ ਹੋਇਆ? ਉਹ ਕਾਂਗਰਸ ਦੀ ਬਦੌਲਤ ਹੋਇਆ। ਫਿਰ ਇਹ ਕਹਿੰਦੇ ਅਸੀਂ ਡਿਵੈਲਪਮੈਂਟ ਕੀਤੀ। ਕਿਹੜੀ ਡਿਵੈਲਪਮੈਂਟ ਕੀਤੀ ਤੇ ਕਿਹੜਾ ਵਿਕਾਸ ਕੀਤਾ? ਸਰ ਮੈਂ
ਇੱਕ ਚੀਜ਼ ਹੋਰ ਦੱਸ ਦੇਣੀ ਚਾਹੁੰਦਾ ਕਿ ਜਿਹੜੀ ਅਕਾਲੀ ਦਲ ਦੀ ਸਰਕਾਰ ਹੈ, ਅੱਜ ਉਹਨਾਂ ਦੇ ਜਿਹੜੀ ਪੁਰਾਣੀ ਦੀ ਸਰਕਾਰ ਸੀ, ਉਹਨਾਂ ਦੇ ਲੀਡਰ ਸੀ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਧੱਕਤਾ, ਅੱਜ ਉਹਨਾਂ ਨੇ ਗ੍ਰਿਫਤਾਰੀ ਹੋਈ ਹੈ ਉਹਨਾਂ ਦੀ, ਅੱਜ ਉਹਨਾਂ ਨੇ ਸਰੈਂਡਰ ਕੀਤਾ ਕੋਰਟ ਦੇ ਵਿੱਚ। ਮੈਂ ਨਾਮ ਵੀ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ। ਇਹ ਸਰ ਇੱਕ ਸਾਡੇ ਤੇ ਇਲਜ਼ਾਮ ਲਾਉਂਦੇ ਆ। ਰਹਿ ਕੀ ਗਿਆ? ਉਹੀ ਲੀਡਰ ਸੀ ਜਿਹਨਾਂ ਤੋਂ ਕੇਜਰੀਵਾਲ ਮਾਫੀ ਮੰਗ ਕੇ ਗਿਆ ਸੀ, ਉਹੀ ਲੀਡਰ ਸੀ ਕੋਈ ਹੋਰ ਸੀ? ਉਹਨਾਂ ਦੀ ਅਰੈਸਟ ਹੋਈ ਹੈ ਨਾ ਅੱਜ ਉਹਨਾਂ ਦੀ ਅਰੈਸਟ ਹੋਈ ਹੈ। ਅਰੈਸਟ ਅਸੀਂ ਕਰਾਈ ਹੈ। ਆਪਾਂ ਦੇਖੋ ਆਪਾਂ ਡਿਬੇਟ ਵਿੱਚ ਕਾਫੀ ਨਾ ਅਲੱਗ ਪਾਸੇ ਵੱਲ ਤੁਰ ਪਏ ਆ। ਵੱਡਾ ਝੂਠਾ ਕੇਜਰੀਵਾਲ ਸਾਹਿਬ ਮਾਫੀ ਮੰਗ ਕੇ ਨਹੀਂ ਗਏ ਸੀ, ਉਹੀ ਹੈ। ਅਸੀਂ ਲੱਗਾ ਡਿਬੇਟ ਦੇ ਵਿੱਚ ਕਾਫੀ ਅਲੱਗ ਮੁੱਦੇ ਵੱਲ ਤੁਰ ਪਏ ਆ। ਇੱਕ ਹੋਰ ਦੇਖਿਓ ਆਪਣਾ ਗਗਨ ਜੀ ਖਬਰ, ਇਹ ਜਿਹੜੇ ਕਹਿੰਦੇ ਮੈਂ ਝੂਠ ਬੋਲ ਰਿਹਾ, ਟਾਈਮਸ ਆਫ ਇੰਡੀਆ ਦੀ ਐਂਟੀ ਕਰਪਸ਼ਨ ਬਿਊਰੋ। ਠੀਕ ਹੈ ਗੁਰਸੁਖ ਜੀ, ਆਪਾਂ ਸਰੋਤਿਆਂ ਨੂੰ ਦਿਖਾ ਦਿਓ। ਜੀ ਅਸੀਂ ਅੱਜ ਦੀ ਡਿਬੇਟ ਕਰ ਰਹੇ ਸੀਗੇ ਕਿ ਪੋਸਟ ਇਲੈਕਸ਼ਨ ਗੱਲਬਾਤ ਕਰ ਰਹੇ ਕਿ ਹਾਂ ਵੀ ਰਿਜ਼ਲਟ ਕੀ ਆਊਗਾ, ਕੌਣ ਕਿਹਦੇ ਨਾਲ ਰਲੂਗਾ, ਤੇ ਮੁੱਦੇ ਜਿਹੜੇ ਨੇ ਕਿਤੇ ਹੋਰ ਹੀ ਪਹੁੰਚ ਚੁੱਕੇ ਨੇ। ਜੋਸ਼ੀ ਸਾਹਿਬ ਤੁਹਾਡੇ ਤੋਂ ਪੁੱਛਣਾ ਸ਼ੁਰੂ ਕਰਾਂਗਾ ਤੇ ਸਾਰੇ ਕੋਈ 1-2 ਮਿੰਟ ਲਵਾਂਗਾ ਕਿ ਅਗਰ ਪਾਰਟੀ ਕਿਸੇ ਨੂੰ ਵੀ ਅਗਰ ਬਹੁਮਤ ਨਹੀਂ ਮਿਲਦਾ ਪੰਜਾਬ ਦੇ ਵਿੱਚ, ਤਾਂ ਜਿਹੜੀਆਂ ਗੱਲਾਂ ਬਾਤਾਂ ਸਿਆਸੀ ਜਿਹੜੇ ਮਾਹਰ ਨੇ ਉਹ ਕਹਿ ਰਹੇ ਨੇ, ਜਾਂ ਲੋਕ ਵੀ ਜਿਹੜੇ ਕਹਿ ਰਹੇ ਨੇ ਕਿ ਸ਼ਾਇਦ ਉਹ ਉਹਦੇ ਨਾਲ ਰਾਜੂ ਤੇ ਉਹਦੇ ਨਾਲ ਰਾਜੂ, ਉਹਦੇ ਬਾਰੇ ਜਿਹੜੀ ਜਾਣਕਾਰੀ ਲੋਕ ਲੈਣਾ ਚਾਹੁੰਦੇ ਨੇ, ਤੇ ਮੈਂ ਤੁਹਾਡੇ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਇਹੋ ਜਿਹਾ ਮਾਹੌਲ ਪੈਦਾ ਹੋ ਸਕਦਾ ਕਿ ਜਿੱਥੇ ਇੱਕ ਅਫਸਰ ਹੱਥ ਜਿਹੜੇ ਨੇ ਜੁੜਨਗੇ, ਜਾਂ ਕਿਸੇ ਜਿਹਦੇ ਨਾਲ ਪਹਿਲਾਂ ਗੱਠਜੋੜ ਸੀ ਦੁਬਾਰਾ ਜੁੜਿਆ ਜਾਏਗਾ, ਜਾਂ ਕਿਸੇ ਨਵੇਂ ਬੰਦੇ ਨਾਲ ਜੁੜਿਆ ਜਾਏਗਾ, ਕਿ ਇਹੋ ਜਿਹਾ ਮਾਹੌਲ ਅਸੀਂ ਵੇਖ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ? ਜੋਸ਼ੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਾਂਗਾ ਤੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ 1-1.5 ਮਿੰਟ ਹੀ ਲਿਓ ਕਿਉਂਕਿ ਸਮਾਂ ਆਪਾਂ ਕੋਲ ਥੋੜਾ ਰਹਿ ਗਿਆ। ਜੀ ਜੋਸ਼ੀ ਜੀ। ਜੀ ਬਿਲਕੁਲ ਨਹੀਂ ਭਾਰਤੀ ਜਨਤਾ ਪਾਰਟੀ ਕਿਸੇ ਨਾਲ ਕੋਈ ਸਮਝੌਤਾ ਕਰੇਗੀ। ਲੋਕਾਂ ਦੇ ਮੈਂਡੇਟ ਦਾ ਸਵਾਗਤ ਕੀਤਾ ਜਾਏਗਾ ਜਿਹਦੀ ਵੀ ਫੇਵਰ 'ਚ ਹੋਵੇ। ਲੇਕਿਨ ਜੇ ਤੁਸੀਂ ਕਹੋ ਅਸੀਂ ਕੋਈ ਗੱਠਜੋੜ ਕਰਾਂਗੇ, ਗੱਠਜੋੜ ਵਾਲੀ ਕੋਈ ਗੱਲ ਨਹੀਂ ਹੈਗੀ। ਅਜੇ ਤੇ ਹਰ ਇੱਕ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰਦੀ ਪਈ ਹੈ। ਠੀਕ ਹੈ ਜੀ, ਅਸੀਂ ਕਿਸੇ ਦੇ ਕੌਨਫੀਡੈਂਸ ਦਾ ਹਨਨ ਕਿੱਦਾਂ ਕਰ ਸਕਦੇ ਹਾਂ? ਪਹਿਲੀ ਗੱਲ ਇਹ ਗੱਲ ਕਹਿਣੀ ਬੜੀ ਇੱਕ ਇਮੈਚੁਰ ਹੋਏਗੀ ਕਿਉਂਕਿ ਇਹ ਇਲੈਕਸ਼ਨ ਹੋ ਚੁੱਕੀ ਹੈ। ਜੋ ਚੀਜ਼ਾਂ ਨੇ ਉਹ 10 ਤਰੀਕ ਨੂੰ ਪਤਾ ਲੱਗਣਗੀਆਂ। ਸਮਝੌਤਾ, ਗਠਬੰਧਨ, ਇਹ ਸਿਚੁਏਸ਼ਨਲ ਗੱਲਾਂ ਹੁੰਦੀਆਂ ਨੇ। ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਨਹੀਂ ਜਾ ਸਕਦੇ। ਉਹ ਤਾਂ ਕਿਸੇ ਟਾਈਮ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਵੀ ਦਿੱਲੀ 'ਚ ਹੋਇਆ ਸੀ ਗਠਬੰਧਨ। ਠੀਕ ਹੈ ਜੀ। ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ 10 ਤਰੀਕ ਬਾਅਦ ਦੀ ਗੱਲ ਹੋਏਗੀ। ਮੈਂ ਇੱਥੇ ਇੱਕ ਮਾੜੀ ਜਿਹੀ ਛੋਟੀ ਜਿਹੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਵਾਂ ਮੈਂ। ਠੀਕ ਆ, ਕਈ ਗੱਲਾਂ ਹੁੰਦੀਆਂ ਨੇ। ਹੁਣ ਤੁਸੀਂ ਜਦੋਂ ਜਾਤ ਪਾਤ ਦੀ ਗੱਲ ਸ਼ੁਰੂ ਹੋਈ, ਇੱਕ ਚੀਜ਼ ਪੰਜਾਬ ਨੇ ਜ਼ਰੂਰ ਮਹਿਸੂਸ ਕੀਤੀ ਸੀਗੀ ਕਿਉਂਕਿ ਪੰਜਾਬ ਤੇ ਪੱਗ, ਪੰਜਾਬ ਦਾ ਜੱਟ, ਪੰਜਾਬ ਦੀ ਪੱਗ ਇਹ ਸਾਰੀ ਦੁਨੀਆ ਵਿੱਚ ਸਤਿਕਾਰਯੋਗ। ਠੀਕ ਹੈ ਜੀ। ਕਦੀ ਵੀ ਕਿਸੇ ਹਿੰਦੂ ਬੰਦੇ ਨੇ ਇੰਨੀ ਗੱਲ ਨਹੀਂ ਕਹੀ ਕਿ ਸਾਡਾ ਮੁੱਖ ਮੰਤਰੀ ਸਿੱਖ ਹੋਵੇ ਕਿ ਇਹ ਮੇਰੀ ਗੱਲ ਜ਼ਰੂਰ ਤਵੱਜੋ ਦਿਓ ਇਸ ਗੱਲ ਨੂੰ। ਕੇਜਰੀਵਾਲ ਸਾਹਿਬ ਨੇ ਆ ਕੇ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਅੰਮ੍ਰਿਤਸਰ ਜੁਆਇਨ ਕਰਾਇਆ ਸੀ, ਉਹਨਾਂ ਨੇ ਤਾਂ ਇੰਨੀ ਗੱਲ ਕਹੀ ਸੀ ਕਿ ਪੰਜਾਬ ਮੇਂ ਇੱਕ ਮੁੱਖ ਮੰਤਰੀ ਸਿੱਖ ਹੋਗਾ। ਤੂੰ ਕੌਣ ਹੁੰਦਾ ਸਾਨੂੰ ਇੰਨੀ ਗੱਲ ਕਹਿਣ ਵਾਲਾ ਵੀ ਤੇਰਾ ਮੁੱਖ ਮੰਤਰੀ ਸਿੱਖ ਹੋਗਾ? ਹਿੰਦੂਆਂ ਨੂੰ ਤਾਂ ਕਦੀ ਪ੍ਰੋਬਲਮ ਹੀ ਨਹੀਂ ਆਈ ਕਿਸੇ ਚੀਜ਼ ਤੋਂ, ਸਿੱਖ ਤੋਂ। ਤੁਸੀਂ ਦੱਸੋ ਕਿਸੇ ਪਾਰਟੀ ਦੇ ਨੁਮਾਇੰਦੇ ਨੂੰ ਮੈਂ ਧਰਮੋਂ ਹੀ ਮਾਨਣਾ, ਦੱਸੋ ਮੈਨੂੰ ਕੀ ਪੱਗ ਸਾਡੇ ਪੰਜਾਬ ਦੀ ਪਛਾਣ ਹੈਗੀ ਕਿ ਨਹੀਂ ਹੈਗੀ? ਕੀ ਪੱਗ ਸਤਿਕਾਰ ਦੀ ਜਗ੍ਹਾ ਹੈਗੀ ਕਿ ਨਹੀਂ ਹੈਗੀ? ਅਰੇ ਯਾਰ, ਸਿੱਖ ਕੌਮ, ਹਿੰਦੂ ਕੌਮ ਦੀਆਂ ਗੱਲਾਂ ਸ਼ੁਰੂ ਕਿਹਨੇ ਕੀਤੀਆਂ? ਠੀਕ ਆ, ਅਸੀਂ ਨੈਸ਼ਨਲ ਲੈਵਲ ਦੀ ਪਾਰਟੀ, ਅਸੀਂ ਰਾਮ ਮੰਦਿਰ ਦਾ ਮੁੱਦਾ ਜ਼ਰੂਰ ਲੈ ਕੇ ਅਸੀਂ ਅੱਜ ਵੀ ਕਾਇਮ ਆ। ਲੇਕਿਨ ਇੱਕ ਮੈਨੂੰ ਗੱਲ ਦੱਸੋ, ਇਹ ਸਿੱਖ ਮੁੱਖ ਮੰਤਰੀ, ਹਿੰਦੂ ਮੁੱਖ ਮੰਤਰੀ ਵਾਲੀ ਗੱਲਾਂ ਕਿਹਨੇ ਸ਼ੁਰੂ ਕੀਤੀਆਂ? ਮੈਂ ਬੀਇੰਗ ਹਿੰਦੂ ਇੰਨੀ ਗੱਲ ਕਹਿਣਾ ਵਾ, ਸਾਨੂੰ ਤਾਂ ਕਿਸੇ ਸਿੱਖ ਮੁੱਖ ਮੰਤਰੀ ਤੋਂ ਪ੍ਰੋਬਲਮ ਹੀ ਨਹੀਂ ਹੈਗੀ। ਫਿਰ ਏਦਾਂ ਦੀ ਗੱਲ ਕਰਕੇ ਕੇਜਰੀਵਾਲ ਨੇ ਜਿਹੜਾ ਪਹਿਲਾ ਪੱਤਾ ਖੇਡਿਆ ਸੀ ਉਹ ਅੱਜ ਸਾਹਮਣੇ ਨਜ਼ਰ ਆ। ਦੂਸਰੀ ਗੱਲ, ਕਿਸਾਨਾਂ ਦੀ ਗੱਲ ਕਰਨ ਵਾਲੀ ਪਾਰਟੀ, ਇਹ ਮੈਨੂੰ ਪਤਾ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਆ ਰਹੀ, ਸੱਚਾਈ ਹੈ। ਇਹ ਕਿਉਂ ਸੱਚਾਈ ਹੈ? ਕਿਉਂਕਿ ਜਿਹੜੇ ਕਿਸਾਨਾਂ ਨੂੰ ਲੈ ਕੇ ਇਹ ਬੜੇ ਭੁੜਕਦੇ ਸੀਗੇ, ਉਹ ਕਿਸਾਨ ਜਿਹੜੇ ਹੈਗੇ ਨੇ ਪਾਰਟੀ ਬਣਾ ਕੇ ਲੜ ਪਏ। ਫਿਰ ਇਹਨਾਂ ਨੇ ਜੋ ਸ਼ਬਦਾਵਲੀ ਵਰਤੀ, ਮੈਂ ਤੇ ਅੱਜ ਵੀ ਕਹਿਣਾ ਆਮ ਆਦਮੀ ਪਾਰਟੀ ਅਜੇ ਵੀ ਜੇ ਪਛਤਾਤਾਪ ਕਰ ਸਕਦੀ ਹੈ ਕਿਸਾਨਾਂ ਦੇ ਵਾਸਤੇ, ਜੇ ਕਹਿੰਦੀ ਆ ਉਹ ਕਿਰਪਾ ਕਰਕੇ ਜੇ ਦੁਬਾਰਾ ਕਿਤੇ ਇਲੈਕਸ਼ਨ ਹੁੰਦੀ ਹੈ ਨਾ ਜੇ ਕਿਤੇ, ਤੇ ਕਿਸਾਨਾਂ ਦੇ ਹੱਕ 'ਚ ਬੈਠ ਜਾਇਓ। ਤੁਸੀਂ ਉਹਨਾਂ ਦੀਆਂ ਰੋਟੀਆਂ ਸੇਕੀਆਂ, ਉਹਨਾਂ ਦੇ ਨਾਂ ਦਾ ਨਮਕ ਖਾਦਾ, ਤੁਸੀਂ ਪਲੀਜ਼ ਏਦਾਂ ਦੀ ਗੱਲ ਨਾ ਕਰੋ। ਜਾਂ ਤਾਂ ਕਹਿ ਦੋ ਕਿ ਤੁਸੀਂ ਕਿਸਾਨਾਂ ਦੇ ਖਿਲਾਫ ਹੋ, ਕਿਉਂ ਲੜੇ ਤੁਸੀਂ? ਫਿਰ ਤੁਸੀਂ ਕਿਹਾ ਕੋਈ ਨਹੀਂ ਗੱਲ, ਅਸੀਂ ਕਿਸਾਨਾਂ ਦੇ ਵੱਲ ਦੀ ਗੱਲ ਕਰਦੇ ਹਾਂ, ਜੋ ਕਿਸਾਨ ਕਹਿਣਗੇ ਜਥੇਬੰਦੀਆਂ ਅਸੀਂ ਉਹਨਾਂ ਦੀ ਨਾਲ ਚੱਲਾਂਗੇ। ਦੋਗਲੀਆਂ ਚੀਜ਼ਾਂ ਨਹੀਂ ਪਸੰਦ। ਬਾਕੀ 11 ਤਰੀਕ ਨੂੰ ਸਾਰਿਆਂ ਨੂੰ ਦੇਖਦੇ, 10 ਤਰੀਕ ਨੂੰ ਕੀ ਆਉਂਦਾ ਵਾ। ਸ਼ੁਭ ਇਛਾਵਾਂ ਨੇ ਮੇਰੀਆਂ ਸਾਰਿਆਂ ਨੂੰ। ਜੀ, ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਗੌਰਵ ਸੰਧੂ, ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਕੀ ਲੱਗਦਾ ਹੈ ਕਿ ਚਲੋ ਤੁਹਾਡਾ ਤਾਂ ਹਾਲੇ ਤੱਕ ਕੋਈ ਵੀ ਅਲਾਇੰਸ ਦੀ ਜਿਹੜੀ ਗੱਲਬਾਤ ਨਹੀਂ ਹੋਏਗੀ, ਪਰ ਬਾਈ ਚਾਂਸ ਅਗਰ ਜਿਹੜਾ ਮੈਜੋਰਿਟੀ ਨਹੀਂ ਮਿਲਦੀ ਹੈ, ਕੀ ਤੁਹਾਡੇ ਤੋਂ ਇਹੋ ਜਿਹੇ ਕਿਆਸ ਲਗਾਏ ਜਾ ਸਕਦੇ ਨੇ ਤੁਹਾਡੀ ਪਾਰਟੀ ਤੋਂ? ਦੇਖੋ, ਆਪਾਂ ਪ੍ਰੀ ਰਿਜ਼ਲਟ ਭਾਜੀ ਕੁਝ ਨਹੀਂ ਕਹਿ ਸਕਦੇ, ਕਿਸੇ ਤਰ੍ਹਾਂ ਦੇ ਸਮੀਕਰਨ ਬਣਦੇ ਨੇ। ਹੁਣ ਤਾਂ ਮੈਂ ਇਹੀ ਕਹਾਂਗਾ ਸਾਡੀ ਪਾਰਟੀ ਮੈਜੋਰਿਟੀ 'ਚ ਆ ਰਹੀ ਹੈ, ਸਾਡੀ ਪਾਰਟੀ ਫੁੱਲ ਮੈਜੋਰਿਟੀ 'ਚ ਆ ਕੇ ਸਰਕਾਰ ਬਣਾਏਗੀ। ਹਾਂ, ਕੋਈ ਐਸਾ ਵੈਸਾ ਕੋਈ ਗੱਲਬਾਤ ਹੁੰਦੀ ਹੈ, ਕੋਈ ਸੀਟਾਂ ਦੀ ਸ਼ਾਰਟੇਜ ਹੁੰਦੀ ਹੈ, ਉਹ ਹਾਈ ਕਮਾਂਡ ਤੇ ਸਾਡੀ ਲੀਡਰਸ਼ਿਪ ਬਹਿ ਕੇ ਤੈਅ ਕਰੇਗੀ।
ਕਿ ਅੱਗੇ ਦਾ ਸਟੈਪ ਕੀ ਲੈਣਾ ਹੈ ਆਫਟਰ 10th of March, ਕਿਉਂਕਿ ਅਜੇ ਬਹੁਤ ਸਮਾਂ ਪਿਆ, ਅਜੇ ਇਸ ਤੇ ਬੋਲਣਾ ਮੈਂ ਉਚਿਤ ਨਹੀਂ ਸਮਝਦਾ। ਠੀਕ ਹੈ ਜੀ। ਟਾਂਡਾ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ, ਪੋਲਿਟਿਕਸ ਦੇ ਵਿੱਚ ਇੰਪੋਸੀਬਿਲਿਟੀਜ਼ ਨੂੰ ਪੋਸੀਬਿਲਿਟੀ ਹੁੰਦੇ ਬੜੀ ਵਾਰ ਦੇਖੀ। ਇਹ ਇਲੈਕਸ਼ਨ ਦੇ ਰਿਜ਼ਲਟਸ ਆਉਣ ਦੇ ਬਾਅਦ ਸਮੀਕਰਨ ਕੀ ਹੋਣਗੇ ਉਹਦਾ ਉਸੇ ਟਾਈਮ ਹੀ ਡਿਸਕਸ਼ਨ ਹੋ ਸਕਦੀ ਹੈ, ਹਾਈਪੋਥੈਟੀਕਲ ਡਿਸਕਸ਼ਨ ਦਾ। ਰਾਈਟ, ਠੀਕ ਹੈ, ਠੀਕ ਹੈ ਜੀ। ਓਕੇ ਜੀ, ਆਮ ਆਦਮੀ ਪਾਰਟੀ ਦੇ ਪ੍ਰਵਕਤਾ ਜਿਹੜੇ ਨੇ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਗਗਨ ਰਾਜਪੂਤ ਜੀ, ਤੁਹਾਡਾ ਕੀ ਬਿਆਨ ਹੈ? ਸਰ, 11 ਮਾਰਚ ਨੂੰ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਲੋਕਾਂ ਨੇ ਵਿਕਾਸ ਦੇ ਮੁੱਦਿਆਂ ਦੇ ਉੱਤੇ ਵੋਟ ਦਿੱਤੀ ਹੈ। 117 ਦੀ 17 ਸੀਟਾਂ ਦੇ ਉੱਤੇ ਝਾੜੂ ਚੱਲ ਚੁੱਕਿਆ, ਇਹ ਸਭ ਨੂੰ ਪਤਾ ਹੈ। ਤੇ ਭਗਵੰਤ ਮਾਨ ਅਗਲੇ ਪੰਜਾਬ ਦੇ ਸੀਐਮ ਹੋਣ ਵਾਲੇ ਨੇ। ਚੰਗਾ ਸਿਸਟਮ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ, ਵਿਕਾਸ ਕਰਾਂਗੇ, ਡਿਵੈਲਪਮੈਂਟ ਕਰਾਂਗੇ। ਰਾਜਨੀਤੀ ਹੈ ਜਿਹੜੀ ਧਰਮ ਦੇ ਨਾਮ ਤੇ ਨਹੀਂ ਕਰਾਂਗੇ, ਨਸ਼ੇ ਆ ਜਿਹੜੇ ਉਹ ਖਤਮ ਕਰਾਂਗੇ, ਜਿਹੜਾ ਐਜੂਕੇਸ਼ਨ ਦਾ ਲੈਵਲ ਉਹ ਵਧਾਵਾਂਗੇ ਤੇ ਇੰਪਲੋਇਮੈਂਟ ਦਾ ਲੈਵਲ ਵਧਾਵਾਂਗੇ, ਠੀਕ ਹੈ ਨਾ। ਅਨਇੰਪਲੋਇਮੈਂਟ ਨੂੰ ਘੱਟ ਕਰਾਂਗੇ। ਜਿਹੜੇ ਗਰੀਬ ਲੋਕ ਨੇ ਪੰਜਾਬ ਦੇ ਵਿੱਚ, ਠੀਕ ਹੈ ਨਾ, ਤਰਾਹੀਮਾਮ ਕਰ ਰਹੇ ਨੇ, ਉਹਨਾਂ ਨੂੰ ਇੱਕ ਚੰਗਾ ਭਵਿੱਖ ਦੇਵਾਂਗੇ ਜੀ। ਸੋ ਦਾਅਵੇਦਾਰੀ ਹਜੇ ਵੀ ਸਾਰੀ ਪਾਰਟੀਆਂ ਵੱਲੋਂ ਪੂਰੀ ਮੁਕੰਮਲ ਤੇ ਪੂਰੀ 100% ਦਿੱਤੀਆਂ ਜਾ ਰਹੀਆਂ ਨੇ, ਪਰ ਰਿਜ਼ਲਟ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ 10 ਮਾਰਚ ਨੂੰ ਸਾਰਿਆਂ ਦੇ ਸਾਹਮਣੇ ਆ ਜਾਣੇ ਨੇ। ਸੋ ਦੇਖਦੇ ਹਾਂ ਕਿ ਕਿਹੜੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਪਣੀ ਨਵੀਂ ਸਰਕਾਰ ਜਿਹੜੀ ਹੈ ਉਹ ਬਣਾਵੇਗੀ। ਸੋ ਥੈਂਕ ਯੂ ਸੋ ਮਚ। ਪ੍ਰੋਗਰਾਮ ਦੇ ਵਿੱਚ ਸਾਰੇ ਜਿਹੜੇ ਨੁਮਾਇੰਦੇ ਸਾਡੇ ਨਾਲ ਜੁੜੇ, ਖਾਸ ਆਪਣਾ ਕੀਮਤੀ ਸਮਾਂ ਦਿੱਤਾ, ਥੈਂਕ ਯੂ ਸੋ ਮਚ। ਧੰਨਵਾਦ ਜੀ ਸਾਰਿਆਂ ਦਾ।